मुझे थोड़ी सी पता चली है, अगर आप मुझे 5-10 मिनट दे दें, मैं खाना खा रहा हूँ, फिर मैं हाजिर होता हूँ। चलो ठीक है जी। जग्गा भाई ਆਪਣੀ ਗੱਲ ਕਰ ਚੁੱਕੇ ਨੇ। ਰਹਿ ਸਕਦਾ ਹੈ ਯਾਰ, ਇੱਥੇ ਕੰਮ ਕੀਤੇ ਬਗੈਰ ਇਹਨਾਂ ਮੁਲਕਾਂ ਵਿੱਚ ਰਹਿ ਸਕਦਾ ਹੈ ਇਹ ਬੰਦਾ ਯਾਰ? ਮੋਰਗਜਾਂ ਦੇਣੀਆਂ ਹੁੰਦੀਆਂ ਨੇ, ਬਿੱਲ ਬੱਤੀਆਂ ਦੇ ਪੈਸੇ ਦੇਣੇ ਹੁੰਦੇ ਨੇ, ਮੋਬਾਈਲ ਦੇ ਪੈਸੇ ਦੇਣੇ ਹੁੰਦੇ ਨੇ, ਬੱਚਿਆਂ ਦੀਆਂ ਫੀਸਾਂ ਦੇਣੀਆਂ ਹੁੰਦੀਆਂ ਨੇ। ਉਹ ਕੰਮ ਨਹੀਂ ਕਰੇਗਾ ਤਾਂ ਕਿਵੇਂ ਜ਼ਿੰਦਾ ਰਹੇਗਾ? ਉਹਦੀ ਨਸਲ ਕਿਵੇਂ ਅੱਗੇ ਪਾਏਗੀ, ਪੀਏਗੀ, ਵੱਡੀ ਹੋਏਗੀ? ਕੀ ਕਰੇ ਉਹ ਬੰਦਾ ਯਾਰ? ਉਹਦੇ ਜੀ। ਖੂਨ ਦੀ ਪਿਆਸੀ ਹੋ ਗਈ ਹੈ ਜ਼ਾਲਮ ਔਰਤ। ਕੀ ਭਾਈ ਲਗਾ ਜਿਹੜਾ ਇੱਕ ਬੰਦਾ ਦੇਖੋ, ਇੱਕ ਬੰਦਾ ਜਿਹੜਾ ਪੱਤੇ ਹਿੱਲਣ ਤੋਂ ਡਰ ਰਿਹਾ ਵਾ, ਅੱਗੇ ਤੁਸੀਂ ਸਮਝੋ ਕਿ ਕਿਸ ਤਰ੍ਹਾਂ ਕੰਮ ਕਰ ਸਕਦਾ ਵਾ, ਕਿਸ ਤਰ੍ਹਾਂ ਮਾਰਕੀਟ ਜਾਏਗਾ, ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਲੈ ਕੇ ਜਾਏਗਾ। ਅਸੀਂ ਤੇ ਇਹ ਕਹਿੰਦੇ ਆ ਕਿ ਸਾਡਾ ਭਰਾ ਜਿਹੜਾ ਵੀ ਏ, ਉਹਨੂੰ ਡਰਨ ਦੀ ਜ਼ਰੂਰਤ ਕੋਈ ਨਹੀਂ। ਸਾਡੇ ਸਰ ਖੂਨ ਦੀ ਜ਼ਰੂਰਤ ਤੇ ਸਾਡੀ ਜਾਨ ਦੀ ਜ਼ਰੂਰਤ, ਇਹੀ ਹਾਜ਼ਰ ਆ। ਨਹੀਂ ਜੱਗਾ ਭਾਈ ਵੇਖੋ, ਮਾਮਲਾ ਤੇ ਇਸ ਕਿਸਮ ਦੇ ਨੇ ਕਿ ਇਹ ਇੱਕ ਤਾਂ ਹੁੰਦਾ ਨਾ ਦੁਸ਼ਮਣ, ਕਿ ਤੁਹਾਡੇ ਸਾਹਮਣੇ ਇੱਕ ਦੁਸ਼ਮਣ, ਤੁਹਾਨੂੰ ਪਤਾ ਕਿ ਇਹ ਮੇਰਾ ਦੁਸ਼ਮਣ, ਤੇ ਤੁਸੀਂ ਹਰ ਟਾਈਮ ਜਿਹੜਾ ਨਾ ਉਹਦੇ ਤੋਂ ਚੁਕੰਨਾ ਰਹਿੰਦੇ ਹੋ। ਤੁਹਾਨੂੰ ਵੀ ਪਤਾ ਹੁੰਦਾ ਕਿ ਤੁਹਾਡਾ ਦੁਸ਼ਮਣ ਹੈ, ਤੇ ਤੁਹਾਡੇ ਦੁਸ਼ਮਣ ਨੂੰ ਵੀ ਪਤਾ ਹੁੰਦਾ ਕਿ ਮੇਰਾ ਦੁਸ਼ਮਣ ਹੈ। ਇਹ ਇੱਕ ਸਿਚੁਏਸ਼ਨ ਲੈਦਾ ਹੁੰਦੀ ਹੈ। ਇੱਕ ਸਿਚੁਏਸ਼ਨ ਇਹ ਹੁੰਦੀ ਹੈ ਕਿ ਤੁਹਾਨੂੰ ਇਹ ਪਤਾ ਹੀ ਨਹੀਂ ਕਿ ਕਿਹੜਾ ਦੁਸ਼ਮਣ ਹੈ, ਕਿਹੜਾ ਤੁਹਾਨੂੰ ਮਾਰ ਜੇ। ਤੁਹਾਨੂੰ ਪਤਾ ਹੀ ਨਹੀਂ। ਤੁਸੀਂ ਬੱਸ ਦੇ ਵਿੱਚ ਖਲੋਤੇ ਹੋ ਸਕਦਾ ਉੱਥੇ ਹੀ ਤੁਹਾਡਾ ਕੋਈ ਹੋਏ ਬੰਦਾ ਦੁਸ਼ਮਣ ਤੁਹਾਨੂੰ ਮਾਰਨ ਵਾਲਾ। ਤੁਸੀਂ ਮਸਜਿਦ 'ਚ ਜਾਂਦੇ ਹੋ, ਸ਼ਾਇਦ ਹੋ ਸਕਦਾ ਉੱਥੇ। ਤੁਸੀਂ ਮਾਰਕੀਟ 'ਚ ਜਾਂਦੇ ਹੋ, ਸ਼ਾਇਦ ਉੱਥੇ ਕੋਈ ਦੁਸ਼ਮਣ ਬੈਠਾ ਹੈ, ਉੱਥੇ ਕੋਈ ਤੁਹਾਨੂੰ ਮਾਰਨ ਵਾਲਾ ਬੈਠਾ ਹੈ। ਡਾਕਟਰ ਸਾਹਿਬ ਨੂੰ ਪਤਾ ਸੀ, ਉਹ ਅਗਲੇ ਹਸਪੀਟਲ ਗਏ ਨੇ ਪੇਸ਼ੈਂਟ ਨੂੰ ਚੈੱਕ ਕਰਨ। ਉਹ ਦੁਸ਼ਮਣ ਲੋਕ ਨਹੀਂ, ਠੀਕ ਹੈ ਤੁਹਾਡੀ ਗੱਲ, ਲੇਕਿਨ ਇਹ ਵੇ ਕਿ ਹੁਣ ਤੁਸੀਂ ਜਿਹੜਾ ਕਾਨੂੰਨੀ ਕਾਰਵਾਈ ਕਰਨੀ ਹੈ ਕਰੋ। ਤੁਸੀਂ ਜ਼ਿਆਦਾ ਤੁਸੀਂ ਲੋਕਾਂ ਦੇ ਬਿਆਨ ਲਓਗੇ ਨਾ, ਤੇ ਉਹਦੇ ਵਿੱਚ ਮੇਰਾ ਨਹੀਂ ਖਿਆਲ ਕਿ ਅਸੀਂ ਪਾਕਿਸਤਾਨ ਨਾਲ ਨਹੀਂ ਜੱਗਾ ਭਾਈ, ਉਹਦੀ ਵਜ੍ਹਾ ਹੈ ਨਾ, ਵੇਖੋ ਬਿਆਨ ਦੋਸਤਾਂ ਦੇ ਇਸ ਤੋਂ ਲੈਣੇ ਨੇ। ਇੱਕ ਤੇ ਪੈਗਾਮ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ, ਸਾਰਿਆਂ ਨੂੰ ਪਤਾ ਲੱਗੇ ਕਿ ਇਹ ਕੰਮ ਹੋਣਾ ਹੈ, ਜ਼ਿਹਨੀ ਤੌਰ ਦੇ ਉੱਤੇ ਸਾਰੇ ਤਿਆਰ ਹੋਣ। ਸੈਕਿੰਡ, ਅੱਜ ਬਰਾੜ ਲਾ ਲਈ, ਸਵੇਰੇ ਲਾਣੇ ਆ, ਤੇ ਫਿਰ ਪਰਸੋਂ ਤੁਸੀਂ ਆਪਣਾ ਪਰਸੋਂ ਆਪਣਾ ਕੰਮ ਸ਼ੁਰੂ ਕਰਨੇ। ਔਰ ਦੂਸਰਾ, ਸਾਰੇ ਦੋਸਤਾਂ ਨੂੰ ਇਸ ਕੰਮ ਦੇ ਵਿੱਚ ਸ਼ਾਮਲ ਹੋਣ। ਕੋਈ ਇਹ ਨਾ ਕਹੇ ਕਿ ਯਾਰਾ ਤੁਸੀਂ ਇਹ ਕੰਮ ਕਰ ਦਿੱਤਾ, ਸਿੱਧਾ ਕਹੋ ਜੀ ਇਹ ਭਾਈ ਜੀ ਏਜੰਸੀਆਂ ਨਾਲ ਮਿਲੀ ਏ, ਜਿਹੜੇ ਨੇ ਇਹ ਪਾਕਿਸਤਾਨੀ ਦਹਿਸ਼ਤਗਰਦ ਨੇ, ਫਲਾਨੀ ਕੰਟਰੀ 'ਚ ਬੈਠੇ ਨੇ, ਇਹ ਨਾਮ ਇਹਨਾਂ ਦਾ, ਇਹ ਫੋਟੋਆਂ ਨੇ, ਇਹ ਵੀਡੀਓ ਨੇ, ਸਾਡੇ ਕੋਲ ਹਰ ਚੀਜ਼ ਪਈ ਏ। ਇੱਥੇ ਸੋਸ਼ਲ ਮੀਡੀਆ ਤੋਂ ਕਿਹੜੀ ਛ ਛੁਪਦੀ? ਬੇਸ਼ੱਕ ਉਹ ਦਿਓ ਉਹਨਾਂ ਨੂੰ, ਦਿਓ ਉਹਨਾਂ ਨੂੰ, ਆਪੀ ਉਹ ਧਿਕਾ ਲਾਣਗੇ, ਫਿਰ ਜੋ ਕਰਨਗੇ ਉਹ ਕਾਨੂੰਨ ਕਰੇਗਾ। ਜੋ ਬਿਹਤਰੀਨ ਤਰੀਕੇਕਾਰ ਇਹਦਾ ਹੀ ਹੈ ਕਿ ਸਫੀਆ ਮੈਡਮ ਨੂੰ ਅਸੀਂ ਤੇ ਨੋਮੀਨੇਟ ਕਰਨਾ ਹੈ, ਜਿਨੇ ਪ੍ਰੋਪੇਗੇਸ਼ਨ ਕੀਤੀ ਹੈ ਗੁਜ਼ਸ਼ਤਾ 6 ਮਹੀਨੇ ਤੋਂ। ਤੇ ਕਦੀ ਸੈਫੀ ਸਾਹਿਬ ਨੂੰ ਕਹਿੰਦੀ ਸ਼ਾਤਮੇ ਰਸੂਲ ਹੈ, ਕਦੀ ਮੁਬਸ਼ਰ ਰਜ਼ਾ ਭਾਈ ਦੀ ਉਹ ਕਾਟ ਛਾਂਟ ਕੇ ਉਹਦੇ ਆਪਸ ਵਿੱਚ ਲਫ਼ਜ਼ ਮਿਲਾ ਕੇ ਉਹਨਾਂ ਨੂੰ ਨੌਜ਼ ਬਿਲਾ ਸ਼ਾਤਮੇ ਰਸੂਲ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਸਾਰੇ। ਤੇ ਸਾਨੂੰ ਤੇ ਉਹਦੇ ਨਾਲ ਟਾਰਗੇਟ ਉਹ ਅੱਗੋਂ ਦੱਸੇਗੀ, ਉਹਦੇ ਤੇ ਜਦੋਂ ਕੇਸ ਹੋਏਗਾ, ਜਦੋਂ ਕਾਰਵਾਈ ਹੋਏਗੀ, ਉਹ ਦੱਸੇਗੀ ਕਿ ਮੇਰੇ ਕਿਹੜੇ ਦਹਿਸ਼ਤਗਰਦ ਨਾਲ ਰਾਬਤੇ ਸਨ, ਮੈਂ ਕਿਹਦੇ ਪਿੱਛੇ ਖੜੀ ਸਾਂ, ਮੈਂ ਕਿਹਨੂੰ ਸਪਾਈ ਕਰ ਰਹੀ ਸਾਂ, ਜਾਂ ਜੋ ਵੀ, ਜਾਂ ਕਿਹਦੀ ਮੈਂ ਰੈਕੀ ਕੀਤੀ ਏ, ਜਾਂ ਕਿਹੜੇ ਮੈਂ ਤਰੀਕੇਕਾਰ ਇਖਤਿਆਰ ਕੀਤੇ ਨੇ, ਮੈਂ ਕਿਹੜੇ ਪ੍ਰੋਪੇਗੈਂਡੇ ਦਾ ਹਿੱਸਾ ਸਾਂ, ਇਹ ਉਹ ਦੱਸੇਗੀ। ਸਾਨੂੰ ਕਿਸੇ ਦਾ ਨਾਮ ਲੈਣ ਦੀ ਜ਼ਰੂਰਤ ਹੀ ਨਹੀਂ ਹੈ। ਉਹ ਆਪੀ ਔਰ ਦੂਸਰੀ ਗੱਲ ਹੈ, ਔਨ ਦਾ ਕੰਟਰੇਰੀ ਜ਼ਰੂਰਤ ਨਹੀਂ ਹੈ ਜੀ, ਔਨ ਦਾ ਕੰਟਰੇਰੀ ਉਹਨਾਂ ਦੇ ਆਪਣੇ ਭੈਣ ਭਰਾ ਜਿੰਨੇ ਵੀ ਬੈਠੇ ਨੇ ਸੋਸ਼ਲ ਮੀਡੀਆ ਤੇ, ਸਾਰੇ ਹੀ ਗੁਸਤਾਖ ਨੇ, ਸਾਰੇ ਹੀ ਸ਼ਦੀਦ ਔਰ ਗਲੀਜ਼ ਕਿਸਮ ਦੇ ਸ਼ਾਤਮੇ ਰਸੂਲ ਨੇ। ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਖਾਤਮੁਨ ਨਬੀਯੀਨ ਅਸਦਕ ਸਾਦਿਕੀਨ ਮੁਖਬਰੇ ਸਾਦਕ ਨੂੰ ਨੰਗੀਆਂ ਔਰ ਗੰਦੀਆਂ ਗਾਲਾਂ ਕੱਢਦੇ ਨੇ। ਇੱਕ ਪਾਸੇ ਇੱਕ ਬਰੋਡ ਲਾਈਏ, ਉਹ ਸਾਡੇ ਜਿਹੜੇ ਖਿਲਾਫੇ ਤਲਾਤਾ ਨੇ ਉਹਨਾਂ ਨੂੰ ਗਾਲਾਂ ਕੱਢਣ ਡੇ ਨੇ, ਔਰ ਹਜ਼ਰਤ ਉਮਰ ਨੂੰ, ਹਜ਼ਰਤ ਅਬੂ ਬਕਰ ਨੂੰ, ਹਜ਼ਰਤ ਉਸਮਾਨ ਨੂੰ। ਦੂਸਰੇ ਪਾਸੇ ਉਹਨਾਂ ਦੇ ਮੁਸਲਮਾਨ ਭਰਾ, ਸੋ ਕਾਲਡ ਮੁਸਲਮਾਨ ਬੈਠੇ ਨੇ, ਉਹ ਹਜ਼ਰਤ ਅਲੀ ਨੂੰ ਤੇ ਤਮਾਮ ਅਹਿਲੇ ਬੈਤ ਨੂੰ ਗਾਲਾਂ ਕੱਢਣ ਦੇ ਨੇ, ਹਜ਼ਰਤ ਬੀਬੀ ਜ਼ੈਨਬ ਨੂੰ ਗਾਲਾਂ ਕੱਢਣ ਦੇ ਨੇ, ਹਜ਼ਰਤ ਅਲੀ ਦੀ ਜਿਹੜੀ ਵਾਲਦਾ ਨੇ ਫਾਤਮਾ ਬਿਨਤੇ ਅਸਦ ਮੁਹਤਰਮਾ, ਉਹਨਾਂ ਨੂੰ ਗਾਲਾਂ ਕੱਢਣ ਦੇ ਨੇ। ਉਹ ਕੋਈ ਸ਼ਾਤਮ ਨਹੀਂ। ਕਿਸੇ ਅਹਿਮਦੀ ਦੇ ਮੂੰਹ ਚੋਂ ਰਜ਼ੀ ਅੱਲਾਹ ਤਾਲਾ ਨਾਲ ਨਿਕਲੇ, ਉਹ ਸ਼ਾਤਮੀਅਤ ਹੋ ਗਈ। ਕੋਈ ਅਹਿਮਦੀ ਹਦੀਸ ਪੜ੍ਹੇ, ਉਹ ਸ਼ਾਤਮੀਅਤ ਹੋ ਗਈ। ਕੋਈ ਅਹਿਮਦੀ ਬੁਖਾਰੀ ਮੁਸਲਿਮ ਪੜ੍ਹੇ, ਸ਼ਾਤਮੀਅਤ ਹੋ ਗਈ। ਕੋਈ ਅਹਿਮਦੀ ਕੁਰਾਨ ਪਾਕ ਦੀ ਆਇਤ ਪੜ੍ਹੇ, ਉਹ ਸ਼ਾਤਮੀਅਤ ਹੋ ਗਈ। ਇਹ ਪ੍ਰੋਪੇਗੈਂਡਾ ਚੱਲ ਰਿਹਾ ਤਮਾਮ ਸੋਸ਼ਲ ਮੀਡੀਆ ਤੇ। ਅਹਿਮਦੀ ਜਿਹੜੇ ਵੀ ਰਸੂਲੇ ਪਾਕ ਔਰ ਅੱਲਾਹ ਪਾਕ ਦੇ ਦੀਨ ਦੀ ਤਬਲੀਗ ਕਰਨ ਵਾਸਤੇ ਮੌਜੂਦ ਨੇ, ਉਹਨਾਂ ਦੇ ਖਿਲਾਫ ਬਹੁਤ ਵੱਡਾ ਪ੍ਰੋਪੇਗੈਂਡਾ। ਔਰ ਇਹਦਾ ਜਿਹੜਾ ਸਰਗਨਾ ਹੈ ਇਹ ਔਰਤ ਹੈ, ਇਹ ਸਫੀਆ ਮੈਡਮ ਹੈ। ਹੋਰ ਸਾਨੂੰ ਕਿਸੇ ਦਾ ਕੋਈ ਪਤਾ ਨਹੀਂ ਇਹਦਾ ਕਿੱਦੇ ਨਾਲ ਰਾਬਤਾ ਹੈ, ਕੌਣ ਬੰਦਾ ਰੈਕੀ ਕਰ ਰਿਹਾ ਮੁਬਸ਼ਰ ਭਾਈ ਦੀ, ਕਿਉਂਕਿ ਇੱਕ ਹਫ਼ਤੇ ਤੋਂ ਗੁਜ਼ਸ਼ਤਾ ਇੱਕ ਹਫ਼ਤੇ ਤੋਂ ਉਹਨਾਂ ਦੀ ਰੈਕੀ ਹੋ ਰਹੀ ਹੈ। ਮੁਖਤਲਿਫ ਭੇਸ ਬਦਲ ਕੇ ਲੋਕ ਉਹਨਾਂ ਦੀ ਰੈਕੀ ਕਰਨ ਡਏ ਨੇ, ਔਰ ਉਹਨਾਂ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ, ਬੜਾ ਸ਼ਦੀਦ ਕਿਸਮ ਦਾ ਮਹਿਸੂਸ ਕੀਤਾ, ਔਰ ਟਰਾਮਾਟਾਈਜ਼ ਹੋ ਗਏ ਨੇ।
ਔਰ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਰੈਕਲੂਜ਼ ਕਰਕੇ ਇੱਕ ਕਮਰੇ ਵਿੱਚ ਬੰਦ ਹੋ ਗਏ ਨੇ, ਨਾ ਕੰਮ ਤੇ ਜਾ ਰਹੇ ਨੇ, ਨਾ ਵਿਚਾਰੇ ਕਿਸੇ ਨਾਲ ਰਾਬਤਾ ਕਰ ਰਹੇ ਨੇ ਜੀ। ਭਾਈਓ ਅੱਧਾ ਮਿੰਟ ਦਿਓ ਯਾਰ, ਤੁਸੀਂ ਦੇਖੋ ਖੋਫੇ ਖੁਦਾ ਨਹੀਂ ਯਾਰ। ਸਾਡੇ ਮਿਰਜ਼ਾ ਸਾਹਿਬ ਦੇ ਉੱਤੇ ਮਸੀਹ ਮੌਦ ਅਲੈਹਿਸਸਲਾਮ ਦੇ ਜਿਹੜੇ 29 ਨਬੀ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਨੇ। ਅਸੀਂ ਅੱਗੋਂ ਕਹਿੰਦੇ ਆ ਕਿ ਯਾਰ ਇਹ ਹਦੀਸ ਹੈਗੀ, ਇਹ ਹਦੀਸ ਦਾ ਮਤਨ ਸੁਣਾਉਂਦੇ ਆ। ਕਈ ਵਾਰੀ ਸੁਣਾਉਂਦੇ ਵੀ ਨਹੀਂ ਆ, ਲਿਖ ਕੇ ਪੁੱਛਦੇ ਆ। ਕਈ ਵਾਰੀ ਲਿਖ ਕੇ ਨਹੀਂ ਪੁੱਛਦੇ, ਉਹ ਕੀ ਨਾਮ ਹੈ ਉਹਦਾ, ਅੱਲਾ ਯਾਰੀ ਦੀ ਆਵਾਜ਼ ਵਿੱਚ ਸੁਣਾਉਂਦੇ ਆ। ਅਸੀਂ ਸ਼ਤਮ ਹੋ ਗਏ ਯਾਰ, ਸਾਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਅੱਗੋਂ, ਸਾਨੂੰ ਦਿਨ ਰਾਤ ਗਾਲਾਂ ਕੱਢਦੇ ਨੇ, ਸਾਡੀ ਨਸਲਾਂ ਦੇ ਉੱਤੇ ਲਾਨਤ ਭੇਜਦੇ ਨੇ, ਨੌਜ਼ ਬਿੱਲਾ। ਸਾਨੂੰ ਗਾਲਾਂ ਕੱਢਦੇ ਨੇ ਗੰਦੀਆਂ ਗੰਦੀਆਂ, ਤੇ ਅਸੀਂ ਅੱਜ ਤੱਕ ਕੋਈ ਅੱਗੋਂ ਜਵਾਬ ਵੀ ਨਹੀਂ ਦਿੰਦੇ। ਠੀਕ ਹੈ, ਤੇ ਉਹ ਅਸੀਂ ਸਾਡੀਆਂ ਇਸ ਤਰ੍ਹਾਂ ਉਹਨੇ ਸਾਡੀ ਔਰਤ ਸਾਡੀ ਜਾਨ ਦੀ ਦੁਸ਼ਮਣ ਬਣ ਗਈ ਹੈ ਯਾਰ। ਤੁਸੀਂ ਦੇਖੋ ਉਹ ਸੀਕਰ ਗੁਸਤਾਖ ਜੇ ਸਾਲ ਤੋਂ ਲੱਗਾ ਹੋਇਆ ਕੰਮ ਕਰਨ, ਮੋਮਨ ਆਸ਼ਿਕ ਰਸੂਲ, ਉਸ ਬੰਦੇ ਨੇ नौज बिल्ला किया कि रफा हाजत वाली मोड़ी में डाल दो मेरी मोड़ी में डाल दो। मैं लफज भी नहीं कह सकता कोई की शै की सी केड़ी शै रफा हाजत वाली मोड़ी में डाल दो। ਉਹਨੂੰ ਲੈਣ ਦਾ ਸ਼ੌਕ ਆ, ਕੁਝ ਹੋਰ ਲੈ ਲਵੇ। ਉਹ ਕੋਈ ਗੁਸਤਾਖ ਨਹੀਂ, ਉਹਨੇ ਕੋਈ ਸ਼ਾਤਮੀਅਤ ਨਹੀਂ ਕੀਤੀ। ਉਹ ਦਰੂਦ ਨੂੰ ਕਹਿ ਦਿੱਤਾ ਉਹਨੇ, ਦਰੂਦ ਨੂੰ। ਯਾਰ ਤੋਬਾ ਜਿਹੜਾ ਨਬੀ ਕਰੀਮ ਸੱਲੱਲਾਹੁ ਅੱਲਾਹ ਤਾਲਾ ਨੇ ਅੱਲਾਹ ਤਾਲਾ ਫਰਮਾਉਂਦੇ ਨੇ ਕੁਰਾਨ ਦੇ ਵਿੱਚ ਕਿ ਅੱਲਾਹ ਤੇ ਉਹਦੇ ਫਰਿਸ਼ਤੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਉੱਤੇ ਦਰੂਦ ਭੇਜਦੇ ਨੇ। ਐ ਮੋਮਨੋ ਤੁਸੀਂ ਵੀ ਭੇਜੋ। ਅੱਛਾ, ਉਹ ਸੁਲਤਾਨ ਨੂੰ ਜਿਹੜਾ ਉਹ ਸਿਆਲਵੀ, ਉਹਨੇ ਕਿਹਾ ਕਿ ਉਮੁਲ ਮੋਮਿਨੀਨ, ਮੋਮਨਾ ਦੀਆਂ ਮਾਵਾਂ ਦੇ ਬਾਰੇ ਚ ਉਹਨੇ ਕਿਹਾ ਕਿ ਉਹ ਸਹੀ ਤਰ੍ਹਾਂ ਉਹਨਾਂ ਨਾਲ ਬਿਸਤਰੀ ਕਰਦੇ ਸਨ। ਇਹਨਾਂ ਸ਼ਰਮ ਹੀ ਉਹ ਕੋਈ ਗੁਸਤਾਖੀ ਨਹੀਂ। ਤਾਂ ਅਸੀਂ ਕੋਈ ਹਦੀਸ ਹੀ ਪੜ੍ਹ ਦਈਏ ਕਿ ਯਾਰ ਇਹ ਹਦੀਸ ਦੇਖੋ, ਅਸੀਂ ਸ਼ਾਤਮ, ਅਸੀਂ ਗੁਨਾਹਗਾਰ। ਤੇ ਔਰਤ ਨਾਮ ਨਹਾਦ ਅਹਿਮਦੀ ਇਹ ਕਹਿੰਦੀ ਗੁਸਤਾਖ, ਇਹ ਵੀ ਕਹਿੰਦੀ ਗੁਸਤਾਖ। ਮਾਈਕ ਵਾਲਾ ਵੀ ਕਹਿੰਦਾ ਗੁਸਤਾਖ। ਮਤਲਬ ਅਸੀਂ ਪਾਈ ਜੱਟ ਚ ਵੀ ਕਹਿੰਦਾ ਗੁਸਤਾਖ। ਇਹ ਕੀ ਚੱਲ ਰਿਹਾ ਯਾਰ, ਕੀ ਚੱਲ ਰਿਹਾ? ਦੁਸ਼ਮਣੀ ਕਰਨੀ ਹੈ? ਤੁਹਾਡੇ ਅੰਦਰ ਕੋਈ ਮਸਲਾ ਹੈਗਾ ਤੇ ਸਿੱਧੀ ਤਰ੍ਹਾਂ ਦੱਸੋ। ਕਦੀ ਕੇਸ ਕਰਵਾਉਂਦੇ ਹੋ ਸਾਡੇ ਉੱਤੇ, ਹੁਣ ਸਾਡੇ ਭਰਾ ਦੇ ਪਿੱਛੇ ਪੈ ਗਏ ਹੋ ਤੁਸੀਂ। ਉਹ ਭੁੱਖਾ ਮਰ ਜਾਵੇ, ਉਹਦੀ ਨਸਲ ਭੁੱਖੀ ਮਰ ਜਾਵੇ। ਯਾਰ ਸੈਫੀ ਭਾਈ ਹਫਤਾ ਹੋਇਆ ਦਵਾਂਗੇ ਮੋਸ਼ਰ ਭਾਈ ਜੀ ਮੈਂ ਹਫਤਾ ਹੋਇਆ ਮੈਂ ਵੀ ਸੋਚ ਰਿਹਾ ਸੀ। ਹਫਤਾ ਹੋਇਆ ਕੋਈ 10 ਮਿੰਟ ਵਾਸਤੇ ਆਉਂਦੇ ਸਨ, ਪਤਾ ਹਰ ਟਾਈਮ ਹੱਸਦੇ ਰਹਿੰਦੇ, ਤੇ ਸਿਰਫ 10 ਮਿੰਟ 15 ਮਿੰਟ ਬੈਠ ਕੇ ਨਿਕਲ ਜਾਣਾ। ਵਾਵਾ ਜ਼ਿਆਦਾ ਪਰੇਸ਼ਾਨ ਕੀਤਾ। ਹਰਗਿਜ਼ ਨਹੀਂ ਹੋਣ ਦਾਂਗੇ ਅਸੀਂ ਪਰੇਸ਼ਾਨ। ਔਰ ਐਸੇ ਅਨਾਸਰ ਨੂੰ ਅਸੀਂ ਬੜਾ ਅੱਛਾ ਜਿਹੜਾ ਨਾ ਉਹ ਕਾਨੂੰਨੀ ਤੌਰ ਦੇ ਉੱਤੇ ਕਾਬੂ ਕਰਾਂਗੇ। ਔਰ ਇਨਸ਼ਾਅੱਲਾ ਕਾਨੂੰਨ ਆਪਣਾ ਰਸਤਾ ਬਣਾਏਗਾ। ਸਾਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਹੁਣ ਤੱਕ ਹਿਆ ਕੀਤਾ, ਸ਼ਰਮ ਕੀਤੀ ਸੀ, ਔਰ ਉਹ ਕਿਸੇ ਹੋਰ ਵਜ੍ਹਾ ਤੋਂ ਕੀਤੀ ਸੀ। ਲੇਕਿਨ ਅਗਰ ਸਾਡੇ ਭਰਾਵਾਂ ਦੀਆਂ ਜਾਨਾਂ ਤੱਕ ਇਹ ਕੰਮ ਬਣੇਗਾ ਤੇ ਅਸੀਂ ਤੇ ਨਹੀਂ ਹੱਥ ਪਿੱਛੇ ਕਰਾਂਗੇ ਨਾ। ਹਾਂ, ਜਿਹੜੇ ਕੋਲ ਸਾਡੇ ਕੋਲ ਲੀਗਲ ਅਥਾਰਟੀਜ਼ ਹੈ ਨੇ, ਸਾਡੇ ਕੋਲ ਜਿਹੜੇ ਰਸਤੇ ਹੈ ਨੇ, ਅਸੀਂ ਜ਼ਰੂਰ ਇਸਤੇਮਾਲ ਕਰਾਂਗੇ। ਫਿਰ ਕਾਨੂੰਨ ਜਾਣੇ ਤੇ ਇਹ ਜਾਣੇ। ਇਹਨਾਂ ਦੀ ਵਜ੍ਹਾ ਤੋਂ ਅਸੀਂ ਮਜ਼ੀਦ ਕਿਸੇ ਭਰਾ ਦੀ, ਕਿਸੇ ਭੈਣ ਦੀ ਜ਼ਿੰਦਗੀ ਨੂੰ ਖਤਰਾਤ ਲਾਹਕ ਨਹੀਂ ਹੋਣ ਦਾਂਗੇ ਇਨਸ਼ਾਅੱਲਾ। ਸਾਡੇ ਕੋਲ ਜਿੰਨੀ ਅੱਲਾਹ ਤਾਲਾ ਨੇ ਸਾਨੂੰ ਹਿੰਮਤ ਤਾਕਤ ਦਿੱਤੀ ਹੈ, ਅਸੀਂ ਉੱਥੋਂ ਤੱਕ ਇਹਨਾਂ ਦਾ ਜ਼ਰੂਰ ਪਿੱਛਾ ਕਰਾਂਗੇ। ਉਹ ਭਾਵੇਂ ਕੋਈ ਮੌਲਵੀ ਹੋਏ ਤੇ ਭਾਵੇਂ ਨੀਮ ਮੌਲਵੀ ਹੋਏ, ਉਹ ਭਾਵੇਂ ਕੋਈ ਸਾਹਮਣੇ ਆਏ ਤੇ ਭਾਵੇਂ ਕੋਈ ਛੁਪ ਛੁਪਾ ਕੇ ਆਏ, ਉਹ ਭਾਵੇਂ ਕੋਈ ਮਰਦ ਹੋਏ ਤੇ ਭਾਵੇਂ ਕੋਈ ਔਰਤ ਹੋਏ, ਸਾਡੇ ਵਾਸਤੇ ਉਹ ਬਰਾਬਰ ਹੈ। ਸਾਡੇ ਅਗਰ ਕਿਸੇ ਭਰਾ ਨੂੰ, ਸਾਡੀ ਕਿਸੇ ਭੈਣ ਨੂੰ, ਸਾਡੇ ਕਿਸੇ ਬਜ਼ੁਰਗ ਦੀ ਜਾਨ ਨੂੰ ਅਗਰ ਖਤਰਾਤ ਬਣਨਗੇ ਔਰ ਇਸ ਮੁਲਕ ਦੇ ਵਿੱਚ ਬੈਠੇ ਹੋਇਆਂ ਬਣਨਗੇ ਖਾਸ ਤੌਰ ਕੇ, ਤੇ ਅਸੀਂ ਹਰਗਿਜ਼ ਜਿਹੜਾ ਨਾ ਉਹ ਚਾਂਸ ਨਹੀਂ ਦਾਂਗੇ ਉਹਨੂੰ ਨਾ। ਇਹ ਤੇ ਨਹੀਂ ਹੋ ਸਕਦਾ ਕਿ ਹੁਣ ਪਾਕਿਸਤਾਨ ਦੇ ਵਿੱਚ ਵੀ ਸਾਡੇ ਭੈਣ ਭਰਾਵਾਂ ਦੇ ਉੱਤੇ ਜ਼ੁਲਮ ਹੋਏ, ਉਹਨੂੰ ਇੱਥੇ ਵੀ ਆ ਕੇ ਤੇ ਜ਼ੁਲਮ ਹੀ ਕਰ ਲੈਣ, ਤੇ ਉਹ ਨਹੀਂ ਹੋਣ ਦਾਂਗੇ ਅਸੀਂ ਇਨਸ਼ਾਅੱਲਾ। ਔਰ ਅੱਲਾਹ ਤਾਲਾ ਫਜ਼ਲ ਕਰੇਗਾ। ਅਸੀਂ ਇਹਨਾਂ ਦੇ ਉੱਤੇ ਜਿਹੜਾ ਉਹ ਸਖਤ ਕਾਨੂੰਨੀ ਕਾਰਵਾਈ ਕਰਵਾਵਾਂਗੇ। ਅਦਾਲਤ ਕਾਨੂੰਨ ਦੇ ਨਾਲ ਅਸੀਂ ਮੁਤਾਲਬਾ ਕਰਾਂਗੇ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਇਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਰਹਿਮ ਔਰ ਮਿਹਰਬਾਨੀ ਵਾਲਾ ਜਿਹੜਾ ਨਾ ਸਲੂਕ ਹਰਗਿਜ਼ ਨਾ ਕੀਤਾ ਜਾਏ, ਕਿਉਂਕਿ ਇਹ ਤੇ ਬੱਚੇ ਯਤੀਮ ਕਰਵਾਉਣੀਆਂ ਨੇ, ਖੂਨ ਦੀਆਂ ਪਿਆਸੀਆਂ। ਔਰ ਕਿਸੇ ਇੱਕ ਬੰਦੇ ਦੇ ਖੂਨ ਦੀ ਪਿਆਸੀ ਨਹੀਂ, ਇਹ ਤੇ ਕਈਆਂ ਦੇ ਖੂਨਾਂ ਦੇ ਪਿਆਸੇ ਹੋ ਸਕਦੇ ਹਨ। ਔਰ ਪਾਕਿਸਤਾਨ ਦੇ ਵਿੱਚ ਇਹ ਕਈ ਅਹਿਮਦੀਆਂ ਦੀਆਂ ਜਾਨਾਂ ਵਾਸਤੇ ਅਗਰ ਇਹਨਾਂ ਦਾ ਇੱਥੇ ਜ਼ੋਰ ਨਹੀਂ ਚੱਲੇਗਾ, ਇੱਥੇ ਵਾਸ ਨਹੀਂ ਚੱਲੇਗਾ, ਤੇ ਕਿਸੇ ਪਾਕਿਸਤਾਨ ਵਿਚਾਰੇ ਕਿਸੇ ਅਹਿਮਦੀ ਨੂੰ ਜਿਹੜਾ ਨਾ ਉਹ ਸ਼ਹੀਦ ਕਰਵਾ ਦੇਣਗੇ। ਤੇ ਇਸ ਵਜ੍ਹਾ ਤੋਂ ਐਸੇ ਅਨਾਸਰ ਨੂੰ ਮੈਂ ਤੇ ਪਹਿਲੋਂ ਵੀ ਮੁਬਸ਼ਰ ਸਾਹਿਬ ਨੂੰ ਉਦੋਂ ਵੀ ਕਿਹਾ ਕਿ ਇਹਨਾਂ ਦੇ ਉੱਤੇ ਜਿਹੜਾ ਨਾ ਫੌਰੀ ਤੌਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ। ਲੇਕਿਨ ਉਹ ਅਸੀਂ ਇਹ ਸਮਝਦੇ ਹਾਂ ਕਿ ਅਹਿਮਦੀ ਨੇ ਤਾਂ ਚਲੋ ਕੋਈ ਗੱਲ ਨਹੀਂ ਹੈ, ਸ਼ਾਇਦ ਉਹ ਗਲਤੀ ਹੋ ਗਈ ਹੈ ਤੇ ਇਹ ਤਾਂ ਉਹ, ਲੇਕਿਨ ਉਹਨਾਂ ਆਪਣੀ ਗਲਤੀ ਨੂੰ ਮੁਸਲਸਲ ਦੁਹਰਾ ਕੇ ਇਹ ਸਾਬਤ ਕਰ ਦਿੱਤਾ ਕਿ ਗਲਤੀ ਨਹੀਂ ਉਹ ਜਾਣਬੁੱਝ ਕੇ ਕਰਦੇ ਪਏ।
ਔਰ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਕਰਦੇ ਪਏ ਨੇ ਔਰ ਬਕਾਇਦਾ ਨਹੀਂ ਤੁਸੀਂ ਦਹਿਸ਼ਤਗਰਦਾਂ ਕੱਲ ਦੇ ਸ਼ਾਮ ਇਸ਼ਾਰੇ ਤੇ ਗੱਲ ਐਵੇਂ ਕਿ ਤੁਸੀਂ ਜਿਹੜਾ ਨਾ ਸਵੇਰੇ ਵੇਖੋ ਤੇ ਇਨਸ਼ਾਅੱਲਾ ਪਰਸੋਂ ਕੰਮ ਸਟਾਰਟ ਕਰੋ, ਛੱਡੋ ਪਰਾਂ ਹਾਂਜੀ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਸਵੇਰੇ ਹੀ ਮੁਬਸ਼ਰ ਭਾਈ ਜਿਹੜੇ ਨੂੰ ਥਾਣੇ ਜਾਣ, ਵਕੀਲ ਕਰਨ ਤੋਂ ਆਪਣਾ ਜਿਹੜਾ ਇਹ ਮੁਬਸ਼ਰ ਸਾਹਿਬ ਅੱਜ ਦੇ ਪਰੇਸ਼ਾਨ ਨਹੀਂ ਹੈਗੇ, ਇਹ ਕਾਫੀ ਦੇਰ ਤੋਂ ਆਪਣਾ ਕੰਸਰਨ ਸ਼ੋ ਕਰ ਰਹੇ ਨੇ ਯਾਰ ਮੈਨੂੰ ਮਸਲਾ ਹੈ ਯਾਰ ਮੈਨੂੰ ਉਹਨਾਂ ਨੂੰ ਥ੍ਰੈਡ ਹੈ ਨਾ, ਉਹਨਾਂ ਨੂੰ ਸਰ ਲਾਈਵ ਥ੍ਰੈਡ ਹੈ ਨਾ, ਜਾ ਕੇ ਉੱਥੇ ਸਾਰਾ ਕੁਝ ਦੱਸਣਗੇ, ਬਾਕੀ ਉਹ ਆਪੀ ਪੁਲਿਸ ਵਾਲੇ ਜਾਣਨ ਤੇ ਜਾਣਨ। जी अस्सलाम वालेकुम। ਵਾਲੇਕੁਮ ਸਲਾਮ ਵਰਹਿਮਤੁल्लाह ਪਾਕਿस्तान जी इमरान गुफ्तगू तो मैंने अंदाज़ा होया है कि कोई है जिहड़ी खातून ने वो कोई ऐसियां चीज़ां ने ते ये खातून दे बारे च की पक्की इतला है कि कोई अपनी कोई अहमदी ने कि की है? ਇਤਲਾਹ ਇਹ ਵੇ ਕਿ ਇਹਨਾਂ ਨੇ ਗੈਰ ਅਹਿਮਦੀਏ ਕਹਿੰਦੇ ਨੇ ਕਿ ਇਹਨਾਂ ਨੇ ਕਾਫੀ ਅਰਸਾ ਪਹਿਲੋਂ ਗੈਰ ਅਹਿਮਦੀਆਂ ਦੇ ਨਾਲ ਬਹਿ ਕੇ ਤੇ ਗੈਰ ਅਹਿਮਦੀਆਂ ਨੇ ਕਿਹਾ ਸੀ ਕਿ ਮੈਂ ਜਿਹੜਾ ਨਾ ਜਮਾਤ ਛੱਡ ਚੁੱਕੀ ਹਾਂ, ਮੇਰਾ ਜਮਾਤ ਨਾਲ ਕੋਈ ਤਾਲੁਕ ਨਹੀਂ ਹੈ, ਔਰ ਜਮਾਤ ਨੇ ਇਹਨਾਂ ਦਾ ਅਖਰਾਜ ਵੀ ਕਰ ਛੜਿਆ। अच्छा इस तरह की खुदा ना खास्ता अगर सिचुएशन है इमरान तो ਉਹਦੇ ਬਾਰੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਪਾਕਿਸਤਾਨ ਤੇ ਹੈ ਨਹੀਂ ਹੈ ਤੇ ਉਹ ਪ੍ਰੋਪਰ ਇੱਕ ਥਰੂ ਪ੍ਰੋਪਰ ਚੈਨਲ ਜਿਹੜੀ ਚੀਜ਼ ਹੈ ਉਹਨੂੰ ਕਰਨਾ ਚਾਹੀਦਾ ਤੇ ਬਾਕੀ ਜਿਹੜੇ ਸਾਡੇ ਦੋਸਤ ਨੇ ਬਸ਼ਰ ਭਾਈ ਉਹ ਅੱਲਾ ਰਹਿਮ ਕਰੇ ਉਹਨਾਂ ਨੂੰ ਅਸੀਂ ਸਾਰੇ ਉਹਨਾਂ ਦੇ ਨਾਲ ਆ ਤੇ ਘਬਰਾਉਣਾ ਤੇ ਨਹੀਂ ਬਿਲਕੁਲ ਚਾਹੀਦਾ, ਅੱਲਾ ਰਹਿਮ ਕਰੇ, ਡਰਨਾ ਡਰਨਾ ਕੀ ਹੁੰਦਾ ਲੇਕਿਨ ਇਹ ਵੀ ਕਿ एहतियात पूरी करनी चाहिए और जोड़े स्टैप्स ने सारे लाने चाहिए ने जोड़ा कि हर बंदे का राइट भी होंगे तो अल्लाह ताला खैर करे। बाकी साड़ी अहमदियां दी नेचर च ते अल्लाह रहम करे कोई ऐसी चीज़ है ही नहीं, असी डरना डरना की होंगे किसी को, लेकिन क्योंकि साड़ी तालीम है नहीं डरे तो असी इन्हां दे वड्डियां कोल नहीं है ते इन्हां कोल की डरना है, लेकिन वो पाकिस्तान भाई सूरत हाल कुछ इस तरह दी ही कि ये खुद ਨੂੰ ਅਹਿਮਦੀ ਜ਼ਾਹਿਰ ਕਰਦੀਆਂ ਸਨ ਔਰ ਅੰਦਰ ਖਾਤੇ ਇਹਨਾਂ ਨੇ ਜੋ ਨਾ ਇਨਫੋਰਮੇਸ਼ਨਸ ਵਗੈਰਾ ਉਹ ਲੀਕ ਕੀਤੀਆਂ, ਕੁਝ ਖਵਾਤੀਨ ਵਗੈਰਾ ਦੀਆਂ ਕੁਝ ਮੈਸੇजेस ਵਗੈਰਾ ਇਹਨਾਂ ਨੇ ਲੀਕ ਕੀਤੇ, ਉਹ ਵਿਚਾਰੀਆਂ ਦੇ ਪਰਸਨਲਸ ਸਨ ਔਰ ਉਹਨਾਂ ਦੇ ਉੱਤੇ ਵੀ ਇਹ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਗੁਸਤਾਖ ਨੇ, ਕਿਉਂਕਿ ਅਗਰ ਦੁਸ਼ਮਣ ਉਹ ਮਖੌਟਾ ਪਾ ਕੇ ਦੋਸਤੀ ਦਾ ਆਏਗਾ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿਹੜੇ ਦੇ ਮਕਸਦ ਕੀ ਨੇ ਤੇ ਕਰਨਾ ਕੀ ਚਾਹ ਰਿਹਾ, ਉਹ ਨਹੀਂ ਸਾਨੂੰ ਉਹ ਸਮਝ ਆਈ ਨਾ। ਅਸੀਂ ਕਿਸੇ ਹੋਰ ਮਤਲਬ ਪੁਆਇੰਟ ਤੇ ਤਾਂ ਕਿ ਚਲੋ ਬਜ਼ੁਰਗ ਨੇ ਜਾਂ ਵੱਡੀ ਨੇ ਤੇ ਉਹ ਬਾਜ਼ ਦਫਾ ਨਾਰਾਜ਼ਗੀਆਂ ਔਰ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਚਲੋ ਕੋਈ ਗੱਲ ਨਹੀਂ, ਲੇਕਿਨ ਉਹ ਤੇ ਵਕਤ ਦੇ ਨਾਲ ਹੁਣ ਪਤਾ ਚੱਲਣ ਡਿਆ ਕਿ ਉਹ ਕੋਈ ਨਾਰਾਜ਼ਗੀਆਂ ਨਹੀਂ ਸਨ, ਉਹ ਕੋਈ ਇਸ ਕਿਸਮ ਦੇ ਮਾਮਲਾਤ ਨਹੀਂ ਸਨ, ਉਹ ਸੋਚੀ ਸਮਝੀ ਪਲੈਨਿੰਗ ਦੇ ਮੁਤਾਬਕ ਸਾਰਾ ਕੁਝ ਹੋ ਰਿਹਾ ਸੀ ਔਰ ਉਹਦੇ ਨਤਾਇਜ ਜਿਹੜੇ ਨੇ ਆ ਰਹੇ ਨੇ। तो असी हुण इंतज़ार नहीं कर सकते कि किसी भरा कोई जख्मी होए या उन्होंने कोई इस किस्म के शदीद खतरात लाहक होन या किसी की जान चली जाए, क्योंकि ये एहसास मामला है, इसकी वजह तो जां तो होए ना कि जाना गईयां नहीं तो असीं कहिए कि हाँ नहीं गईयां कोई मसला नहीं, ये किहड़ा हुंदा। हुण सानूं ये भी पता है कि इसकी वजह तो ही जाना गईयां ने और बेशुमार लोग इस दज्जालियत दा और इस किस्म के वाक़ियात दा शिकार होए ने, तो असीं क्यों इंतज़ार करिए, ਉਹਦਾ हल यही है ਜੀ ਜੀ। ਤੇ ਅਸੀਂ ਸਾਨੂੰ ਜਿਹੜਾ ਨਾ ਇਹਨਾਂ ਦੇ ਖਿਲਾਫ ਪਾਕਿਸਤਾਨ ਭਾਈ ਗੱਲ ਸੁਣਿਓ ਇੱਕ ਮਿੰਟ, ਤੁਸੀਂ ਦੇਖੋ ਯਾਰ ਇਹਨਾਂ ਨੂੰ ਅਗਰ ਨਾਰਾਜ਼ਗੀ ਸੀ ਕੋਈ, ਇਹਨਾਂ ਤੋਂ ਜਾ ਕੇ ਕਿਹੜੇ ਕਿਹੜੇ ਬੰਦੇ ਨੇ ਮਾਫੀ ਨਹੀਂ ਮੰਗੀ, ਕਿਹੜੇ ਕਿਹੜੇ ਬੰਦੇ ਨੇ ਨਹੀਂ ਜਾ ਕੇ ਇਹਨਾਂ ਨੂੰ ਸਮਝਾਇਆ। ਮੈਂ ਖੁਦ ਮਾਫੀ ਮੰਗੀ ਆ, 112 ਨੇ ਮਾਫੀ ਮੰਗੀ ਏ। ਉਸ ਤੋਂ ਬਾਅਦ ਸਾਡੇ ਜਿਹੜੇ ਵੱਡੇ ਨੇ ਮੁਰੱਬੀ ਸਾਹਿਬ ਨੇ, ਸ਼ਾਹਦ ਸਾਹਿਬ ਜਿਹੜੇ ਨਸਾਰੁੱਲਾ ਦੇ ਨਾਮ ਤੋਂ, ਉਹ ਗਏ ਨੇ, ਉਹਨਾਂ ਨੇ ਜਾ ਕੇ ਇਹਨਾਂ ਤੋਂ ਮਾਫੀ ਮੰਗੀ ਹੈ, ਇਹਨਾਂ ਨੂੰ ਜਾ ਕੇ ਸਮਝਾਇਆ ਹੈ, ਲੇਕਿਨ ਇਹ ਬਾਜ਼ ਹੀ ਨਹੀਂ ਆ ਰਹੇ ਯਾਰ। ਕਿਹੜੀ ਨਾਰਾਜ਼ਗੀ ਹੈ ਯਾਰ ਇਹ, ਯਾਰ ਇਹ ਕਿਸ ਤਰ੍ਹਾਂ ਦੀ ਨਾਰਾਜ਼ਗੀ ਹੈਗੀ ਹੈ ਯਾਰ। ਪੈਰਾਂ ਨੂੰ ਹੱਥ ਲਾ ਲਏ ਇਹਨਾਂ ਨੂੰ, ਇਹਨਾਂ ਦੀ ਮਾਫੀਆ ਮੰਗ ਲਏ, ਤਰਲੇ ਕਰ ਲਏ ਇਹਨਾਂ ਦੇ ਯਾਰ, ਨਾਰਾਜ਼ਗੀ ਨਹੀਂ ਖਤਮ ਹੋ ਰਹੀ ਇਹਨਾਂ ਦੀ ਯਾਰ। ਬੰਦੇ ਤੇ ਕਤਲ ਫਿਰ ਐਵੇਂ ਦੇਖੋ, ਚੰਦਾ ਨੇ ਉੱਥੇ ਕੀ ਡਰਾਮਾ ਲਾਇਆ ਸੀ ਰਵਾਡੇ ਦੇ ਉੱਤੇ, ਉਹ ਹਸਪੀਟਲ ਦੇ ਉਹ ਫਾਰਮੇਸੀ ਦੇ ਬਾਹਰ, ਹਸਪੀਟਲ ਦੇ ਬਾਹਰ ਕੀ ਡਰਾਮਾ ਉਹਨੇ ਲਾਇਆ ਸੀਗਾ। ਉੱਥੇ ਬੱਚੇ ਨੂੰ ਕਿਵੇਂ ਉਹਨੇ ਜਾਨ ਦੇ ਲਾਲੇ ਪਾਤੇ ਸਨ, ਕਿਵੇਂ ਉਹਨੇ ਦੁਨੀਆ ਇਕੱਠੀ ਕਰ ਲਈ ਸੀ। ਆਜੋ ਆਜੋ ਆਜੋ, ਡਾਲੇ ਆ ਰਹੇ ਨੇ, ਡਾਲੇ ਆ ਰਹੇ ਨੇ ਯਾਰ। ਇਹ ਤਾਂ ਉਹ ਕੰਮ ਕਰ ਰਹੀ ਹੈ ਔਰਤ। ਉੱਥੇ ਤਾਂ ਚਲੋ ਹੋ ਸਕਦਾ ਹੈ ਹੁਣ ਬਾਹਰ ਦੇ ਮੁਲਕ ਵੀ ਰਹਿ ਕੇ ਮੁੰਡੇ ਅਗਰ ਮਹਿਫੂਜ਼ ਨਹੀਂ ਹੈਗੇ ਫਿਰ ਤਾਂ ਤੋਬਾ ਹੀ ਹੈ ਨਾ। ਜੀ ਅਕੀਲ ਭਾਈ ਇੱਥੇ ਨਾ ਜੀ ਡਰਨ ਦੀ ਗੱਲ ਹੋ ਰਹੀ ਸੀ, ਮੈਂ ਉਹਨੂੰ ਥੋੜਾ ਜਿਹਾ ਐਕਸਪਲੇਨ ਕਰਦਾ। ਪਾਕਿਸਤਾਨ ਭਾਈ ਅਸੀਂ ਬਿਲਕੁਲ ਨਹੀਂ ਡਰਦੇ, ਅਗਰ ਡਰਦੇ ਹੁੰਦੇ ਤੇ ਅਸੀਂ ਖੁਦਾ ਔਰ ਉਹਦੇ ਦੀਨ ਵਾਸਤੇ ਇੰਨੀ ਜ਼ਿਆਦਾ ਸਾਡੀਆਂ ਸ਼ਹਾਦਤਾਂ ਨਾ ਹੁੰਦੀਆਂ,
ਇੰਨੀਆਂ ਜ਼ਿਆਦਾ ਸਾਡੀ ਪ੍ਰਾਪਰਟੀਜ਼ ਨੂੰ ਨੁਕਸਾਨ ਨਾ ਪਹੁੰਚਾਇਆ ਜਾਂਦਾ। ਲੇਕਿਨ ਉਹ ਸਾਡਾ ਜਿਹੜਾ ਭਰਾ ਹੈ ਨਾ, ਉਹ ਆਇਆ ਸੀ ਇਸ ਬਰੋਡ ਤੇ, ਔਰ ਉਹਦੀ ਆਵਾਜ਼ ਵੀ ਕੰਬ ਰਹੀ ਸੀ। ਈਵਨ ਉਹ ਮੈਡੀਕੇਸ਼ਨ ਤੇ ਚਲਾ ਗਿਆ ਬਕੌਲ ਉਹਦੇ। ਉਹ ਕਹਿੰਦਾ ਮੈਂ ਮੈਡੀਕੇਸ਼ਨ ਲੈ ਰਿਹਾ, ਮੈਂ ਸਾਈਕੈਟ੍ਰਿਸਟ ਨੂੰ ਚੈੱਕ ਕਰਵਾਇਆ ਹੈ ਔਰ ਮੈਂ ਬਹੁਤ ਜ਼ਿਆਦਾ ਮਤਲਬ ਮੈਂਟਲੀ ਟੌਰਚਰ ਹੋਇਆ। ਇਹਨਾਂ ਦੇ ਬਾਰ-ਬਾਰ ਇਹਨਾਂ ਨੇ ਇੰਨੀ ਕੁ ਉਹਦੀ ਵਿਚਾਰੇ ਦੀ ਆਡੀਓ ਚਲਾਈ ਆਪਣੀ ਬਰੋਡਾਂ ਤੇ ਕਿ ਉਹ ਵਾਕਈ ਉਹ ਮਤਲਬ ਟਰਾਮਾ ਵਿੱਚ ਚਲਾ ਗਿਆ ਸੀ। ਤੇ ਇੰਜ ਹੋ ਜਾਂਦਾ ਹੈ, ਇਨਸਾਨ ਆ ਅਸੀਂ ਵੀ ਕੋਈ ਮਤਲਬ ਸਾਡੇ ਅੰਦਰ ਵੀ ਇਨਸਾਨਾਂ ਵਾਲੇ ਦਿਲ ਨੇ, ਉਹੀ ਜਿਗਰ ਨੇ, ਕੋਈ ਐਸੀ ਗੱਲ ਨਹੀਂ ਹੈ। ਤੇ ਉਹ ਵਿਚਾਰਾ ਨਾ ਬਹੁਤ ਜ਼ਿਆਦਾ ਡਰਿਆ ਸੀ। ਅਸੀਂ ਉਹਨੂੰ ਹੌਸਲਾ ਦਿੱਤਾ ਹੈ ਔਰ ਇਨਸ਼ਾ ਤਾਲਾ ਅਸੀਂ ਉਹਦੇ ਨਾਲ ਖੜੇ ਹਾਂ, ਹਰ ਤਰ੍ਹਾਂ ਦੇ ਨਾਲ, ਹਰ ਤਰ੍ਹਾਂ ਦੀ ਹੈਲਪ ਵਾਸਤੇ ਅਸੀਂ ਉਹਦੇ ਨਾਲ ਖੜੇ ਹਾਂ ਜੀ। ਜਜ਼ਾਕੱਲਾ जी अल्लाह ताला खैर करे, अल्लाह में अपना फजल करे, अल्लाह में सब अहमियत दी पूरी दुनिया 'ਚ हर जगह ते हिफाजत करे। और अगर जिस तरह तुसीं मामला दस रहे हो, इन्ना अगर सीरीयस चीज़ है वे तो उन्होंने फौरी तौर पर बाय लॉ हर चीज़ करनी चाहिए है, तो देर नहीं करनी चाहिए। ਇਹੀ ਗੱਲ ਕਹੀ ਹੈ ਸਰ। ਸਾਡੇ ਜੀ ਡਾਕਟਰ ਸਾਹਿਬ ਹੋਏਗਾ। ਸਰਗੋਦਾ ਦੇ ਵਿੱਚ ਉਹ ਇਤਨੇ ਉਹਨਾਂ ਨੂੰ ਥ੍ਰੈਟ ਆਉਂਦੇ ਸਨ, ਉਹਨਾਂ ਨੇ ਫਿਰ ਵੀ ਇਤਨੇ ਨਾਈਸ ਬੰਦੇ ਸਨ, ਉਹਨਾਂ ਨੇ ਖਲਕੇ ਖੁਦਾ ਦੀ ਖਿਦਮਤ ਜਾਰੀ ਰੱਖੀ। ਆਸੇ ਪਾਸੇ ਵਾਲੇ ਜਿਹੜੇ ਪਿੰਡਾਂ ਵਾਲੇ ਨੇ ਉੱਥੋਂ ਫ੍ਰੀ ਇਲਾਜ ਕਰਵਾ ਕੇ ਜਾਂਦੇ ਸਨ ਉਹਨਾਂ ਕੋਲੋਂ, ਠੀਕ ਹੈ, ਗੈਰ ਅਹਿਮਦੀ। ਉਹ ਦੇਖ ਲਓ, ਉਹਨਾਂ ਦੀ ਵੀਡੀਓ ਵੇਖੀ ਸਾਰੇ ਭਾਈਆਂ ਨੇ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਤਾਂ ਅੱਗੇ ਸਾਡੇ ਖੂਨ ਦੇ ਪਿਆਸੇ ਨੇ ਲੋਕੀ ਯਾਰ। ਤੇ ਇਹ ਔਰਤ ਜਿਹੜੀ ਹੁੰਦੀ ਹੈ, ਐਵੇਂ ਦੀਆਂ ਔਰਤਾਂ ਹੁੰਦੀਆਂ ਨੇ, ਇਹ ਤਾਂ ਮੈਂ ਕਹਿੰਦਾ ਦੁਨੀਆ ਮਰਵਾ ਦਿੰਦੀ ਹੈਗੀ, ਲੱਖਾਂ ਲੋਕੀ ਮਰਵਾ ਦਿੰਦੇ ਨੇ ਐਵੇਂ ਦੀਆਂ ਔਰਤਾਂ। ਤੇ ਬਾਜ਼ ਹੀ ਨਹੀਂ ਆ ਰਹੀ ਨਾ ਇਹਨੂੰ ਕੁਛ ਕਿਹਾ ਹੈ ਕਦੀ, ਨਾ ਇਹਦਾ ਕੋਈ ਜ਼ਿਕਰ ਕੀਤਾ ਹੈ, ਨਾ ਇਹਦਾ ਕੋਈ ਨਾਮ ਲਿਆ ਹੈ। ਇਹਨੇ ਇਲਜ਼ਾਮ ਲਾਏ, ਇਹਨੇ ਕਿਹਾ ਮੈਨੂੰ ਹਲਫ ਦਿਓ, ਇਹਨੂੰ ਕੁਰਾਨ ਦੇ ਉੱਤੇ ਹਲਫ ਦਿੱਤੇ ਨੇ, ਇਹ ਫਿਰ ਵੀ ਨਹੀਂ ਬਾਜ਼ ਆ ਰਹੀ। ਐਫੀ ਭਾਈ, ਦੁਨੀਆ ਦੇ ਵਿੱਚ ਜਿੰਨੇ ਵੱਡੇ ਵੱਡੇ ਵਾਰੀਅਰ ਹੋਏ ਨੇ ਨਾ, ਜਿਹੜੇ ਜੰਗਾਂ ਤੋਂ ਨਹੀਂ ਹਰੇ ਜਾਂ ਉਹਦੇ ਵਿੱਚ ਕਤਲ ਜਾਂ ਸ਼ਹੀਦ ਨਹੀਂ ਹੋਏ, ਔਰ ਜਿੰਨੇ ਵੀ ਵੱਡੇ ਕੋਈ ਬੰਦੇ ਹੋਏ ਨੇ ਇਸ ਦੁਨੀਆ ਤੇ, ਉਹਨਾਂ ਨੂੰ ਇੱਕ ਔਰਤ ਨਹੀਂ ਮਰਵਾਇਆ ਹੈ ਔਰ ਔਰਤ ਹੀ ਆਈ ਏ ਆਪਣਾ ਰੂਪ ਧਾਰ ਕੇ। ਔਰ ਆਈ ਥਿੰਕ ਸ਼ੀ ਪ੍ਰੀਟੈਂਡ ਟੂ ਬੀ ਓਪਰੈਸਡ, ਸ਼ੀ ਪ੍ਰੀਟੈਂਡ ਟੂ ਬੀ ਇਨੋਸੈਂਟ, ਲੇਕਿਨ ਉਹ ਇਸ ਤਰ੍ਹਾਂ ਹੈ ਨਹੀਂ। ਉਹਦਾ ਸਾਰਾ ਜਿਹੜਾ ਲਹਿਜਾ ਆਰਟੀਫਿਸ਼ੀਅਲ ਹੈ ਔਰ ਆਪਣੇ ਆਪ ਨੂੰ ਮਜ਼ਲੂਮ ਸਾਬਤ ਕਰਕੇ ਉਹਨੇ ਪਹਿਲਾਂ ਸਿੰਪਥੀਜ਼ ਲੀਆਂ ਨੇ ਆਪਣੇ ਸੋ ਕਾਲਡ ਮੁਸਲਮਾਨ ਭਾਈਆਂ ਦੀਆਂ, ਔਰ ਉਸ ਤੋਂ ਬਾਅਦ ਉਹ ਇਸ ਪ੍ਰੋਪੇਗੇਸ਼ਨ ਦਾ ਹਿੱਸਾ ਬਣੀ ਹੈ, ਇਸ ਪ੍ਰੋਪੇਗੰਡਾ ਦਾ ਹਿੱਸਾ ਬਣੀ ਹੈ। ਕੁਛ ਤੇ ਸਾਡੇ ਭਰਾਵਾਂ ਨੇ ਵੀ ਸਪੋਰਟ ਕੀਤਾ ਵੇ। ਬੇਸ਼ੱਕ ਇਹ ਬਾਜੀ ਗੌਸਰ ਵੀ ਆਈਆਂ ਨੇ ਨੀਚੇ, ਔਰ ਇਹ ਉਹਨਾਂ ਦੇ ਕਰੀਬ ਬਹਿੰਦੀਆਂ ਰਹੀਆਂ ਨੇ, ਔਰ ਮੁਲਵਸ ਨੇ, ਪਤਾ ਹੈ ਕਿ ਇਹ ਮੁਲਵਸ ਨੇ, ਬਰਾਬਰ ਦੀਆਂ ਸ਼ਰੀਕ ਨੇ ਇਹ ਵੀ। ਹਾਂ, ਇਹ ਵੀ ਉਸ ਪ੍ਰੋਪੇਗੈਂਡਾ ਦਾ ਹਿੱਸਾ ਬੈਠੀਆਂ ਰਹੀਆਂ ਨੇ। ਹੁਣ ਕੌਸਰ ਬਾਜੀ, ਉਹ ਤੁਹਾਡੀ ਮੋਹਤਰਮਾ ਭੈਣ ਦੀ ਵਜ੍ਹਾ ਤੋਂ, ਸਫੀਆ ਸਾਹਿਬਾ ਦੀ ਵਜ੍ਹਾ ਤੋਂ ਕੁਝ ਲੋਕਾਂ ਦੀ ਜਾਨ ਨੂੰ ਸ਼ਦੀਦ ਖਤਰਾਤ ਨੇ। ਹੁਣ ਕੀ ਕਰੀਏ ਇਹਨਾਂ ਦਾ? ਤੁਸੀਂ ਵੀ ਆਪਣੀ ਰਾਏ ਤੋਂ ਸਾਨੂੰ ਜ਼ਰਾ ਥੋੜਾ ਜਿਹਾ ਜ਼ਾਹਰ ਕਰੋ ਕਿ ਉਹ ਵਿਚਾਰਿਆਂ ਦੇ ਖਿਲਾਫ ਇਹਨਾਂ ਜਿਹੜਾ ਪ੍ਰੋਪੇਗੈਂਡਾ ਕੀਤਾ ਹੈ, ਉਹਨਾਂ ਦੀਆਂ ਆਡੀਓਜ਼ ਵੀਡੀਓ ਜੋ ਆਪਣੀ ਬਰਾੜ ਤੇ ਚਲਾਉਂਦੀਆਂ ਰਹੀਆਂ ਨੇ ਔਰ ਚਲਵਾਉਂਦੀਆਂ ਰਹੀਆਂ ਨੇ, ਉਹਨਾਂ ਦੀ ਵਜ੍ਹਾ ਤੋਂ ਹੁਣ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨਾ ਉਹ ਖਤਰਾਤ ਨੇ। ਔਰ ਅਸੀਂ ਨਹੀਂ ਇਸ ਚੀਜ਼ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰ ਸਕਦੇ, ਅਸੀਂ ਇਸ ਚੀਜ਼ ਨੂੰ ਨਹੀਂ ਈਜ਼ੀ ਲੈ ਸਕਦੇ ਕਿ ਉਹ ਠੀਕ ਹੈ, ਕੁਛ ਵੀ ਨਹੀਂ ਹੁੰਦਾ। ਅਸੀਂ ਕਿਉਂ ਇੰਜ ਕਹੀਏ ਕਿ ਕੁਛ ਵੀ ਨਹੀਂ ਹੁੰਦਾ? ਜਾਂ ਤੇ ਹੋਇਆ ਹੋਇਆ ਨਾ ਕਿ ਕੁਛ ਨਹੀਂ ਹੁੰਦਾ, ਤੇ ਫਿਰ ਤਾਂ ਬੰਦਾ ਕਹਿ ਸਕਦਾ ਕਿ ਕੁਛ ਵੀ ਨਹੀਂ ਹੁੰਦਾ। ਸਾਡੇ ਸਾਹਮਣੇ ਇੱਕ ਬੇਸ਼ੁਮਾਰ ਲੋਕਾਂ ਨੂੰ ਇਹਨਾਂ ਕਤਲ ਕੀਤਾ ਹੈ, ਉਹ ਤੇ ਜਾਹਲ ਨੇ, ਸੂਰਾਂ ਹਾਰੋ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹ ਇਨਸਾਨ ਨੂੰ ਜਿਹੜਾ ਨਾ ਉਹ ਅਸੀਂ ਨਹੀਂ ਇੰਜ ਕਰ ਸਕਦੇ। ਉਹ ਤੇ ਸੂਅਰ ਨੇ, ਔਰ ਸੂਅਰ ਜਿਹੜਾ ਹੁੰਦਾ ਉਹ ਨਹੀਂ ਵੇਖਦਾ ਕਿ ਉਹ ਅੱਗੇ ਕੀ है तो पीछे की। और इन्होंने सूअरों के झुंड में बैठकर उनको जो है वो प्रवोक किया हुआ है। अब इनकी प्रवोकेशन की वजह से, इनकी इन मामलात की वजह से जो इन्होंने किए हैं और जो इन्होंने प्रोपोगेंडा किया, उसकी वजह से अब कुछ दोस्त जो हैं, भाई जो हैं, उनकी जानों को खतरा है, बल्कि बहनों की जानों को खतरा है जो इन्होंने ऑडियोज वगैरह लीक की हुई हैं, सीकर तक पहुंचाई हुई हैं। तो अब आप बताएं, आप भी बहन हैं, तो अब इनके खिलाफ क्या कानूनी कार्रवाई नहीं होनी चाहिए? क्या कानून को हमें नहीं बताना चाहिए? क्या अदारों को हमें नहीं बताना चाहिए कि ये खतून है और इसकी वजह से ये मुख्तलिफ लोगों की जानों को खतरात लाक हुए हैं? बताएं आप भी। बाजी अपनी कोई राय देना चाहें तो ऊपर भी आ सकती हैं। हाँ, वो ऊपर आकर भी दे सकती हैं अगर उन्होंने नीचे उनके साथ बैठती हैं, क्लोज हैं उनके साथ, तो अगर नहीं तो हमारा पैगाम ही उन तक पहुँचा दें कि हमारे एक भाई को और भी भाइयों को हो सकता है, ज़िंदगी का बहुत शदीद ख़तरा है
और वो अपने काम में तवज्जो भी नहीं दे रहे और कोमा में चले गए हैं तकरीबन। और रोज़ उनकी राखी हो रही है और ख़त्म नबूवत के मुजाहिद उनका सर तन से जुदा करने के ताबे हैं और कुछ नहीं उनके है। प्यासे बने हुए हैं, उनके उनसे खून के ਜਿਹੜਾ प्यासे ना- बने हुए हैं। चाहती हैं तो उन्हें दें कि ਤੁਸੀਂ आप ਜਿਹੜਾ ਨਾਮਜ਼ਦ ਇਹਨੂੰ ਕਰੋ ਉੱਥੇ, ਤੇ ਜਿਹੜੇ ਉਹਦੇ ਨਾਲ ਬਹਿੰਦੇ ਨੇ ਉਹਨਾਂ ਨੂੰ ਉਹਦੇ ਕਰਿੰਦੇ ਬਣਾਓ ਕਿ ਇਹ ਸਪੋਰਟ और ਕਰਦੇ ये ਨੇ ਨਾਲ। मोहतरमा जो हमारी बहन नीचे आई हैं ये भी अहमदी हैं, माशाल्लाह अपने आप को अहमदी क्लेम करती हैं। तो इनसे इतना ही सवाल है कि क्या आप अपने एक अहमदी भाई की जान की हिफाजत करेंगी, उसको प्रोटेक्ट करेंगी, या अपनी एक तल्लक और रिश्तेदारी को निभाते हुए अपनी उस बहन की तरफदारी करेंगी? सिर्फ ये इतना छोटा सा इनसे सवाल है, ये ऊपर आए। खून की प्यासी हुई हैं जो दहशतगर्दों के साथ मिलकर अहम जी। ऐसी कौम है, एक मैनेजर बैंक में मुसलमान है, मैनेजर वो मतलब सरकारी मुसलमान है, वो अपने गार्ड को कहता है कि यार तुम आधा आधा घंटा नमाज पे लगा के आ जाते हो, तुम फर्ज पढ़ो और बाकी जो ये एक दो सुनते हैं ये पढ़ो और वापस आया करो। तुम कौन से उधर नवाफल पढ़ना शुरू कर देते हो। उस बंदे ने क्या किया, उसको फायर मारा, कत्ल कर दिया, वीडियो है उसकी, बाहर निकल के नारे लगा दिए और उस बंदे को कहने लगे कादियानी है, कादियानी है, कादियानी है। जब वो इंटेरोगेशन की पता चला कि वो तो है ही, वो अहमदी था ही नहीं वो बंदा, जमात के साथ उसका तल्लुक ही कोई नहीं था दूर दूर तक। ये तो ऐसी कौम है। हमारे उधर एक बुजुर्ग, उसको छुड़े मारे रवा के अड्डे के ऊपर, छुड़े मारे बंदे ने बगैर किसी वजह के। और इस औरत को शर्म नहीं आती यार। इस औरत ने सारे मामला सुने होंगे, देखे होंगे कैसे हमारे लोगों को शहीद किया जाता है। हमारे एक बहुत मशहूर डॉक्टर थे फैसलाबाद में, डॉक्टर शमस, उनकी कब्र है उधर कब्रिस्तान में। उन बेचारों को सिर्फ उनकी फेमस होने की वजह से उनको फैसलाबाद में, जहां पे उनको गवर्नमेंट ने वो दिया हुआ था घर, वहां पे घुस के उनको कत्ल किया गया। उनको सारी, जब उनका पोस्टमार्टम हुआ ना भाइयों, उनके पेट से क्या निकला, रुई। उनको रुई खिलाते रहे, उनको रुई उनके मुंह में डालते रहे, उनकी और उनकी बीवी के। और यार इतने जुल्म यार हम पे। और ये औरत सोशल मीडिया पे बैठ के हमें इस तरह का वो नैरेटिव पेश कर रही है, गालीबाज, शातम, कभी कोई बात। और कौन सी गालियां निकाल दी हैं यार, कौन सी शातमियत कर दी है कि तुम हमारे खून के प्यासी होगी हो, तुम हमारी, तुम्हें तुम्हारे मुंह को खून लगा हुआ है। तुम चाहती हो कि हमारे जो लोग हैं वो काम ना कर सकें, वो बाहर ना निकलें, वो रोजी ना कमा सकें, वो बाहर निकलें तो वो कत्ल हो जाए, उनके घरों को जला दिया जाए। क्या चाहती हो तुम? तुम्हारे सीकर ने बोला था उस वक्त कि हम इनकी मस्जिद फजल के भाई जाएंगे इकट्ठे होके। क्या मकसद था उसका ये बात करने का? और तुम्हारा वो भाई है। और उस बंदे ने खुद इतनी बड़ी शातनियत की है, तुमने कभी एक लफ्ज नहीं बोला कि इसने यार ये कितनी गलत बात की है। और तुम उधर आमर नजीर कह रहे हैं कि इनके घरों का पता करो, इनके रिश्तेदारों का पता करो, इनके पीछे जाओ, इनकी गर्दनें मारो। और भाई कौन सा जिहाद, कौन सा वो जिहाद की तालीम दे रहा है वो बगैरत? इटली में बैठ के उसको जिहाद याद आया हुआ है, बगैरत को कत्लो गारत की तालीम दे रहा है वो बंदा वहां पे बैठ के। और तुम बिल्कुल उसका उनका साथ दे रही हो। कोई तुम में हया शर्म नहीं है तुम में। पता नहीं क्या तुम्हारी जिंदगी है, क्या तुम्हारे मामलात हैं, कोई पता नहीं तुम्हारे कोई बच्चे भी हैं या नहीं। चलो बच्चों, अपने बच्चों को देख के किसी और के बच्चे पे तरस आ जाता है बंदे को। जालिम औरत। खून की प्यासी, जी बिल्कुल। खून की प्यासी हैं। और खून का कोई भी प्यासा हो तो डायरेक्ट जो उसका, जो हम हमारे पास, अब हम तो खुद कुछ नहीं करेंगे, हम कानून को बताएंगे और कानून खुद अपना रास्ता बनाएगा। उससे हमें क्या है। अब इन्होंने अगर कुछ किया है तो फिर ये भुगतेंगी। और हमारे सामने है भाई। शोएब राजा ਦੇ ਕਮੈਂਟ ਮਿਊਟ ਕਰ ਦੋ जी सीसीटीवी भाई। ਮੈਂ ਕਿਹਾ ਸ਼ੋएब ਰਾਜਾ वो कह रहे हैं शोएब राजा ਉਹ का ਨਾ comment ਦੂਸਰੇ mute कर ਪਾਸੇ ਕਨਵਰਟ ਕਰ ਰਿਹਾ ਕਿ ਮਾਮਲਾ ਦੂਸਰੇ ਪਾਸੇ ਨੂੰ ਚੱਲ ਜੇ। दें। देखें, मैं इमरान भाई ये बात करना चाहता हूँ कि ये उनकी कौन सी ये किस किस्म के इनका मेंटल लेवल है कि जो एक कम्युनिटी ऑलरेडी विक्टिम ऑफ परसिक्यूशन है तो उसके खिलाफ ये मतलब प्रोपेगेंडा कर रही है। किसी ताकतवर के खिलाफ नहीं करती जो शातमियत करते हैं। सियाल जंग वाला हो गया, सीकर हो गया, ये शार्प शूटर हो गया, और भी ये आमर नज़ीर हो गया, जिन्होंने खुली खुली गुस्ताखियाँ की हैं, उनके खिलाफ कोई नहीं ये खड़ा होने वाली। अगर इसको मतलब इतना ज़्यादा शौक़ था ये शातमियत सुनने का और शातम डिक्लेयर करने का तो उनके खिलाफ ये आवाज़ उठाती। हम तो ऑलरेडी इस चीज़ का शिकार हैं और हमारी जानें हम शहीद हुए हैं इतने ज़्यादा, और हमारे भाइयों ने की भी नहीं है।
उसकी कांट ਇਹਨੂੰ चांट ਮਿਊਟ ਕਿਉਂ के ਨਹੀਂ उसकी ਲਾਉਂਦੇ जो ਪਏ ऑडियो ਸ਼ੁਏਬ है, ਰਾਜਾ ਨੂੰ? कोई नहीं, उसको लगा रहा कांट मेरा चाट गला के दबाओ उसकी बरा। जो ऑडियो है वो पेश की जाती है, हालांकि उसने बेचारे ने ऐसा कोई उसका ना इरादा था ना उसने की है। तो देख लें फिर, ये इनका है सूरत हाल। मर्द केड़ा जे, ये अस्सलाम मर्द वालेकुम ले आओ। गजनी भाई। ਅੱਧੀ ਗੱਲ ਕਰਨ के ਦੇ राजा साहब, अगर आपके घर में कोई मर्द है तो वो ले आए, कोई मसला नहीं है, आप मर्द को लेकर आ सकते हैं। अगर आपको लगता है कि आपके घर में कोई मर्द है, ਮੈਂ कोई मसला नहीं है। ਸ਼ੇਬ ਰਾਜਾ ਸਾਹਿਬ ਤੁਹਾਡੇ ਕੋਲ ਮਰਦ ਹੀ ਰਿਸ਼ਤਾ ਲੈਣ ਐਡਾ ਗਏ ਸਨ ਮਰਦ ਦਾ ਬੱਚਾ ਹੁੰਦਾ, ਐਡਾ ਮਰਦ ਦਾ ਬੱਚਾ ਹੁੰਦਾ ਤੇ ਉੱਥੇ ਆਪਣੇ ਪਿਓ ਨੂੰ ਮਿਲਿਆ ਹੈ ਉਹਨੂੰ ਜੱਗਾ ਇੱਕ ਮਿੰਟ ਖਲੋ ਕੇ ਜਾ ਯਾਰ, ਖਲੋ ਜਾ। ਸਿਰਫ ਤੁਹਾਨੂੰ ਡੀਟਰੈਕਟ ਕਰਨ ਆਇਆ ਹੈ। ਤੁਹਾਡੇ ਕੋਲ ਮਰਦ ਹੀ ਐਡਾ ਤੂੰ ਰਿਸ਼ਤਾ ਲੈਣ ਮਰਦ ਦਾ ਗਏ ਸਨ ਬੱਚਾ। ਤੇ ਰਿਸ਼ਤਾ ਬਕਾਇਦਾ ਜਾ ਕੇ ਮੰਗਿਆ ਗਿਆ ਸੀ, ਜਿੱਦਾਂ ਇਹ ਮੁੰਡੇ ਵਾਲੇ ਜਾ ਕੇ ਰਿਸ਼ਤਾ ਮੰਗਦੇ ਨੇ ਉਦਾਂ ਹੀ ਅਸੀਂ ਸੀ। उस तरह अच्छे तरीके से मांग रहे सीधे जाके फिर ਸੀ ਮੇਰੇ ਭਾਈ। ये आपको डिट्रैक्ट करने आया है। इस बंदे हैं। ये गजनी भाई आए हैं। अस्सलाम वालेकुम में गजनी भाई। गैरत इंसान है, इसमें गैरत होती कि तो इनकी औरतें जो है मुशरक बरेलवी, वो दरबारों पे ना जाती बाबों के पास। ये मर्द होते तो ਬਾਬਾ ਜੀ ਬੱਚਾ ਚਾਹੀਏ, ਬਾਬਾ ਜੀ ਬੱਚਾ ਝੋਲੀ ਜੀ ਪਾ ਕੇ ਦੇ ਇਹ ਦਰਬਾਰ ਦੇ ਵਿੱਚ ਆਪਣੀਆਂ ਔਰਤਾਂ ਨੂੰ ਘਰ ਘੱਲ ਕੇ ਤੇ ਬਾਹਰ ਸਿਗਰਟ ਲਾ ਕੇ ਬੈਠੇ ਹੁੰਦੇ ਨੇ ਕਿ ਅੰਦਰੋਂ ਬੱਚਾ ਲੈਣ यार ਲਈ। गजनी भाई से बात करने लगे। अस्सलाम वालेकुम गजनी भाई। अस्सलाम वालेकुम रहमतुल्लाहि वबरकातुहू। मैं माजरत चाहता हूँ, पहले तो मैं आज थोड़ा मसरूफ था, मुझे वालेकुम सलाम। मेरा क्या सिलसिला चल रहा है? जी अकील भाई बताएं इनको। अकील भाई आप जी बता गजनी भाई, गजनी भाई सिलसिला ये है कि आपको पता है जिस तरह वो ट्रूथ सर्चर नामी खतून थी, खतून हैं बल्कि, उन्होंने अपना 2-3 आइडियाँ चेंज की हैं, अब सफ़िया नाम से वो आती हैं। उन्होंने तकरीबन आज से 6 महीने पहले एक भाई से कोई स्लिप ऑफ टंग हो गई या उसकी ऑडियो को जांट कर एक शातमे रसूल साबित करने की कोशिश की गई नाजायज़ तौर पर। हमें नहीं पता वो क्या हुई है क्या नहीं, बात ना हमने वो सुनी है, लेकिन इन्होंने जो ऑडियो पेश की उसमें वो ये साबित करने की कोशिश करती थी कि इन्होंने शातमियत की है। उसके बाद उन्होंने सैफ़ी भाई के ख़िलाफ़ ब्रॉड लगाई। उसके बाद जिस अहमदी से कोई स्लिप ऑफ टंग हो गई है, जिन्होंने हज़रत उमर के साथ रज़ी अल्लाह ताला अन्हो भी नहीं लगाया, तो उनको भी शातमे रसूल डिक्लेयर करने की कोशिश की गई, झूठी नाजायज़। ठीक है। उस ऑन द कॉन्ट्रेरी इनके अपने भाई गालियाँ देते रहे, शातमियत करते रहे, तो उनके खिलाफ कोई आवाज़ नहीं उठाई गई। अब रिसेंटली वाक़या ये हुआ है कि ऑलमोस्ट 1 वीक बैक या 2 वीक्स बैक हमारे जो मुबशर रज़ा भाई हैं, जिनकी ऑडियोज़ बार बार सीकर ने अपनी ब्रॉड पर चलाई थी, उनकी रैकी शुरू हो गई है। जी जी, उनकी रैकी शुरू हुई है और मुख्तलिफ लोग उनका पीछा कर रहे हैं, उनकी जान को शदीद खतरा है। तो हमने उनका मुकदमा रखा है अपने अहमदी भाइयों के सामने उनको तो फौरन जाना चाहिए। इस कानूनी बात कार्रवाई से पहले जी, इस करें बात से बात। पहले मैं बात आपकी समझिए। इसलिए रोक रहा हूँ क्योंकि ये काम बड़ा इम्पोर्टेंट है। उनको फौरन से पहले अपने जो नजदीकी पुलिस स्टेशन है वहां पर जाके ये बात बतानी चाहिए। इतना टाइम नहीं है, क्योंकि ये लोग जब पीछे पड़ते हैं ना, आपको पता है इनका वो है मनसबा नबी फख्तलू वाला जो चक्कर है। अल्लाह ताला माफ करे, ये तो इस तरह के लोग हैं, इनके शर से अल्लाह ताला बचाए। शयातीन के शर से हमेशा पनाह मांगनी चाहिए। और दूसरी बात ये है कि वो रसूलुल्लाह सल्लल्लाहु अलैहि वसल्लम के पास वो यहूदी जो है वो फैसला लेने आए थे और उन्होंने उनकी किताब मंगवा ली थी कि इसमें से फैसला करना है। तो मैं तो ये कहता हूँ कि ये जो बंदा ये हरकत कर रहा है उसका ये हाल है। मैं आपको बताता हूँ अभी। एक मिनट सॉरी। इसके कपड़े उतारना ये शरीयत में जायज था। इस तरह की मक्कार, फरेबी और झूठी औरतों के कपड़े उतारना ये मौला अली की सुन्नत है। लोगों, ओ फुद्दू मुसलमानों, इसको मुसलमान समझने वालों, इसके कपड़े उतारना मौला अली की सुन्नत है। ऐसी औरतों के कपड़े उतारना हजरत अली रज़ी अल्लाह तआला अन्हु का। हाँ जी, तो ये बात ये है कि जो लोग हैं उनकी शरीयत के मुताबिक उनका फैसला करना चाहिए। ये फैसला उनकी शरीयत के मुताबिक ये है। तो इसका बिल्कुल आपको जो है टाइमली जो है ना वो देखना चाहिए कि अगर कोई मसला आ रहा है तो उसको फौरन से पहले जो है वो पुलिस को, और ये जो इनका फतवा है इनके मुफ्ती ने दिया कि औरत के कपड़े उतार देना, और ये शरीयत में है, उनकी शरीयत में है ये फैसला ना, उनकी शरीयत में ये है कि औरत के कपड़े उतार दो। और ये हजरत अली की सुन्नत है। जो शरीयत को वो मानते हैं, जिस दीन को वो मानते हैं ना, उसमें यही चीज़ है। तो यहाँ तो फिर अलहदगी का कोई कर दें कि ये जो है फतवे के ऊपर बताएं हमें कि ये फतवा सही है या नहीं है, इसकी कोई हमें कोई डिटेल बताएं। क्या बताएं। वो कहता है, ये दहशतगर्द कहता है
कि हम शरीयत जिसको मर्जी बनाए, वो सहाबा की बात को बनाए, तब्बा की बात को बनाए, तबा ताबीन की बात को बनाए। सैफी साहब आप मेरी बात समझे हैं हमारी कि जब हमारी शरीयत हम जब जो कुछ बनाए किसी का फैसला करना हो तो उनकी शरीयत से किया जाता है ना, आप समझ रहे हैं बात मेरी। मैंने मिसाल दिया कि रसूलुल्लाह सल्लल्लाहु अलैहि वसल्लम के पास वो जो यहूदी आए थे उनका फैसला उनकी किताब से उन्होंने किया था, यही है ना। तो इसी तरह ये जो फैसला है इनकी शरीयत जो है जिसमें जिस शरीयत में औरत के कपड़े उतारना जायज है या शरीयत का एक अमल है और हजरत अली रज़ी ताला अन्हो की सुन्नत है, ये बता रहे हैं नौजुबिल्लाह मिन ज़ालिक। तो उसके मुताबिक तो इसका यही रिजल्ट निकलता है जो मैंने आपको सुनाई है। अगर कहते हैं मैं दोबारा सुना देता हूँ। बशर भाई ने गजनी मतलब भाई सुनना चाह रहे रिकॉर्ड करवा दी है अपनी बात। उसने कहा सुनाए है कि सुनाए अगर दोबारा मेरी जान को कुछ भी हुआ, सुनना चाह रहे हैं मेरे ऊपर कोई भी सुनना अटैक चाह होता है, जी जी गजनी भाई एक मिनट ये बस। शरीयत में जायज था इस तरह की मक्कार फरेबी और छोटी औरतों के कपड़े उतारना, ये मौला अली की सुन्नत है। लोगों ओ फुद्दू मुसलमानों, इसको मुसलमान समझने वालों, इसके कपड़े उतारना मौला अली की सुन्नत है। ऐसी औरतों के कपड़े उतारना है हजरत अली रज़ी अल्लाह तआला अन्हु का। जी अकील भाई सॉरी, मैं ना वो बात के जी साथ उसका नहीं कोई बात हाँ, नहीं, हाँ, कोई बात नहीं, जोड़ना आपने था चला दी। मैं ये कह रहा था कि जो मुबशर भाई की जो स्टेटमेंट वो दे के गए हैं, बल्कि उसकी रिकॉर्डिंग हो गई है और 50-100 से ज्यादा लोगों ने सुना है। उन्होंने कहा है कि अगर मेरे ऊपर किसी किस्म का भी कोई अटैक होता है, मेरी जान की और मेरी माल के ऊपर, मेरी प्रॉपर्टी के ऊपर किसी किस्म का कोई हमला होता है, तो उसकी जिम्मेदार सफिया खातून है। उन्होंने ये बात सोशल मीडिया पर भी कर दी है, इसको रिकॉर्ड कर लिया जाए। और वो कहते हैं मैं इस केस को सू करूंगा, ठीक है, मैं प्रोसिक्यूटर करूंगा और मैं इस केस को बाकायदा आगे प्रोसीड करूंगा। जी आप करें, चलाएं जो चलाना है। नहीं वो तो बहुत अच्छा किया, उनकी रिकॉर्डिंग कर दी है आपने, रिकॉर्ड में रख ले क्योंकि ये मामला जो है बिल्कुल ये सारी ब्रॉड रिकॉर्ड हो रही है। जट भाई से आप रिकॉर्डिंग ले सकते हैं जब भी चाहें। इसमें वो कह रहा है कि औरतों के कपड़े उतारना शरीयत है और सुन्नत अली है। ये कह रहा है कि औरतों की जो तहीन करना है ना, उसको बताएं कि औरतों की तहीन कैसे की जाती है इसकी शरीयत में और सुन्नत अली के मुताबिक। ये कपड़े उतार के सुनाए। कपड़े उतार हाँ जी सुनाए जरा। कपड़े उतारने से तो कहते तहीन नहीं होती ना औरत की, हाँ तो उससे तो इज्जत बढ़ती है। बताएं कि वो जो सियाल जंग वाला है उन्होंने दो उम्मुल मोमिनीन के बारे में क्या कहा था और उसने क्या बात की थी कि वो जो नबी करीम सल्लल्लाहु अलैहि वसल्लम जवाई हैं वो क्या करते थे उम्मुल मोमिनीन के साथ। इनका गंद आप निकालेंगे तो हम बयान नहीं कर सकते। मैं आपको अभी एक मिनट जाइए यार, अभी आपको एक मैं वीडियो सुना सकता हूँ जिसमें मौला अली के ऊपर बकवासियात हो रही है और शार्प शूटर जो है उसकी वजह बन रहा है। आप सुनना चाहते हैं? ऐसी गलीज बातें की हैं उसमें उन्होंने। दोनों मुसलमान हैं, दोनों ये करते हैं कि मुसलमान है, अपने आप को क्लेम करते हैं और रसूलुल्लाह सल्लल्लाहु अलैहि वसल्लम की उम्मत में से अपने आप को कहते हैं। इनका क्लेम ये है और सुबह से लेकर शाम तक ये गालियां निकालते हैं, ना किसी बड़े को देखते हैं ना किसी छोटे को देखते हैं। ऐसी कोई बेहया किस्म के ये लोग आ गए हैं कि जिनको शर्म भी नहीं आती कि हम कम से कम रसूलुल्लाह सल्लल्लाहु अलैहि वसल्लम की जात के साथ मुंसलिक ना करें अपने आप को। बकवासियत करें जितनी करनी है। अरे हम ये उम्मुल मोमिनीन है, तमाम मोमनों की माएँ हैं, नबी करीम सल्लल्लाहु अलैहि वसल्लम की जोजैन है और जोजा उनकी जो सब प्यारी जोजा, छोटी उम्र की जोजा, उनकी तस्वीरें लगा के इनके भाई जो हैं गंदी गंदी गालियां निकाल रहे होते हैं आयशा। भाई अब मौला अली को भी निकाल रहे होते हैं, वो भी है। मैं बता दूं इमाम आपको, है शुएब राजा का अहमद रजा बरेलवी, उसने गंदी शायरी की है आयशा के ऊपर। अल्लाह माफ करे। तो इतनी बड़ी औरत कि वो जोजा है वो नबी करीम सल्लल्लाहु अलैहि वसल्लम की, तमाम मोमिनीन आने क़यामत तक आने वाले मोमिनीन की माँ है वो। बस देखें जी, मैंने आपको बताया है जो कौम आपके सामने हो उनका फैसला उस कौम के फतवे के मुताबिक होना चाहिए। गजनी और उनका भाई, फतवा जो है वो ये है, सुने। गजनी भाई ये शरीयत में जायज था इस तरह की मक्कार फरेबी और छोटी औरतों के कपड़े उतारना, ये मौला अली की सुन्नत है। लोगों ओ फुद्दू मुसलमानों, इसको मुसलमान समझने वालों, इसके कपड़े उतारना मौला अली की सुन्नत है। ऐसी औरतों के कपड़े उतारना है हजरत अली रज़ी अल्लाह तआला अन्हु का। देखें जी, ये सुन्नते अली अदा करें और सवाब दरैन हासिल करें, आगे आगे बढ़ जाए सारे। बात। जी इमरान भाई अस्सलाम वालेकुम। गजनी भाई आपने इस हवाले से आपने बता दिया कि हाँ इन पर जो है वो सख्त से सख्त जो जल्द से जल्द जो है वो कार्रवाई का आप जो है ना वो आगाज होना चाहिए और इन पर केस होना चाहिए जो इन्होंने किया है।
अब जो इनका रवैया था गैर अहमदियों के पास बैठकर, शायद बाज़ अहमदी भाई सोच रहे हो कि नहीं इस तरह की कोई बात नहीं है, ये तो बड़ी नेक खतून है और बड़ी अच्छी खतून है और मासूम सी खतून है, आप इन पर जो है ना वो कानूनी कार्रवाई की धमकियाँ दे रहे हैं। हम धमकियाँ नहीं दे रहे, हम हकीकत बयान कर रहे हैं कि इनकी हरकत की वजह से, इनके दहशतगर्दाना रवैये की वजह से, इनके दहशतगर्दों के साथ मिल जाने की वजह से जो नुकसानात हुए हैं वो हमारे सामने, और हम मज़ीद नुकसानात नहीं चाहते। हम नहीं चाहते कि हमारा कोई भाई जो है वो नजायज़ इनकी वजह से शहीद हो या इनकी हरकत की वजह से शहीद हो। हम हरगिज़ ऐसा नहीं होने देंगे, और इसके लिए हम फौरी तौर पर जो है वो कानूनी रास्ते अख्तियार करेंगे जो अल्लाह ताला ने हमें इख्तियार दिया है, जो कानून हमें इख्तियार देता है। गजनी भाई अगर कोई डेमो इनकी ऑडियोज का आप सुनाना चाहें तो आप ज़रूर सुना सकते हैं कि ये इनका डेमो। मैं जो आप बात कर रहे थे ना, ऑडियोज तो बहुत सारी है, लेकिन मैं कुछ एक आपको जो है ना वो सैंपल के लिए सुनाता हूँ, आपको पता चले कि इनकी जबान किस तरह की है। जो हमारे मतलब काबरीन भी हैं, देखें जी हमारे तो सब लोग जिस तरह मरबियान है वो भी काबरीन है, सदर भी है वो भी काबरीन है, तो उनका मकाम तो हमारी नज़र में तो बहुत ज़्यादा है। लेकिन इनकी जो जुबान है उसमें से जो अल्फाज निकले हैं वो मैंने आज तक नहीं सुने, क्योंकि ये अपने आप को ये भी क्लेम करती रही है कि मैं अहमदी हूँ, और अहमदी तो इस तरह की हरकतें नहीं करते, ना उनकी तरबियत ऐसी है। तो मैं 1 मिनट ये चलाता हूँ, क्योंकि 1 मिनट आप बात करेंगे, एक मैं फिर ऑन करके ना फिर मैं आ जाता हूँ वापस। जी आप करें, व्हील आए हैं, सभी भाई ध्यान रखें। हेलो जी। बात ये है कि इनका जो रवैया है ना शुरू से ही एक्सट्रीमिस्ट किस्म का है, ठीक है। इन्होंने शुरू से ही एक्सट्रीमिज्म को सपोर्ट किया है, सीकर के साथ बैठ के, बाबर के साथ बैठ के उनकी गालियों को सपोर्ट किया है। ये जो थी बेसिकली तो इनका जो ताल्लुक है वो वुल्फ जो है ना स्पीशीज उसके साथ है, लेकिन ये अपनी जानब वो लैम्ब बनी हुई थी, वो लैम्ब बनी हुई थी, भेड़ बनी हुई थी, लेकिन ये अंदर खाते मीठी छुरी बन के हमें काट रही थी। एक्सट्रीमिस्ट हैं, दहशतगर्द। शी इज अ टेररिस्ट। थोड़ा सा बिजी हूँ इसलिए मैं लेट भी आया हूँ, तो कोई बात नहीं। ये ऊपर एक भाई आए हैं, पहले उनका पूछ लें वो कौन है, ये ना हो कि वो धमाका कर दें। जी विल भाई, अगर नहीं बोल रहे नीचे तार दे बस, खत्म। अस्सलाम वालेकुम, मैं भाई नहीं बहना हूँ, अस्सलाम वालेकुम। सुन रही हूँ आपकी बातें। बाजी नीचे बैठ के सुन लेंगे, जरा बातें इस तरह की हो रही हैं तो वो आप अहमदी हैं बहन? हाँ जी, बहुत शुक्रिया जी। जो भी हैं जो नीचे बैठ के इज्जत के मुकाम पे हैं। आज के बाद ना, ओके आज के बाद जी बाजी थल्ले ला दियो जरा। आज के बाद ना, आज के बाद ये सब रिकॉर्ड कर लें। आज के बाद मुझे कोई ये ना कहे कि अगर आप जमात में वापस आना चाहती हैं तो आप ये करें, मुझे वो मेरी मर्जी होगी। मुझे जो भी अहमदी आएगा और बात करना चाहेगा तो पहले तो वो मेरा एक ही सवाल है कि तुम लोगों ने जो है विदाउट एक प्रॉपर रीजन के बताए बगैर उसके जरिए कैसे निकाल दिया। उसके बाद जो है जो तुम लोगों ने मुझे डिफेम किया है ना, और जहां जहां कर रहे हो, टिकटॉक तो बहुत छोटा सा उसका हिस्सा है, समझ आइए। तुम लोगों को मैं लानत भेजती हूँ, तुम लोगों के इस तरह के निजाम पर मैं लानत भेजती हूँ, ऐसे निजाम पर। मैं दोबारा मर जाऊंगी, इस निजाम में नहीं आऊंगी। लेकिन तुम लोगों ने मुझे जो डिफेम किया है, मैं दोबारा कहती हूँ, मैं मर जाऊंगी, मैं इस निजाम में दोबारा नहीं आऊंगी। लेकिन मैं तुम लोगों को हमेशा ये याद दिलाऊंगी कि तुम लोगों ने जो हरकत की है ना, मैं उसको कभी नहीं बख्शूंगी। तुम लोग मुझे ये कहते हो ना कि मुझे ये तुम लोग मुझे सीकर और इसके भाइयों को करते हो ना कि ये लोग तुम उनके साथ ये करेंगे। तुम लोग देख लेना, तुम लोग देख लेना कि तुम लोगों की जो है जो मैंने हशर करने हैं ना अल्लाह के फजल से, ये तुम लोगों का निजाम लानत हो, तुम लोगों के निजाम पे 3 दफा लानत हो। 20 लोग कौन है ये लोग सारे जो आके मुझसे पूछते हो? जाओ जाके एक कॉल करने की हिम्मत नहीं है तुम लोगों के अंदर। अमीर साहब को कॉल करो। आज मैंने 30 से 35 ईमेल्स किए हैं। किस खुड्डे में घुसे हुए हो? ओ अमीर स्वीडन के, ओ खुसरे याया खान, आगा याया, मैं तुझे खुसरा कह रही हूँ। तू मेरी पीठ पीछे जो है मेरे लिए बकवास कर रहा है ना, यू आर हिजड़ा।
तोबा तोबा। आगा याहिया खान मुरब्बी सिलसिला अहमदिया एख्तू, ओह, अब पड़ गई ठंड तुम लोगों को? तुम लोग कुत्ते के बच्चे हो, अल्लाह मा लानती हो, खंजीर हो। या अल्लाह पनाह, लेकिन आज के बाद या अल्लाह पनाह में ले लो इन लोगों के शर से बचा लो या ये तोबा अस्तगफुर। देखें इस औरत हम बता फातिमा ने ये तो है ये कैसे अल्फाज इस्तेमाल कर रही है, और ये देखें इसका चुनाव कैसा है कि एक अमीर साहब के बारे में कैसे इसने गुस्ताखी नाम भी की लिया है सर, नाम भी खुद लिया कहती है ਤਾਹਿਰ कि ਸਾਹਿਬ नाम नहीं ਇਹਨਾਂ है। ਨੂੰ ਕਿੱਦਾਂ ਪਤਾ ਚੱਲਿਆ ਕਿ ਉਹ ਖੁਸਰੇ ਨੇ? या सीसी नहीं साहब ये बहुत मतलब सीरियस कि मैटर है, प्लीज एक गालू समझो। ਇਹਦਾ ਇੱਕ ਮਕਸਦ ਹੈ ਕਿ ਇਹ ਜਿਹੜੀ ਇਹ ਔਰਤ ਹੈ ਇਹ ਕਿਸੇ ਏਜੰਡੇ ਤੇ ਕੰਮ ਕਰਦੀ ਹੈ, ਜਮਾਤ ਦੀ ਬਦਨਾਮੀ ਦਾ ਬਾਇਸ ਬਣ ਰਹੀ ਹੈ, ਬਾਰ-ਬਾਰ ਇਹੋ ਜਿਹੇ ਅਲਫਾਜ਼ ਇਸਤੇਮਾਲ ਕਰ ਰਹੀ ਹੈ ਕਿ ਜਿਹੜੇ ਲੋਕ ਨੇ ਅਹਿਮਦੀ ਵੀ ਮੁਤਨਫਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਮਾਤ ਤੋਂ ਲੋਕਾਂ ਨੂੰ, ਤੇ ਖੁਦਾ ਤਾਲਾ ਦੀ ਜਮਾਤ ਹੈ ਤੇ ਬੜੀ ਫੁੱਲਦੀ ਰਹਿਣੀ ਹੈ। ਇਹੋ ਜਿਹੀਆਂ ਔਰਤਾਂ ਕਈ ਆਈਆਂ, ਕਈ ਗੁਸਤਾਖ ਆਏ, ਕਈ ਗਏ, ਜਮਾਤ ਤੇ ਅੱਲਾ ਦੇ ਫਜ਼ਲ ਨਾਲ ਕੋਈ ਫਰਕ ਨਹੀਂ ਪੈਣਾ। ਇਹਨਾਂ ਸ਼ੈਤਾਨਾਂ ਦੇ ਸ਼ਰ ਤੋਂ ਸਾਡੇ ਭਰਾਵਾਂ ਨੂੰ ਅੱਲਾਹ ਤਾਲਾ ਮਹਿਫੂਜ਼ ਰੱਖੇ। ਅਸੀਂ ਦੁਆਵਾਂ ਕਰਦੇ ਰਹਿੰਦੇ ਹਾਂ, ਕਿਉਂਕਿ ਜਿਸ ਤਰ੍ਹਾਂ ਇਹ ਭੇੜੀਏ ਬਾਹਰ ਨਿਕਲੇ ਨੇ, ਪਤਾ ਚੱਲ ਇਹ ਜਾਂਦਾ ਹਮਲਾਵਰ ਹੋਏ ਨੇ ਸ਼ਰੀਫ ਲੋਕਾਂ ਦੇ ਉੱਤੇ, ਅੱਲਾਹ ਤਾਲਾ ਉਹਨਾਂ ਦੀਆਂ ਇੱਜ਼ਤਾਂ ਮਹਿਫੂਜ਼ ਕਦਰ ਰੱਖੇ, ਮੁਤਸ਼ੱਦਦ ਅੱਲਾਹ ਤਾਲਾ ਉਹਨਾਂ ਦੀਆਂ ਸਿਹਤਾਂ ਮਹਿਫੂਜ਼ ਰੱਖੇ, ਅੱਲਾਹ ਤਾਲਾ ਉਹਨਾਂ ਦੀਆਂ ਜ਼ਿੰਦਗੀਆਂ ਮਹਿਫੂਜ਼ ਰੱਖੇ। ਇਹਨਾਂ ਸ਼ਯਾਤੀਨ ਦੇ ਸ਼ਰ ਤੋਂ ਯਾ ਅੱਲਾਹ ਸਾਨੂੰ ਬਚਾ। ਇਹ ਵਸਵਸੇ ਪਾਉਣ ਵਾਲੇ ਜਿਹੜੇ ਲੋਕ ਨੇ ਦਿਲਾਂ ਦੇ ਵਿੱਚ, ਇਹਨਾਂ ਦੇ ਸ਼ਰ ਤੋਂ ਸਾਨੂੰ ਮਹਿਫੂਜ਼ ਫਰਮਾ ਮੌਲਾ। ਇਹ ਦੁਸ਼ਮਣ ਹੋਏ ਨੇ ਸਾਡੀਆਂ ਜਾਨਾਂ ਦੇ, ਇਹਨਾਂ ਦੇ ਸ਼ਰ ਤੋਂ ਬਚਾ ਲਾ ਮੌਲਾ। ਜੀ ਜੀ ਕਰੋ ਗੱਲ। ਵੇਖੋ ਇਸ ਆਡੀਓ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਹਨਾਂ ਦੇ ਦਿਲਾਂ ਦੇ ਵਿੱਚ ਅਹਿਮਦੀਆਂ ਦੇ ਖਿਲਾਫ ਕਿੰਨੀ ਨਫ਼ਰਤ ਹੈ, ਔਰ ਉਸ ਨਫ਼ਰਤ ਦੇ ਨਤੀਜੇ ਤੇ ਇਹਨਾਂ ਨੇ ਇਹ ਕਦਮ ਉਠਾਏ ਹਨ ਨਾ, ਗੁਸਤਾਖੀ ਕਾਰਡ ਇਹਨਾਂ ਖੇਡਿਆ ਔਰ ਸਾਰਾ ਕੁਝ ਕੀਤਾ ਹੈ। ਔਰ ਇਹ ਸਾਰਾ ਕੁਝ ਕਰਨ ਡੀਆਂ ਨੇ ਸੀਕਰ ਦੇ ਕੋਲ ਜਾ ਕੇ, ਔਰ ਇਹਦੇ ਤੋਂ ਪਤਾ ਲੱਗ ਜਾਂਦਾ ਕਿ ਸੀਕਰ ਦੇ ਕੋਲ ਜਾ ਕੇ ਤੇ ਇਹ ਸਾਰਾ ਕੁਝ ਕਰਦੀਆਂ ਪਈਆਂ ਨੇ, ਔਰ ਇਹਨਾਂ ਦੇ ਖਿਲਾਫ ਜਿਹੜੀ ਹੈ ਨਾ ਉਹ ਕਾਨੂੰਨੀ ਕਾਰਵਾਈ ਲਾਜ਼ਮੀ ਬਣਦੀ ਹੈ। ਕੋਈ ਅਹਿਮਦੀ ਭਾਈ ਇਹਦੇ ਤੇ ਕੱਲ ਨੂੰ ਇਹ ਨਾ ਇਤਰਾਜ਼ ਕਰੇ ਕਿ ਨਹੀਂ ਉਹਦੇ ਤੇ ਨਹੀਂ ਬਣਦੀ ਤੇ ਤੁਸੀਂ ਕਾਨੂੰਨੀ ਕਾਰਵਾਈ ਕੀਤੀ ਹੈ ਤੇ ਇਹ ਤੇ ਉਹ ਤੇ ਇਹ ਜ਼ੁਲਮ ਹੈ ਤੇ ਫਲਾਣ, ਕੋਈ ਜ਼ੁਲਮ ਨਹੀਂ ਹੈ। ਅਸੀਂ ਕਾਨੂੰਨੀ ਕਾਰਵਾਈ ਦਾ ਕਹਿ ਰਹੇ ਹਾਂ, ਅਸੀਂ ਕੋਈ ਆਪਣੇ ਹੱਥ 'ਚ ਕਾਨੂੰਨ ਲੈਣ ਦੀ ਨਹੀਂ ਕਹਿ ਰਹੇ। ਇਸ ਖਤੂਨ ਨੇ ਜ਼ੁਲਮ ਕੀਤਾ ਹੈ ਔਰ ਦਹਿਸ਼ਤਗਰਦਾਂ ਦੇ ਨਾਲ ਮਿਲ ਕੇ ਬਹਿ ਕੇ ਤੇ ਸਾਰਾ ਕੁਝ ਕਰਦੀਆਂ ਪਈਆਂ ਨੇ, ਔਰ ਮੁਸਲਸਲ ਆਪਣੇ ਰਵੱਈਏ ਦੇ ਉੱਤੇ ਜਿਹੜਾ ਨਾ ਉਹ ਜ਼ਰਾ ਬਰਾਬਰ ਵੀ ਇਹਨਾਂ ਨੇ ਜਿਹੜਾ ਉਹ ਨਜ਼ਰਸਾਨੀ ਨਹੀਂ ਕੀਤੀ, ਔਰ ਮੁਸਲਸਲ ਜਿਹੜਾ ਨਾ ਉਹ ਦਹਿਸ਼ਤਗਰਦਾਂ ਦੇ ਨਾਲ ਬਹਿ ਕੇ ਤੇ ਸਾਰਾ ਕੁਝ ਕਰਦੀਆਂ ਪਈਆਂ ਨੇ। ਇਸ ਤੋਂ ਸਾਡਾ ਵੀ ਇਹ ਬੁਨਿਆਦੀ ਕਾਨੂੰਨੀ ਅਖਲਾਕੀ ਹੱਕ ਹੈ ਵੀ ਅਸੀਂ ਹੱਕ ਰੱਖਦੇ ਹਾਂ ਕਿ ਅਸੀਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੀਏ, ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਏ। ਅਗਰ ਕਿਸੇ ਭਰਾ ਨੂੰ ਜ਼ਖਮੀ ਕਰਵਾ ਦਿੰਦੀਆਂ ਨੇ, ਕਿਸੇ ਭਾਈ ਨੂੰ ਇਹ ਸ਼ਹੀਦ ਕਰਵਾ ਦਿੰਦੀਆਂ ਨੇ, ਤੇ ਫੇਰ ਵੀ ਤੇ ਅਸਾਂ ਕਾਨੂੰਨੀ ਕਾਰਵਾਈ ਕਰਨੀ ਹੈ। ਤੇ ਅਸੀਂ ਇੰਤਜ਼ਾਰ ਹੀ ਕਿਉਂ ਕਰੀਏ ਕਿ ਕੋਈ ਸ਼ਹੀਦ ਹੋਏ? ਅਸੀਂ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਕਿਲਾ ਕੰਮਾ ਕਰਾਂਗੇ ਇਨਸ਼ਾਅੱਲਾ। ਜੀ ਖਾਲੋਂ ਭਾਈ, ਇੰਗਲੈਂਡ ਦੇ ਕਾਨੂੰਨ ਇਸ ਲਿਹਾਜ਼ ਨਾਲ ਬਹੁਤ ਸਖਤ ਨੇ, ਤੇ ਮੈਂ ਚਾਹੁੰਦਾ ਕਿ ਇੱਕ ਪਟੀਸ਼ਨ ਦਾਇਰ ਕੀਤੀ ਜਾਏ। ਸਾਰੇ ਦੋਸਤਾਂ ਦੇ ਡਿਜੀਟਲ ਸਾਈਨ ਵੀ ਹੋ ਸਕਦੇ ਨੇ ਜਾਂ ਵੀਡੀਓ ਕਾਲਾਂ 'ਤੇ ਵੀ ਗੱਲ ਹੋ ਸਕਦੀ ਹੈ। ਪਰ ਸਾਈਨ ਲੈ ਕੇ ਹਰ ਦੋਸਤ ਤੇ ਇੱਕ ਬਕਾਇਦਾ ਕੋਰਟ ਦੇ ਵਿੱਚ ਪਟੀਸ਼ਨ ਜਾਰੀ ਕੀਤੀ ਜਾਏ। ਜਿੰਨੇ ਸਾਡੇ ਕੋਲ ਗਵਾਹ ਹੋਣਗੇ ਉਨੀ ਸਾਡੀ ਵੈਲਿਊ ਜ਼ਿਆਦਾ ਹੋਏਗੀ ਤੇ ਸਾਡੇ ਭਾਈ ਨੂੰ ਜਲਦੀ ਇਨਸਾਫ ਮਿਲੇਗਾ। ਤੇ ਅਸੀਂ ਚਾਹੁੰਦੇ ਹਾਂ ਕਿ ਜੇ ਅਗਰ ਸਾਨੂੰ ਉੱਥੇ ਜਾ ਕੇ ਵੀ ਕੋਈ ਨਾ ਕੋਈ ਮੁਕੱਦਮਾ ਪੇਸ਼ ਕਰਨਾ ਪਿਆ ਤਾਂ ਅਸੀਂ ਕਰਾਂਗੇ, ਤੇ ਕਿਉਂਕਿ ਉੱਥੇ ਬਲਾਸਫੈਮੀ ਦੇ ਜਿਹੜੇ ਕਾਨੂੰਨ ਨੇ ਬਹੁਤ ਸਖਤ ਨੇ, ਤੇ ਇਨਸ਼ਾਅੱਲਾ ਤਾਲਾ ਆਪਣੇ ਬਸ਼ਰ ਭਾਈ ਨੂੰ ਇਨਸਾਫ ਮਿਲੇਗਾ ਤੇ ਅਸੀਂ ਲੈ ਕੇ ਦੇਵਾਂਗੇ ਇਨਸਾਫ। ਬਿਲਕੁਲ ਬਿਲਕੁਲ ਅਠਵਾਲ ਤਾਹਰ ਸਾਹਿਬ ਸਹੀ ਕਹਿ ਰਹੇ ਨੇ, ਜਿੰਜੋ ਕਹਿ ਰਹੇ ਨੇ। ਤੁਸੀਂ ਇੰਜ ਦਾ ਕੋਈ ਕੇਸ ਬਣਾਓ ਅੱਛੇ ਤਰੀਕੇ ਨਾਲ, ਕੋਈ ਪਹਿਲਾਂ ਚੰਗਾ ਜਿਹਾ ਵਕੀਲ ਲੱਭੋ, ਤੇ ਜਿਵੇਂ ਤੁਸੀਂ ਕਹੋਗੇ ਅਸੀਂ ਸਾਰੇ ਤੁਹਾਡੇ ਨਾਲ ਖਲੋਤੇ ਹਾਂ ਇਨਸ਼ਾਅੱਲਾ। ਹਾਂਜੀ, ਉਹ ਵਕੀਲ ਦੇ ਨਾਲ ਮਸ਼ਵਰਾ ਕਰਕੇ ਤੇ ਇੱਕ ਅੱਛੀ ਦੀ ਪਟੀਸ਼ਨ ਲਿਖਨੇ ਆ। ਪਟੀਸ਼ਨ ਆਨਲਾਈਨ ਵੀ ਕਰ ਸਕਨੇ ਆ, ਉਹਦੇ ਤੇ ਮੁਖਤਲਿਫ ਲੋਕਾਂ ਦੀ ਜਿਹੜੀ ਵੋਟਿੰਗ ਕਰਵਾ ਸਕਨੇ ਆ, ਸਿਗਨੇਚਰਸ ਕਰਵਾ ਸਕਨੇ ਆ, ਔਰ ਉਹ ਜਿਹੜੀ ਹੈ ਨਾ ਉਹ ਅਸੀਂ ਸਵੀਡਨ ਪੁਲਿਸ ਨੂੰ ਦੇ ਸਕਨੇ ਆ ਕਿ ਇਹ ਖਤੂਨ ਨੇ, ਔਰ ਇਹ ਜਿਹੜੀ ਹੈ ਨਾ ਮੁਖਤਲਿਫ ਜਗ੍ਹਾ ਤੋਂ ਜਿਹੜੇ ਮੁਖਤਲਿਫ ਲੋਕ ਨੇ ਜਿਹੜੇ ਇਹਦੀ ਦਹਿਸ਼ਤਗਰਦੀ ਦਾ ਸ਼ਿਕਾਰ ਨੇ, ਔਰ ਜਿਨ੍ਹਾਂ ਨੂੰ ਸ਼ਦੀਦ ਖਤਰਾਤ ਟੈਰਰਿਸਟ ਦੇ ਨਾਲ ਸ਼ਾਮਲ ਹੈ ਜੀ। ਉਹਨਾਂ ਦਾ ਫਰੰਟ ਸਾਈਡ ਹੈ। ਹਾਂਜੀ, ਫਰੰਟ ਤੇ ਇਹ ਵੇ ਉਹਨਾਂ ਨੇ ਇਹਨੂੰ ਕੀਤਾ ਅੱਗੇ, ਤੇ ਲੋਕਾਂ ਦੀਆਂ ਜਿਹੜੀਆਂ ਨੇ ਰਾਖੀਆਂ ਦੱਸਦੀ ਹੈ ਕਿੱਥੇ ਕੋਈ ਰਹਿੰਦਾ, ਕਿੱਥੇ ਪਿਚਰਾਂ ਲੋਕਾਂ ਦੀਆਂ ਦਿੰਦੀ ਹੈ, ਤੇ ਇਹ ਕਿਸੇ ਨੂੰ ਐਵੇਂ ਜਿਹੜਾ ਨਾ ਕਿਸੇ ਦੀ ਜਾਨ ਲਏਗੀ ਬੇਸ਼ੱਕ। ਔਰ ਇਸ ਤੋਂ ਪਹਿਲੋਂ ਕਿ ਕਿਸੇ ਦੀ ਜਾਨ ਲਏ ਤੇ ਅਸੀਂ ਇਹ ਤਾਂ ਪਹਿਲੋਂ
ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਹਾਂਜੀ, ਅਦਾਰਿਆਂ ਨੂੰ ਇਤਲਾਹ ਹੋਣੀ ਚਾਹੀਦੀ ਹੈ। ਉਹ ਇੱਥੋਂ ਦਾ ਕਾਨੂੰਨ ਤੇ 1 ਮਿੰਟ ਤੋਂ ਪਹਿਲੇ ਹਰਕਤ ਕਰਦਾ ਹੈ, ਪਾਕਿਸਤਾਨ ਥੋੜੀ ਹੈ। जी इमरान भाई मुझे बाकी तो मैनू ना पता नहीं ਫਿਰ ਤੁਸੀਂ ਆਡੀਓ ਚਲਾ ਦਿਓ। ਦੇਖੋ ਜੀ, ਇਹ ਜ਼ਾਹਦ ਵੰਗੜੇ ਐਕਸਟ੍ਰੀਮਿਸਟ ਕੋਲ ਬਹਿ ਕੇ ਉਹਨਾਂ ਦੇ ਨਾਮ ਲੈ ਰਹੀ ਹੈ, ਦੱਸ ਰਹੀ ਹੈ, ਉਹਨਾਂ ਦਾ ਉਹਦਾ ਦੱਸ ਰਹੀ ਹੈ, ਠੀਕ ਹੈ। ਇਹ ਸੀਕਰ ਵੰਗੜੇ ਐਕਸਟ੍ਰੀਮਿਸਟ ਕੋਲ ਬਹਿ ਕੇ, ਜਿਹੜਾ ਗੁਸਤਾਖੇ ਦਰੂਦੇ ਅੰਬੀਆ ਹੈ, ਉਹਦੇ ਕੋਲ ਬਹਿ ਕੇ ਇਹ ਗੱਲਾਂ ਕਰ ਰਹੀ ਹੈ ਔਰਤ। ਯਾਰ ਭਾਈ ਜਾਨ, ਇਹਦੇ ਮੂੰਹ ਨੂੰ ਲੱਗ ਗਿਆ ਹੈ ਖੂਨ, ਤੇ ਇਹ ਖੂਨ ਕਰਵਾਏ ਬਗੈਰ ਨਹੀਂ ਬੈਠੇਗੀ। ਇਹਨੂੰ ਬੰਦ ਕਰਵਾ ਲਓ ਸਵੀਡਨ ਅਥਾਰਟੀਜ਼ ਦੇ ਜ਼ਰੀਏ, ਨਹੀਂ ਤੇ ਇਹਨੇ ਖੂਨ ਕਰਵਾਣੇ ਹੀ ਕਰਵਾਣੇ ਨੇ। ਇਹਨੇ ਨਾ ਹੱਕ ਅਹਿਮਦੀਆ ਨੂੰ ਸ਼ਹੀਦ ਕਰਵਾਣਾ ਹੀ ਕਰਵਾਣਾ ਹੈ। जी इमरान भाई मैनू पता नहीं काफी देर का लगता तुसीं प्रोग्राम कर रहे जो, लेकिन ਜਿਹੜਾ ਵੀ ਇਹ ਅਮਲ ਹੋ ਰਿਹਾ, ਇਹ ਕੋਈ ਇਕੱਲਿਆਂ ਤੇ ਨਹੀਂ ਕਰ ਸਕਦੀ ਨਾ ਕੋਈ ਟੀਮ ਦੇ ਵਿੱਚ ਨਾਲ ਟੀਮ ਵੀ ਹੈ ਪੂਰੀ। ਤੁਸੀਂ ਮੈਂ ਕਿਹਾ ਉਹਨਾਂ ਨੂੰ ਐਕਸਪੋਜ਼ ਕੀਤਾ ਜਾਂ ਨਹੀਂ ਕੀਤਾ, ਮੈਨੂੰ ਉਹਦਾ ਪਤਾ ਨਹੀਂ ਕਿ ਤੁਹਾਡੀ ਕੀ ਗੱਲ ਹੋਈ ਅੱਗੇ ਨਾ। ਜੀ ਗਜਨੀ ਭਾਈ, ਉਹ ਹਿੱਸੇਦਾਰ ਦੇ ਬਰਾਬਰ ਦੇ ਵੇਖੋ ਨਾ, ਅਸੀਂ ਫੜੋਗੇ, ਉਹ ਕਹਿੰਦੇ ਨੇ ਬੂਰੇ ਦੀ ਮਾਂ ਨੂੰ ਫੜੋ ਤੇ ਬੂਰਾ ਆਪ ਹੀ ਫੜਿਆ ਜਾਏਗਾ। ਇਹ ਉਹਨਾਂ ਦੀ ਵਾਲਦਾ ਮਾਜਦਾ ਨੇ। ਇਹ ਅਗਰ ਕਾਨੂੰਨੀ ਗ੍ਰਿਫਤ ਚ ਆਉਣਗੀਆਂ ਤੇ ਆਪ ਹੀ ਇਹ ਖੁਦ ਹੀ ਐਕਸਪੋਜ਼ ਕਰਨਗੀਆਂ ਸਾਰਿਆਂ ਨੂੰ। ਮੈਂ ਸਮਝ ਗਿਆ, ਜਿਸ ਤਰ੍ਹਾਂ ਮੁਲਜ਼ਮ ਨੂੰ ਫੜ ਕੇ ਜਦੋਂ ਉਹ ਕੋ ਸਾਰਾ ਇਨਫੋਰਮੇਸ਼ਨ ਲਈ ਜਾਂਦੀ ਹੈ ਤੇ ਉਹ ਮੁਜਰਮ ਵੀ ਬਣ ਜਾਂਦਾ ਤੇ ਯਾਰ ਤੁਸੀਂ ਜਦੋਂ ਕੇਸ ਕਰਨਾ ਨਾ, ਉਹ ਖੰਜ਼ੀਰ ਦੀ ਵੀਡੀਓ ਜ਼ਰੂਰ ਲਾਣੀ ਜੇ ਨਾਲ। ਉਹ ਜਿਹੜਾ ਕਹਿੰਦਾ ਨਾ ਧੋਣਾ ਲਾ ਦਿਓ ਇਹਨਾਂ ਦੀਆਂ, ਇਹਨਾਂ ਨੂੰ ਫੜ ਕੇ ਜਿੱਥੇ ਲੱਭੇ ਮਰਜ਼ੀ ਧੋਣਾ ਲਾ ਦਿਓ ਇਹਨਾਂ ਦੀਆਂ, ਕਿਹੜੀ ਵਾਲੀ ਨਾਲ ਆਪਣਾ ਜ਼ਰੂਰ ਲਾਣੀ। ਕਿਹੜੀ ਵਾਲੀ ਕਹਿ ਰਹੇ ਜੇ? ਇਹ ਵਾਲੀ नहीं यार मक्कार, फरेबी और झूठी औरतों के कपड़े उतारना ये मौला अली की सुन्नत है। लोगों, ओ फुद्दू मुसलमानों, इसको मुसलमान समझने वालों, इसके कपड़े उतारना मौला अली की सुन्नत है। ऐसी औरतों के कपड़े उतारना हजरत अली रज़ी अल्लाह तआला अन्हु को। ये वाली कह रहे हैं आप जगह पे? नहीं प्यारे भाई, ये नहीं है, उसमें वो धोने उतरवा रहा है लोगों की। ਜਿਹਦੇ ਵਿੱਚ ਉਹ ਕਹਿ ਰਿਹਾ ਕਿ ਇਹਨਾਂ ਦੀਆਂ ਤਸਵੀਰਾਂ ਦਿੱਤੀਆਂ ਜਾਣ ਨਾਦਰਾਂ ਨੂੰ ਤੇ ਇਹਨਾਂ ਦੀਆਂ ਧੌਣਾ ਲਾਈਆਂ ਜਾਣ। ਹਾਂ, ਇਹ ਧੋਣਾ ਲਾਣ ਵਾਲੀ ਗੱਲ ਜਿਹੜੀ ਹੈ ਨਾ, ਉਹ ਜਿਹੜੀ ਹੈ ਨਾ, ਅੱਜ ਦੀ ਵੀ ਇਹਦੀ ਇੱਕ ਵੀਡੀਓ ਆ ਗਈ ਹੈ ਜਿਹਦੇ ਵਿੱਚ ਉਹ ਬੰਗਲਾਦੇਸ਼ ਦੇ ਬਾਰੇ ਗੱਲ ਕਰ ਰਿਹਾ ਤੇ ਕਹਿੰਦਾ ਜੇ ਇੱਕ ਮਰਜ਼ਾਈ ਜਿੰਦਾ ਆ ਜਾਏ ਤੇ ਤਾਂ ਗੱਲ ਕਰਿਓ। ਉਹ ਵੀ ਵੀਡੀਓ ਆਈ ਹੈ ਇਹਦੀ ਹੁਣ। ਚਲੋ ਉਹਨੂੰ ਕੋ ਆਈਓ ਫਿਰ ਜਿੱਥੇ ਮਿਲਣਾ ਹੀ ਦੱਸ। ਉੱਥੇ ਤੇ ਤੇਰੇ ਕੋਲ ਬੰਦਾ ਗਿਆ ਸੀ, ਉੱਥੇ ਤੇ ਤੂੰ ਕਹਿ ਰਿਹਾ ਹੈ ਕਿ ਲਾ ਦੇ ਧੋਣਾ ਧਰਿਆ ਸੀ ਤੇ ਲਵਾਨ ਨੂੰ ਤਿਆਰ ਆ ਭਾਈ। ਨਜਫ ਅਬਾਸ ਕਹਿ ਰਿਹਾ ਹੈ ਕਿ ਮੇਰੇ ਬੰਗਾਲੀ ਭਾਈਆਂ ਨਾਲ ਤਲਕਾਤ ਨੇ, ਮੈਂ ਤੁਹਾਨੂੰ ਪਾਰਲੀਮੈਂਟ ਵਿੱਚ ਪਹੁੰਚਾਉਣ ਦਾ ਰਾਹਨੁਮਾਈ ਬਣਾਂਗਾ। ਤੇ ਉਹ ਅਮਨ ਨਜ਼ੀਰ ਕਹਿ ਰਿਹਾ ਹੈ ਕਿ ਉੱਥੇ ਮੈਂ ਜਾ ਕੇ ਫਤਵਾ ਦੇਵਾਂਗਾ ਤੇ ਸਾਰੇ ਮਸਜਿਦਾਂ ਨੂੰ ਗੈਰ ਮੁਸਲਿਮ ਕਰਾਰ ਦਿੱਤਾ ਜਾਏਗਾ। ਅਗਰ ਕੋਈ ਇੱਕ ਮਸਜਿਦ ਵੀ ਬਾਹਰ ਆ ਜਾਏ ਤੇ ਮੇਰੀ ਬੇਸ਼ੱਕ ਧੌਣ ਲਾ ਦਿਓ ਤੇ ਮੈਂ ਜਿਹੜਾ ਇਹ ਕੰਮ ਪੂਰਾ ਕਰਾਂਗਾ। ਜਿਹੜੇ ਆ ਗਏ ਨੇ ਉਹਨੂੰ ਪੁੱਛਣਾ ਸੀ ਨਾ, ਠਵਾਲ ਸਾਹਿਬ ਜਿਹੜੇ ਆ ਗਏ ਨੇ यार अपना जोड़ी कह रहे थे जग्गा साहब है तो नहीं कह रहे? कुत्ते के बच्चे हो, लानती हो। नहीं है नहीं। अच्छा सॉरी ਇਹ ਹੋ ਰਿਹਾ। ना मिक्स अप हो जाने जरा वीडियो पे लब लेना कोई नहीं गा। ਲੱਭ ਲਓ। ਉਹ ਧੌਣ ਲਾਣ ਵਾਲੀ ਜਿਹਦੇ ਵਿੱਚ ਗੱਲ ਹੋ ਰਹੀ ਹੈ ਨਾ, ਉਹ ਜ਼ਰਾ ਸੰਭਾਲ ਕੇ ਰੱਖਿਆ ਜੋ, ਬੜੀ ਜ਼ਰੂਰੀ ਚਾਹੀਦੀ ਹੈ ਸਾਨੂੰ। जी जरूर। ਸਾਥ ਘੁੰਮਣ ਸਾਹਿਬ ਆਏ ਨੇ। ਅਸਲਾਮ ਵਾਲੇਕੁਮ ਘੁੰਮਣ ਸਾਹਿਬ। जी जी वालेकुम अस्सलाम व रहमतुल्लाहि व बरकातहू। हाँ जी, की हाल है भाइयों दा? ਆਪਣੀ ਮੋਹਤਰਮ ਰਾਏ ਤੋਂ ਤੁਸੀਂ ਵੀ ਜਿਹੜਾ ਨਾ ਸਾਨੂੰ ਆਗਾਹ ਕਰੋ। जी जी, मैं ਤੇ ਹੁਣੇ ਸ਼ਾਮਲ ਹੋਇਆ ਤੇ ਬਿਲਕੁਲ ਜਿਹੜੇ ਮਤਲਬ ਆਦਲ ਅਰਜ਼ ਕਰਦੇ ਨੇ ਇਹਨਾਂ ਨੂੰ ਫੜਨਾ ਜ਼ਰੂਰੀ ਹੈ। ਇਹਨਾਂ ਦੇ ਉੱਤੇ ਜਿਹੜਾ ਇੱਕ ਸਹੂਲਤ ਮੌਜੂਦ ਹੈ ਕਿ ਉਹਦੇ ਮਤਲਬ ਤੇ ਦਰਖਾਸਤ ਦੇ ਸਕਦੇ ਹੋ, ਦਿਓ ਦਰਖਾਸਤ, ਤੇ ਫੜੇ ਜਾਂਦਾ ਬੰਦਾ। ਇਹ ਕਰਨਾ ਚਾਹੀਦਾ। ਹਾਂਜੀ ਸਹੀ ਗੱਲ। ਮੈਨੂੰ ਇੱਕ ਮਾਜ਼ਰਤ ਕਰ ਲੈ, ਮੈਂ ਮੀਆਂ ਸਾਹਿਬ ਨਾਲ ਮਾਜ਼ਰਤ ਕਰਨਾ ਚਾਹੁੰਦਾ। ਇਹ ਜਿਹੜਾ ਇਸ਼ੂ ਸੀ ਨਾ, ਬਹੁਤ ਇੰਪੋਰਟੈਂਟ ਸੀ, ਬਹੁਤ ਸੈਂਸਿਟਿਵ ਸੀ, ਇਸ ਲਈ ਸਾਨੂੰ ਬਰਾੜ ਲਵਾਉਣਾ ਪਈ। ਮੀਆਂ ਸਾਹਿਬ, ਸਾਨੂੰ ਪਤਾ ਹੈ ਕਿ ਤੁਹਾਨੂੰ ਕਹਿ ਕੇ ਅੱਜ ਫੱਟ ਬਰਾੜ ਲਵਾਈਏ, ਲੇਕਿਨ ਅਸੀਂ ਉੱਥੇ ਨਹੀਂ ਆ ਸਕੇ। ਵਜ੍ਹਾ ਇਹ ਕਿ ਇੱਥੇ ਜਿਹੜਾ ਇਹ ਲੋਕਾਂ ਦੀ ਜਾਨ, ਇੱਜ਼ਤ, ਮਾਲ, ਅਹਿਮਦੀ ਭਰਾਵਾਂ ਦੀ, ਉਹਨਾਂ ਦਾ ਮਸਲਾ ਹੈ। ਇਸ ਵਜ੍ਹਾ ਤੋਂ ਅਸੀਂ ਇਹ ਲਾਈਵ ਲਾ ਕੇ ਬੈਠੇ ਹਾਂ ਤੇ ਅਸੀਂ ਇਹਦੇ ਉੱਤੇ ਸਾਰੇ ਭਰਾਵਾਂ ਦਾ ਕੰਸੈਂਸਸ ਲੈਣਾ ਚਾਹੁੰਦੇ ਨੇ ਕਿ ਸਾਡੇ ਭਰਾ ਸਾਨੂੰ ਕੀ ਕਹਿੰਦੇ ਨੇ ਇਸ ਬਾਰੇ ਵਿੱਚ। ਜੀ ਮੇਰਾ ਮੋਬਾਈਲ ਸ਼ਾਇਦ ਬੰਦ ਹੋ ਜਾ ਤੇ ਮੈਂ ਦੁਬਾਰਾ ਆਨਾ ਚਾਰਜ ਲਾਣਾ।
ਜੀ ਠੀਕ। ਜੱਟ ਸਾਹਿਬ ਮੌਜੂਦ ਹੋ ਤੁਸੀਂ? ਜੱਟ ਸਾਹਿਬ ਜੱਟ ਸਾਹਿਬ ਵਾਪਸ ਹੋ ਗਏ। ਇੱਕ ਦਾ ਨਾਮ ਲਓ, ਸਾਰੇ मुर्शद इरफान जट साहब। मुर्शद किधर गए? ਮੁਰਸ਼ਦ मुर्शद गायब हो मुर्शद गए। तो है ही नहीं साडे पीछे। ਮੁਰਸ਼ਦ ਗਾਇਬ ਹੋ ਗਏ। ਅਸੀਂ ਐਵੇਂ ਆਕੜਨ ਡੇ ਆ, ਮੁਰਸ਼ਦ तो साडे पीछे है ही नहीं। ਆਹੋ वो फरीजा बाजी नीचे कह रही हैं आग में तेल का काम ना करो गाइस। बात यह है कि हम तो कोई भी ऐसी बात नहीं कर रहे कि जिससे आग में तेल हो। हम तो राय मांग रहे हैं कि क्या इनके साथ कानूनी कार्रवाई नहीं होनी चाहिए? क्या हम इनको छोड़ दें? जो इन्होंने मतलब जो लोगों की जानों के लिए खतरा बनी है, किसी की जान को खतरा है, किसी की इज्जत और माल को खतरा है, तो हम इनको छोड़ दें कि ठीक है आप लोगों को जो है ना वो कत्ल करवाती रहें, आप लोगों को मरवाती रहें और हम कानून को भी ना बताएं। तो ये कहाँ का असूल है जी? और यार उधर फैज 121 ने ब्रॉड लाई, अमन नजीर ने पता नहीं और स्पार्कल बाजी ਨੂੰ ਗਾਲਾਂ ਕੱਢੀਆਂ ਨੇ ਤੇ ਨਾਲੇ टाशी बाजी ਨੂੰ ਗਾਲਾਂ ਕੱਢੀਆਂ। ਸਾਰੀਆਂ ਬਾਜੀਆਂ ਨੂੰ ਲੈ ਕੇ बैठा है कि बाजी आप मुसलमान हो गई हैं और इन्होंने आपको गालियों के मैं गाल कढ़ी, इसने मैनू गाल कढ़ी है, मैं हुण कली हाँ, मैं बेशक मैं मुसलमान हुई हाँ, मेरे को छड्डदे पे ने कि मैं मुसलमान क्यों हुई हाँ। ये की मसला होया? ਸਾਨੂੰ ਉਹਨਾਂ ਦੇ ਮਸਲਿਆਂ ਦਾ ਤਾਂ ਪਤਾ ਨਹੀਂ ਬੰਬਾਸਟਿਕ ਭਾਈ। ਸਾਨੂੰ ਇੱਧਰ ਪਤਾ ਹੈ ਕਿ ਖਤੂਨ ਜਿਹੜੀ ਲੋਕਾਂ ਦੇ ਖੂਨ ਦੀ ਪਿਆਸੀ ਹੋਈ ਪਈ ਹੈ। ਕਿਹੜੀ ਖਤੂਨ? ਖਤੂਨ ਸਫੀਆ ਬੀਬੀ। ਤੁਹਾਡੀ ਐਸੀ ਦੀ ਤੈਸੀ ਕਿਹਦੇ ਪਿੱਛੇ ਪਏ ਛੱਡ ਦਿਓ ਉਹਨੂੰ, ਉਸ ਵਿਚਾਰੀ ਕੋ ਟਪਾਲ ਦਾ ਨਹੀਂ ਡਾਟਿਆ। ਨਹੀਂ ਬੰਬਾਸਟਿਕ ਭਾਈ ਅਸੀਂ ਉਹਦੇ ਤੇ ਕੱਲ ਜਿਹੜਾ ਨਾ ਪਰਚਾ ਕਰਵਾਉਣਾ ਤੇ ਤੁਸੀਂ ਕਹਿ ਰਹੇ ਛੱਡ ਦਿਓ। ਕਿਸ ਗੱਲ ਦਾ? ਉਹਨੇ ਕੀ ਕੀਤਾ ਕਿ ਨਵੀਂ ਕੀ ਕੀਤਾ ਵਿਚਾਰੀ ਸਫੀਆ ਬਾਜੀ ਨੇ? ਉਹਨੇ ਇਹ ਕੀਤਾ ਜੇ ਕਿ ਆਡੀਓਜ਼ ਪਲੇ ਕਰਦੀ ਰਹੀਆਂ ਨੇ ਮੁਬਸ਼ਰ ਦੀਆਂ। ਅੱਛਾ ਠੀਕ ਹੈ, ਤੇ ਉਹਨਾਂ ਨੂੰ ਗੁਸਤਾਖ ਸਾਬਤ ਕਰਦੀਆਂ ਰਹੀਆਂ ਨੇ। ਹੁਣ ਉਹਨਾਂ ਦੇ ਪਿੱਛੇ ਬੰਦੇ ਲੱਗੇ ਫਿਰਦੇ ਨੇ। ਨਹੀਂ ਮੁਬਸ਼ਰ ਨੇ ਕੋ ਗੁਸਾਖੀ ਕੀਤੀ? ਉਹਨੇ ਤੇ ਨਹੀਂ ਕੀਤੀ ਤੇ ਇਹਨਾਂ ਦੇ ਇਹ ਸਾਬਤ ਕੀਤਾ ਨਾ। ਨਹੀਂ ਇਹਨੇ ਕਿ ਆਡੀਓ ਕਿੱਥੋਂ ਆਈ ਹੈ ਇਹਦੇ ਕੋਲੋਂ? ਪਤਾ ਨਹੀਂ ਹੁਸੈਨੀ ਸਾਹਿਬ ਦੀ ਲਾਈਵ ਦੀਆਂ ਰਿਕਾਰਡਿੰਗ ਕੀਤੀਆਂ। ਅੱਛਾ ਤੇ ਮੁਬਸ਼ਰ ਜਿਹੜਾ ਉਹਨੂੰ ਥ੍ਰੈਟ ਕਿ ਜਰਮਨੀ ਚ ਮਿਲਦੀਆਂ ਪਈਆਂ ਨੇ? ਹਾਂਜੀ। ਤੇ ਉਹਦੇ ਪਿੱਛੇ ਕੌਣ ਆਇਆ? ਮਤਲਬ ਕੈਸਰ ਆਇਆ? ਨਹੀਂ, ਉੱਥੇ ਹੀ ਕਈ ਮੁਜਾਹਿਦ ਨਸੇ ਫਿਰਦੇ ਨੇ ਇੱਥੇ। ਅਲੀ ਵਾਲਾ ਤੇ ਨਹੀਂ ਲੱਗ ਗਿਆ ਪਿੱਛੇ? ਜਿਹੜਾ ਬੰਦੇ ਦੀ ਆਏ ਨੇ ਨਾ ਉਹਦੀਆਂ ਸ਼ਕਲਾਂ ਦੇ ਉੱਤੇ ਐਵੇਂ ਲਾਨਤ ਪਈ ਸੀ ਜਿਵੇਂ ਕੈਸਰ ਤੇ ਅਲੀ ਹੱਕ ਦੀ ਸ਼ਕਲ ਤੇ ਪਈ। ਅੱਛਾ ਤੇ ਫਿਰ ਮੁਬਸ਼ਰ ਨੇ ਉਹਨਾਂ ਫੜ ਕੇ ਕੁੱਟਿਆ ਕਿ ਨਹੀਂ? ਉਹਨੇ ਰਾਡ ਕੱਢੀ, ਰਾਡ ਰੱਖੀ ਸੀ ਆਪਣੇ ਉਹ ਬੰਦੇ ਨੂੰ ਰਾਡ ਲਈ ਫਿਰਨੀ ਹੈ ਬਈ ਹਰ ਟਾਈਮ। ਲਾਦਾ ਚਿਹਰਿਆਂ ਤੋਂ ਨਹੀਂ, ਪਹਿਲੀ ਅਸਾਂ ਤੇ ਹੁਣ ਇਹ ਕਿਹਾ ਨਾ ਕਿ ਠੀਕ ਹੈ ਇਹਨਾਂ ਦੀ ਵਜ੍ਹਾ ਤੋਂ, ਕਿਉਂਕਿ ਇਹਨਾਂ ਪ੍ਰੋਪੇਗੈਂਡਾ ਕੀਤਾ ਔਰ ਇਹ ਦਹਿਸ਼ਤਗਰਦਾਂ ਦੇ ਨਾਲ ਮੁਸਲਸਲ ਰਾਬਤੇ 'ਚ ਨੇ, ਤੇ ਅਸੀਂ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ, ਅਸੀਂ ਪਰਚਾ ਦਾਂਗੇ। ਨਹੀਂ ਮੁਬਸ਼ਰ ਦੀ ਸ਼ਕਲ ਪਛਾਣਦੇ ਨੇ? ਉਹ ਫੋਟੋ ਹੈਗੀ ਹੈ ਮੁਬਸ਼ਰ? ਜੀ ਇਹਨਾਂ ਪੂਰਾ ਨਾਂ ਦਿੱਤਾ, ਪਤਾ ਦਿੱਤਾ। ਕਿੰਨੇ? ਸਫੀਆ ਨੇ ਦਿੱਤਾ? ਤੇ ਸਫੀਆ ਦਾ ਰਿਸ਼ਤੇਦਾਰ ਹੈ ਮੁਬਸ਼ਰ? ਹੈਗਾ ਨਾ, ਅਗਰ ਕੋਈ ਚਾਂਸ ਹੋਇਆ ਤੇ ਰਿਸ਼ਤੇਦਾਰ ਨਾ। ਤੇ ਮੁਬਸ਼ਰ ਨੇ ਕਿੰਨੇ ਕਿਹਾ ਸੀ ਤੂੰ ਸਫੀਆ ਨੂੰ ਫੋਟੋ ਦੇ ਆਪਣੀ? ਗਲਤੀ ਕਰ ਬੈਠਾ ਨਾ ਵਿਚਾਰਾ। ਲੱਗਦਾ ਫਿਰ ਮੁਬਸ਼ਰ ਵੀ ਤੇ ਚਸਕੇ ਲੈਂਦਾ ਨਾ ਹੁਣ ਲੂਲਿਆਂ ਦੇ ਨਾਲ। ਨਾ ਤੂੰ ਕਦਲੀ ਮੁਬਸ਼ਰ ਭਾਈ ਮੋਇਆ ਨਾਲ ਜ਼ਨਾ ਕਰਨ ਡਿਆ। ਉਹਨੇ ਨਹੀਂ ਜਨਾਜ਼ ਨੂੰ ਕੀਤੀ ਤੇ ਇਹਨਾਂ ਦਾ ਜਿਹੜਾ ਹੈ ਨਾ ਪ੍ਰੋਗਰਾਮ ਓਵਰ ਹੀ। ਇਹ ਸੀਕਰ ਦੇ ਕਹਿਣ ਤੇ ਜਸੂਸੀ ਕਰਦੀਆਂ ਰਹੀਆਂ ਨੇ। ਉਹਨੇ ਪਰ ਜਸੂਸੀ ਕਰਦੀ ਪਏ। ਮੁਬਸ਼ਰ ਨੇ ਫੋਟੋ ਕਿਉਂ ਆਪਣੀ ਦਿੱਤੀ ਹੈ ਬਾਜੀ ਨੂੰ? ਉਹ ਬਾਜੀ ਨੂੰ ਉਹਨੇ ਥੋੜੀ ਦਿੱਤੀ ਹੈ, ਅੱਗੋਂ ਕਿਸੇ ਬਾਜੀ ਨੇ ਦਿੱਤੀ ਹੈ। ਇਹਨੇ ਕਿਹੜੇ ਬਾਜੇ ਨੂੰ ਆਪਣੀ ਫੋਟੋ ਦਿੱਤੀ ਸੀ? ਕਈ ਬਾਜੇ ਨੇ, ਹੁਣ ਕਈਆਂ ਕੋਲੇ ਹੁਣ ਕੀ ਬੰਦੇ ਨੂੰ ਪਤਾ ਹੁੰਦਾ ਕਿਹਦੇ ਕੋਲ। ਤੇ ਇਹਦਾ ਮਤਲਬ ਕਿ ਬੜੇ ਤੇਜ਼ ਹੈ ਨਾ ਦੀ CID ਹੈ ਕਿ ਆਪਣਾ ਸਮੁੰਦਰ ਪਾਰ ਕਰਕੇ ਬੰਦੇ ਭੇਜ ਦਿੰਦੇ ਨੇ ਮਾਰਨ ਵਾਸਤੇ। ਤਾਂ ਜ਼ਾਹਰੀ ਗੱਲ ਹੈ ਵੀ ਤੁਹਾਨੂੰ ਅੱਜ ਪਤਾ ਲੱਗਿਆ। ਇਹ ਬੜਾ ਖਤਰਨਾਕ ਗੈਂਗ ਹੈ। ਇਹ ਕੋਈ ਤੇ ਅਸੀਂ ਕਹਿ ਰਹੇ ਕੀ ਫੇਰੇ ਨੇ ਉਹ ਕੀ ਹੈਗਾ ਜਿਹੜਾ ਉੱਥੇ ਉਹ ਵੀਡੀਓ ਬਣਾ ਰਿਹਾ ਹੁੰਦਾ UK ਦੇ ਵਿੱਚ ਮਸਜਿਦਾਂ ਦੇ ਸਾਹਮਣੇ ਤੇ ਕਹਿੰਦਾ ਅਲੀ
ਅਲੀ ਅਲੀ ਅਲੀ ਗੰਦਲ ਉਹਦੇ ਮਾਰ ਪਈ ਹੈ ਆਪਣਾ, ਉਹਦਾ ਵਿਚਾਰੇ ਦਾ ਆਪਣਾ ਕੰਮ ਖਰਾਬ ਹੋਇਆ ਸੀ। ਤੇ ਉਹਦੇ ਗਰੋਹ ਦੀ ਹੈ ਨਾ ਵੀ। ਕਿਹੜੀ ਬਾਜੀ ਸਫੀਆ? ਹਾਂਜੀ ਨਹੀਂ ਬਾਜੀ ਸਫੀਆ ਉਹਦੇ ਗਰੋਹ ਦੀ ਕਿਤੇ ਡੈਨਮਾਰਕ ਦੀ ਫੋਟੋ ਬਣਾਉਂਦੇ, ਉਹਨੂੰ ਕਹ ਬਣਾਣੀ ਤੇ ਆਪਣਾ ਉਹਦੀ ਬਣਾ ਕੀ ਨਾਂ ਹੈ ਤਾਰਕ ਚੌਹਾਨ ਦੀ, ਉਹ ਵੀ ਡੈਨਮਾਰਕ ਹੀ, ਉਹ ਵੀ ਕੱਲਾ ਹੈ, ਵੀ ਕੱਲਾ। ਬੰਬਾਸਟਿਕ ਭਾਈ ਇੱਕ ਖਤੂਨ ਉੱਥੇ ਕਤਲ ਕਰਵਾਉਂਦੀ ਫਿਰਦੀ ਤੇ ਤੁਸੀਂ ਮਜ਼ਾਕ ਚ ਕੰਮ ਪਾਇਆ। ਉਹ ਕਹਿੰਦਾ ਮੇਰੀ भी फोटो है, कितने मुझे दिखाओ। वाटर भाई आए ना, वाटर भाई आप क्या कहेंगे इस हवाले से? ए कौन है सादिया बाजी? कौन है सादिया? ए कौन है सादिया खान? सादी बाजी मेरी फोटो मुझे दिखाए, मैं अपनी शक्ल भूल चुका हूँ। सेल्फी खींच के देख लो। सादिया बाजी इमरान भाई, इनका तो बहुत मटेरियल निकल आएगा। इनकी तो इतनी रिकॉर्डिंग पड़ी हुई है जिसमें इन्होंने इतनी धमकियां दी हैं लोगों को। किसकी? ਉਹ ਨਹੀਂ ਬੰਬਾਸਟਿਕ ਭਾਈ ਤੁਸੀਂ ਆਪਣੇ ਤੇ ਲੈ ਜਾਓ यार मैंने भी शौक है मशहूर होंदा। एक मिनट ठहरो सही, धर्मा ਵਿੱਚ ਪਾਉਣ ਲੱਗਾ ਗੱਲ ਦੇ ਖਲੋ ਤੇ ਜਾਓ यार मैंने बड़ा शौक है, मैंने मशहूर ही नहीं करदा, मैं ਸਾਰਿਆਂ ਨੂੰ ਗਾਲਾਂ ਕੱਢਣ ਲੱਗ ਗਿਆ। ਤੁਸੀਂ ਮੈਂ ਉਹੀ ਤਾਂ ਕਹਿ ਰਿਹਾ ਨਾ। ਮੇਰੀ ਗੱਲ ਸੁਣੋ, ਇਹ ਤੁਸੀਂ ਪਟੀਸ਼ਨ ਦਾਇਰ ਕਰੋ ਨਾ। बम्बास्टिक साहब को धमकियां दी हैं उन्होंने, तो ये बीबी ने बहुत कोहराम मचाया हुआ है पूरी टीम। नहीं बीबी ने मुझे सिर्फ बददुआएं दी हैं, अल्लाह बेड़ा करे करेगा, मैं कि कोई बात नहीं, अल्लाह खाना के लाभ करेगा। मैंने कहा फिलहाल आपका जो बेड़ा गर्क हुआ उसे तो संभाल दो, फिर मेरा बाद में कर लेना। ਬੰਬਾਸਟਿਕ ਭਾਈ ਹਾਂਜੀ ਉਹਨਾਂ ਨੇ ਤੁਹਾਡੇ ਪਿੱਛੇ ਵੀ ਬੰਦੇ ਲਾ ਦੇਣੇ ਨੇ ਤੇ ਤੁਸੀਂ ਉਹਨਾਂ ਨੂੰ ਈਜ਼ੀ ਲੈ ਰਹੇ ਹੋ। यार ला दे मेरे पीछे, मैं आप बंदे के पीछे लगा है। ਅੰਬਾਸਟਰ ਭਾਈ ਬਸ਼ਰ ਭਾਈ ਸੀਰੀਅਸ ਨੇ, ਉਹਨਾਂ ਨੂੰ ਸੀਰੀਅਸ ਥਰੇ ਵਾਲੇ ਉਹ ਕੋਮਾ ਚ ਚਲੇ ਗਏ ਨੇ। कोमा चला गया बचर, ਉਹ ਕੋਮਾ ਚ ਚਲੇ ਗਏ ਨੇ ਬਸ਼ਰ ਭਾਈ, ਦਵਾਈ ਖਾ ਕੇ ਸੌਂਦੇ ਨੇ। ਉਹ ਕੰਮ ਤੇ ਨਹੀਂ ਜਾ ਸਕਦੇ, ਉਹ ਇਸ਼ਾਰਾ ਕਰਾਸ ਕਰਨ ਲੱਗਿਆ ਉਹਨਾਂ ਨੂੰ ਮੁਸ਼ਕਲ ਹੈ। ਉਹਨਾਂ ਦੇ ਅੱਗੇ ਪਿੱਛੇ ਬੰਦੇ ਫਿਰਨ ਡੇ ਨੇ, ਰਾਤੀ ਹੋ ਰਹੀ ਹੈ ਉਹਨਾਂ ਦੀ। ਪਤਾ ਤੁਸੀਂ ਪ੍ਰੋਫੈਸਰ ਜੇ ਬਚ ਕੇ ਰਹੋ, ਤੁਹਾਡਾ ਤੇ ਸੌਖਾ ਹੈ ਕਿਉਂਕਿ ਸਟੂਡੈਂਟ ਤੁਹਾਡੇ ਆਲੇ ਦੁਆਲੇ ਰਹਿੰਦੇ ਹਰ ਵੇਲੇ। ਜੀ ਬੰਬਾਸਟਰ ਭਾਈ ਸੀਰੀਅਸ ਮਾਮਲਾ ਹੈ। ਪਹਿਲੇ ਰਾਣੇ ਨੂੰ ਹਾਰਟ ਅਟੈਕ ਹੋਣ ਲੱਗਾ ਸੀ, ਉਹ ਮੁਸ਼ਕਲ ਨਾਲ ਬਚਿਆ। ਇਹਨੂੰ ਸਟੇਰੀਅਲ ਭਾਈ ਦੀ ਗੱਲ ਕਰ। ਬੰਬਾਸਟਿਕ ਭਾਈ ਰਾਣਾ ਬੰਬਾਸਟਿਕ ਭਾਈ ਤੁਸੀਂ ਖਾਮੋਸ਼ ਹੋ ਜਾਓ, ਤੁਸੀਂ ਮਿਊਟ ਲਾਓ, ਤੁਸੀਂ ਸਾਡਾ ਕੇਸ ਖਰਾਬ ਕਰੋਗੇ। ਉਹਨਾਂ ਦਾ ਵੀ ਮਸਲਾ ਭਾਈ ਨੂੰ ਗੱਲ ਕਰੋ। ਇੱਕ ਮਿੰਟ ਦਿਓ ਜ਼ਰਾ। ਉਹਨਾਂ ਦਾ ਵੀ ਠੀਕ ਠਾਕ ਮਸਲਾ ਬਣਿਆ। ਫਿਰ ਉਸ ਤੋਂ ਬਾਅਦ ਆਪਣੇ ਜਿਹੜੇ ਦੂਸਰੇ ਭਾਈ ਨੇ, ਆਪਣਾ ਕੀ ਨਾਮ ਯਾਰ ਉਹਨਾਂ ਦਾ, ਜਿਹਨਾਂ ਨੇ ਹੁਣ ਸਟੰਟ ਪਿਆ, ਉਹਨਾਂ ਦਾ ਹਾਂ ਤਾਰਕ ਭਾਈ ਦਾ ਜਿਹੜਾ ਰੀਅਲ ਭਾਈ ਦਾ ਇੰਨਾ ਉਹ ਅੰਡਰ ਪ੍ਰੈਸ਼ਰ ਸਨ, ਹਸਪਤਾਲੋਂ ਫੋਨ ਕਰਕੇ ਅਮਨਦੀਪ ਨੂੰ ਕਹਿੰਦੇ ਸਾਡਾ ਸੁਲਾ ਕਰ ਲੈ। नहीं बल्कि उन्होंने कहा मेरे लिए दुआ करे, मेरा स्टंट जो है बाहर फंसा हुआ है। दिल तो बाहर ही, अद्धा अंदर से अद्धा बाहर, जो होना भी पूरा उन्होंने डाला। शुक्र है चले कोई काम तो हो गया। लेकिन उन्होंने वहां से मतलब इतना उनके ऊपर प्रेशर था कि उन्होंने हॉस्पिटल से फोन किया इनको कि हमसे सुलह कर लो। मतलब कि इतने लोग प्रेशराइज हो गए। ये देखें आप, वो अभी तक मुझे पूछते रहते हैं यार तेरी शक्ल किस तरह, तेरे वाल उगे ने, ਅਸੀਂ ਇੱਕ ਗੰਜਾ ਬੰਦਾ ਦੇਖਿਆ। ਮੈਂ ਕਿਹਾ ਜਿਹੜਾ ਤੁਸੀਂ ਗੰਜਾ ਦੇਖਿਆ ਨਾ ਉਹ ਮੈਂ ਨਹੀਂ, ਉਹ ਕੋਈ ਹੋਰ ਚੀਜ਼ ਦੇਖੀ ਹੋ ਤੁਸੀਂ। ਉਹ ਮੇਰੇ ਕੋਲ ਉਦੋਂ ਮੈਂ ਟੋਪੀ ਪਾਈ ਸੀ, ਤੈਨੂੰ ਪਤਾ ਨਹੀਂ ਲੱਗਾ ਮੈਂ ਟੋਪੀ ਜਦੋਂ ਪਾਉਂਦਾ, ਕਿਸੇ ਨੂੰ ਨਹੀਂ ਪਤਾ ਲੱਗਦਾ। ਨਹੀਂ ਮੈਂ ਕਿਹਾ ਮੈਂ ਤਾਜ਼ੀ ਅੰਡਰ ਸ਼ੇਵ ਕੀਤੀ ਸੀ यार। बम्बास्टिक भाई, वाटर भाई आए हैं। अस्सलाम वालेकुम वाटर भाई। वालेकुम अस्सलाम जनाब, क्या हाल चाल है? वाटर भाई क्या कहेंगे आप इस हवाले से? मैं इस हवाले से ये कहूँगा कि भाई से कहो कि पहले ठीक हो जाए, बहुत ही टेंशन लेने की जरूरत नहीं है, और डॉक्यूमेंट कर दें कहीं भी। वाटर तू यार तू फार्मासिस्ट है, तू सबको लोलोमाइसिन का टीका लगा दे। नहीं वो बंदा टीके होते नहीं, ये मैंने सुना, मैं तो लगा देता। ये वाटर जो है ना, ये फार्मासिस्ट है, बहुत फने खान किस्म का। इसकी 3 शॉपर ड्रग हैं अपनी उधर ब्रैम्पटन में, तो इसको फ्री टीके मिलते हैं लोलोमाइसिन के। वो तो ठीक है, लेकिन ये दवाई अपने से तो दे नहीं सकते। जो डॉक्टर लिख के देगा वही देंगे ना, कि अपने से भी दे देते हैं। अपने को इसको ये अथराइज हो गया अभी प्रेस्क्रिप्शन लिखने का। हाँ वो कुछ हद तक है ना, पुलिस तो नहीं है ना। हाँ तो वो बीमारी नहीं है, अब पुलिस दादी नहीं है अभी। अब अपनी बात सुन लो गौर से, बाकी मजाक की बातें हो गई एक तरफ। अगर तो आप लोग बात कर रहे हो ना सही, तो थोड़े से हो जाओ होशियार।
अच्छा बात ये है कि आप उसका मुकाबला नहीं कर सकोगे। किसका? ठीक है, क्यों? हाँ, इसलिए तगड़े को तगड़े के मत्थे लगने दो। किसका मुकाबला नहीं कर सकते? माई का मुकाबला नहीं होना इन्होंने बंदियां कोलों। ਤੇ ਕਿਹਨੂੰ ਮੱਥੇ ਲਾਈ ਉਹਦੇ ਫਿਰ? चौहान नु चौहान थोड़े से चौहान ना थोड़े से खामोश हो जाओ, बाकी आप ही आ जाएगा उसके मुकाबले पे। जिसने आना है ना वो ऑटोमेटिक आ जाएगा। मेरे ख्याल आप से लोग आप स्पार्कल 15 बाजी दिनों को के लाए लिए उसके ना- मुकाबले में, स्पार्कल बाजी को। हाँ, आप 15 दिनों के लिए ना सारे उसका जिक्र ना बंद कर दो। बल्कि आप ਬੰਦਾ में- ਬਣਵਾ जाना है ਛੜੇ ना, ਅਸੀਂ उसके ਜ਼ਿਕਰ मत्थे ਕਿਉਂ लगना है। मैं एक बात बताता हूँ, आप में से कोई भी वॉलंटियर बाहर आए और वो शादी कर ले बाजी उमेर बाप से, और उमेर बाप को इसके खिलाफ कर दे, इन दोनों के ना आपस में दंगल करा दो, जिस तरह सुल्तान फिल्म में दंगल नहीं होता कुड़ियां का। ਬੰਬਾਸਟਕ ਭਾਈ ਅਸੀਂ ਕਿਸੇ ਦਾ ਦੰਗਲ ਨਹੀਂ ਕਰਵਾਵਾਂਗੇ, ਅਸੀਂ ਪੁਲਿਸ ਨੂੰ ਦੱਸਾਂਗੇ, ਉਹ ਆਪ ਹੀ ਦੰਗਲ ਕਰਨਗੇ। ਅੱਛਦੇ ਫਿਰਦੇ ਆ ਤੁਸੀਂ ਤੁਸੀਂ ਮਜ਼ਾਕ ਸਮਝਦੇ ਆ ਜੀ। ਮੈਂ ਇੱਥੇ ਦੁਆਵਾਂ ਦਿੱਤੀਆਂ ਨੇ ਅੱਗੇ ਥੋੜੀ ਦੇਰ ਪਹਿਲੇ, ਔਰ ਆਪਣੇ ਭਰਾਵਾਂ ਨੂੰ ਦੁਆਵਾਂ ਦਿੱਤੀਆਂ ਨੇ। ਅੱਛਾ ਵਾਟਰ ਭਾਈ ਅਸੀਂ ਤਾਂ 15 ਦਿਨ ਖਾਮੋਸ਼ ਹੋ ਜਾਂਦੇ ਆ, ਤੇ ਜੇ ਸਾਡੇ ਭਾਈ ਨੂੰ ਕੁਝ ਹੋ ਗਿਆ ਤੇ ਫੇਰ ਕੀ ਬਣੇਗਾ? ਹਾਂ इन बशर नहीं भाई ਨੂੰ ਥੋੜਾ ਸਾਈਡ ਤੇ ਕਰ ਦਿਓ। ਔਰ ਕੀ ਕਹਿੰਦੇ ਨੇ, ਉਹ ਸਾਈਡ ਤੇ ਨਾ ਹੋ ਸਕਦੇ, ਜ਼ਾਹਿਰ ਕੰਮ ਕਾਰ ਤੇ ਵੀ ਜਾਣਾ ਸਾਈਡ ਉਹਨਾਂ ਦੇ ਨੇ, ਬੱਚੇ ਕਿੱਥੇ ਵੀ ਕਰਦੀ ਠੰਡੇ ਨੇ ਉਹਨੂੰ ਘਰੋਂ ਸਕੂਲ ਕੱਢ ਦੇ। ਦਈਏ। ਰੋਜ਼ੀ ਰੋਟੀ ਕਿਦਾਂ ਕਮਾਏ, ਕੀ ਕਰੇ ਉਹ ਬੱਚੇ ਨੇ, ਉਹਨੇ ਆਪਣੀ ਮਿਹਨਤ ਮਜ਼ਦੂਰੀ ਹੈ। कोई गल नहीं, ਅਸੀਂ ਸਾਰੇ ਚੰਦਾ ਦੇਾਂਗੇ। उसका भी तरीका है। ਉਹਨਾਂ ਦਾ ਜਾਂ ਤੇ ਗਵਰਨਮੈਂਟ ਕੋ ਕੋਈ ਟਾਂਗਾ ਫਿੱਟ ਕਰਾ ਦਿਓ, ਕਿਉਂਕਿ ਉਹ ਵੀ ਉਹਨਾਂ ਦਾ नहीं नहीं, हम रसीद में एक और अपना चंदा ऐड कर देंगे, अपना चंदा मुबशर। ਨਹੀਂ ਤੁਸੀਂ ਨਾ ਰਸੀਦ 'ਚ ਤੁਸੀਂ ਐਡ ਕਰੋ, ਤੁਸੀਂ ਇਹ ਪਟੀਸ਼ਨ 'ਚ ਆਪਣਾ ਨਾਮ ਐਡ ਕਰੋ ਨਾ, ਪਟੀਸ਼ਨ ਦਾਇਰ ਕਰਨੀ ਕੱਲ। ਹੋ ਜਾਓ, ਤੁਸੀਂ ਜਿਹੜਾ ਅਸੀਂ ਕੇਸ ਕਰਨਾ ਉਹਦੇ ਤੇ ਸਾਈਨ ਕਰਨੇ ਨੇ ਕੰਮ ਹੋ ਬਸ। ਜਾਵੇ ਤੁਹਾਨੂੰ, ਫਿਰ ਤਦਫੀਨ ਦੀ ਤਿਆਰੀ ਕਰੀਏ ਫਿਰ ਉਹਦੀ। ਆਹ ਯਾਰ ਮੈਨੂੰ ਤੇ ਇਸ ਗੱਲ ਦੀ ਪਤਾ ਲੱਗਾ ਕਿ ਗੋਲੀਆਂ ਖਾਂਦਾ ਹੈ, ਤੇ ਸੌਣ ਤੋਂ ਪਹਿਲੇ ਅਗਰ ਗੋਲੀਆਂ ਨਾ ਖਾਏ ਤੇ 2-3 ਦਿਨ ਦੇ ਸੌਂਦਾ ਨਹੀਂ। यार ਹੁਣ ਦੇਖੋ ਨਾ ਉਹਨੇ ਕਾਫੀ ਦੇਰ ਬਹਿਣਾ ਸੀ, ਵਿਚਾਰਾ ਪਰੇਸ਼ਾਨ ਹੋ ਕੇ ਚਲਾ ਗਿਆ। अब बम्बास्टिक भाई ने मजाक की गल पाई थी, ये गल सीरियस करने पे सारे सी। नहीं सीरियस, ए वाकई बंदा और को गया मुबशर को या ਹਾਂ ਨਾ तो उन्हें की क्या ਉਹ मुबशर ਯਾਰ ਉਹਦੀ ਰੈਕਿੰਗ ਕਰਦੇ ਫਿਰਦੇ ਨੇ। ਮੁਬਸ਼ਰ ਨੂੰ ਉੱਤੇ ਲੈ ਲਓ ਯਾਰ, ਮੁਬਸ਼ਰ मुबशर बड़ा कुड़ी उनको उंगल दे के नस जाएगा, मर्द बंदा ਬੰਬਾਸਟਕ ਭਾਈ ਵੀ ਅਜੀਬ ਗੱਲਾਂ ਕਰਦੇ ਨੇ। ਕੀ ਕਰਦੇ ਜੀ ਤੁਸੀਂ ਯਾਰ, ਮਜ਼ਾ ਨਹੀਂ ਤੁਹਾਨੂੰ ਆਉਂਦਿਆ ਬਿਲਕੁਲ ਹੀ। इसके कपड़े उतारना, आ गया मुबशर, आ गया अच्छा आ गया मुबशर, आ गया। फरेबी और छोटी औरतों के कपड़े उतारना ये मौला अली की सुन्नत है। लोगों, ओ फुद्दू मुसलमानों, इसको मुसलमान समझने वालों, इसके कपड़े उतारना मौला अली की सुन्नत है। ऐसी औरतों के कपड़े उतारना है हजरत अली रज़ी अल्लाह तआला अन्हु का। ਜੀ जी यार गजनी भाई नवा कटा ना खोलो, बम्बास्टिक मुबशर साहब माई मिस्टेक, माइक अनम्यूट हो गया जी। मैं सॉरी चाहता हूं। मुबशर जी। मुबशर बन फिक्र ना करियो, मैं तेरे पीछे हूं। अच्छा मेरे पीछे ही रहना, मेरा आगो पीछा पाट जे भावे। नहीं मैं तेरे पीछे तवा बन जाऊंगा, फिक्र ना कर। यार बम्बास्टिक भाई गल ਐਵੇਂ ਦੇਖੋ ਯਾਰ, ਗਜਨੀ ਭਾਈ ਮੈਨੂੰ ਗੱਲ ਕਰ ਲੈਣ ਦਿਓ ਪਲੀਜ਼। ਨਹੀਂ ਮੈਂ ਫੁੱਲ ਮਾਰਾਂਗਾ ਪਹਿਲੇ, ਕਿਉਂਕਿ ਤੁਹਾਨੂੰ ਮੈਨੂੰ ਪਤਾ ਕਿ ਤੁਹਾਡਾ ਅੱਜ ਕੱਲ ਤੁਸੀਂ ਘਰੋਂ ਨਹੀਂ ਨਿਕਲ ਰਹੇ ਔਰ ਤੁਹਾਡਾ ਸਿਲਸਿਲਾ ਨਹੀਂ ਚੱਲ ਰਿਹਾ। ਮੈਨੂੰ ਫੁੱਲ ਮਾਰਾਂਗਾ। ਮੈਂ ਬੰਬਾਸਟਿਕ ਭਾਈ ਨੂੰ ਤੇ ਵਾਟਰ ਭਾਈ ਨੂੰ ਐਕਸਪਲੇਨ ਕਰ ਦਿਆਂ ਕਿ ਜੋ ਮੇਰਾ ਹਾਲ ਹੈ ਇਸ ਟਾਈਮ, ਦੇਖੋ ਮੇਰੀ ਰੈਕੀ ਹੋ ਰਹੀ ਹੈ, ਮੇਰੇ ਪਿੱਛੇ ਲੋਕ ਲੱਗੇ ਨੇ। ਬੰਬਾਸਟਿਕ ਭਾਈ ਮੈਂ ਦੇਖੋ ਇਹ ਨਹੀਂ ਕਹਿ ਸਕਦਾ ਕਿ ਲੋਕਾਂ ਨੇ ਮੈਨੂੰ ਸਾਈਨ ਕਰਕੇ ਦਿੱਤਾ ਕਿ ਹਾਂਜੀ ਅਸੀਂ ਤੁਹਾਡੇ ਪਿੱਛੇ ਲੱਗੇ ਹਾਂ। ਅੱਛਾ ਇਹ ਗੱਲ ਨਹੀਂ ਹੈ। ਦੇਖੋ ਜਦੋਂ ਦੀ ਸਫੀਆ ਸਾਹਿਬਾ ਨੇ ਮੇਰੇ ਖਿਲਾਫ 3 ਦਿਨ ਦੀ ਬਰੋਡ ਲਾਈ ਹੈ, ਜਿਹਦੇ ਚ ਮੈਨੂੰ ਸ਼ਾਤਮ ਡਿਕਲੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਮੈਂ ਉਦੋਂ ਦਾ ਹਿਸਾਬ ਲਾ ਰਿਹਾ। ਦੇਖੋ ਮੇਰੇ ਜ਼ਿਹਨ ਚ ਆ ਰਿਹਾ ਕਿ ਮਨਸਬਾ ਨਬੀਨ ਫਕਤਲੂਹੂ, ਮੇਰੇ ਹਾਂਜੀ ਮੇਰੇ ਤੇ ਹੋਣ ਲੱਗਾ। नहीं ये वैसे सफिया बाजी से पूछना चाहिए कि सफिया बाजी आपको क्या दुश्मनी है मुबशर रज़ी से? बिल्कुल, मैं सिर्फ ये बात करने आया हूँ। मैं आपकी बातें सुन रहा था। मैं आप समझ रहे हैं ये मजाक है, ये मजाक नहीं है। इट्स रियली वेरी सीरियस कि देखें मैं इस टाइम खौफो हिरास में जी रहा हूँ और अपना काम नहीं कर पा रहा, क्योंकि मुझे हर वक्त ये डर रहता है कि अभी कोई मनसबा नबीन फक्तलू आ जाएगा। मैं ये चाहता हूँ कि आप लोग मेरी आवाज उठाएं और एटलीस्ट सफिया बाजी से ये पूछें कि सफिया बाजी अपने जो पैसे इकट्ठे कर रही हैं, मुझे फोन आता है मुझे फोन पे हैरेसमेंट होती है। हैरेसमेंट फोन की ज्यादा है या उस बंदे की ज्यादा है जिसको कत्ल करने के लोग दरपे पे हैं?
अल्लाह बेड़ा गिर करें सबका। हाँ देखिए, डोंट टेक इट रियली, डोंट टेक इट एज अ जोक, प्लीज प्लीज स्टैंड विद मी एंड एटलीस्ट सेव माय लाइफ। चलो जी ठीक है जी, हम आपके साथ खड़ा हैं। फलस्तीन को आजाद करो। अल्लाह मियाँ इनका बेड़ा अच्छा गिर यार, बात करें। पता है क्या, आपने रिपोर्ट करा दी है मुबशर? मुबशर तू रिपोर्ट कराई है? ਯਾਰ ਰਿਪੋर्ट ਮੈਂ ਉਹ ਕਰਾਈ ਸੀ ਜਦੋਂ ਆਪਣਾ ਬਲੱਡ ਟੈਸਟ ਕਰਾਏ ਸਨ, ਉਹਦੀ ਰਿਪੋर्ट ਕਰਾਈ ਸੀ। और नहीं, नवी रिपोर्ट करा था थाने जाके को, देखो जी मुझे बहुत ज्यादा खतरा, तो मुझे इधर कैद कर लो। वो आपको बंद कर देंगे, अंदर रोटी पानी देंगे और उसके बाद आपके सीरियस नहीं ले रहे यार बम्बास्टिक भाई, इसको सीरियस नहीं ले रहे। अच्छा तेरे पास तो बंदा है, वाकई है बंदा मुबशर बस भाई, आज मियाँ साहब की ब्राड कह के लगवाई है हम लोगों ने, फिर भी हम इस इश्यू पे बात कर रहे हैं यहाँ पे बैठ के। सर बम्बास्टर साहब, ਉਹਦੀ ਸੀਰੀਅਸਨੈਸ ਨੂੰ ਤੁਸੀਂ ਅੰਦਾਜ਼ਾ ਨਹੀਂ ਲਾ ਰਹੇ। बम्बास्टिक भाई मैं कसम खाऊं, कोई कभी कभी अच्छा तो बंदा आया, उसने तेरे साथ राब्ता किया? नहीं देखे, मैं तो जब से मेरे खिलाफ ब्रॉड लगी है ना ਬੰਬਾਸਟਕ ਭਾਈ ਦਾ ਨਾ ਵੇ ਹਿਸਾਬ ਲਾ, ਕਹਿੰਦੇ ਨੇ ਬੰਦੇ ਨੇ ਆਉਣਾ ਸੀ, ਤੂੰ ਰਾਬਤਾ ਕਰਨਾ ਸੀ ਕਿ ਹਾਂ ਬਸ਼ਰ ਮੈਂ ਤੇਰੀ ਹੈਕਿੰਗ ਕਰਨ ਆਇਆ, ਤੇ ਕਿੱਥੇ? हाँ मैनू दस मैं किथे करके छुरी मारा नहीं मुबशर कर रहे यार। नहीं मुबशर, तू मुझे बता तू कितने बजे काम पे निकलती है? Where would you like me to get your to get my knife into you? नहीं नहीं, वो कहना होना कि बंदा बम्बास्टर साहब सलाम अलैकुम। तैनू मारा किते? बम्बास्टर साहब सलाम ਉਹਨੇ ਤੈਨੂੰ ਕਿਹਾ ਹੋਣਾ ਕਿ ਕੰਮ ਪੈ ਗਿਆ ਹੈ ਤੇਰੇ ਨਾਲ ਥੋੜੀ ਦੇਰ ਦਾ, ਤੇ ਮੈਂ ਜਿੱਥੇ ਜਿੱਥੇ ਕਹਿਨੀ ਆ ਤੂੰ ਕਿਉਂ ਨਹੀਂ ਛੇੜਦਾ? बम्बास्टिक भाई सीरियस नहीं है, मेरी तकलीफ दे मेरी बम्बास्टर साहब सलाम अलैकुम। वाह जनाब, ऐसे बहुत इशू हो गए ने। नहीं बम्बास्टर भाई साहब, ऐसा नहीं है मेरे प्यारे भाई, तकरीबन ये 3-4 दिन हो गए हैं, जैसे कोई बंदा देख रहा है ये, या कोई खड़ा होकर देखता है। कभी इंसान को जब डर हो ना, जब कोई इल्जाम लगाता है, या उसको पहले भी था, लेकिन अब 3-4 दिन हो गए। बेशक आप मजाक समझे, कोई बंदा जैसे कोई रैंकिंग कर रहा है, कभी टोपी पहन के, कभी उधर खड़ा होके, बंदे को पता चल जाता है यार कि मेरे पीछे कौन बंदा आ रहा है, लेकिन दूर से वो खड़ा होकर बंदा देखता है। आप इस बात को सीरियस ले मेरे प्यारे भाई, ये एक मजाक नहीं है, आज नहीं बैजा हैकल वाला काम नहीं है ये। इसकी तस्वीरें उतारता है, इसकी तस्वीरें उतार रहा है वो, दूर खड़ा होकर देखता है, कभी टोपी पहन के, कभी कुछ करके, लेकिन नजदीक नहीं अभी आ रहा। लेकिन देखिए बम्बास्टिक भाई, अगर कोई बंदा खंबे के पास खड़ा हो, गाड़ी के पास खड़ा हो, अपनी टींड छुपाने के लिए टोपी पहन ले, तो बंदे को टेंशन तो होती है ना। नहीं, मुझे पहले ये बताओ कि मुबशर रज़ा एक सोना मुंडा है? यार मुबाशर तू तो फिर यकीन कर, सोना क्लीन शेव कराई हुंदी है, ठीक ही सोना है या नहीं जो है। अच्छा बंदा एक ही है कि मुख्तलिफ आ रहे हैं? बंदे हैं। एक बंदा ऐसा देखा गया है जो अपनी टोपी से पीछे, कान के पीछे खारिज भी करता है। नहीं मुबाशर भाई केस खराब कर दे पे ने, वो केस नु सीरियस नहीं ले रहे। अच्छा वाकई ये सीरियस है कि उसके सब पीछे बंदा? बैठे 60 बंदे बैठे ना, असि पागल पे उसरे ड्रामेबाजी कर रहे हैं यार। नींदें हराम की हुई है हमने अपनी। नहीं ये तो फिर गलत बात है। तो फिर रिपोर्ट क्यों नहीं की मुबशर रज़ा ने? कर तो रहा है, इसीलिए तो अपने भाइयों को बता रहा है कि मैं क्या करूं यार। आप सीरियस लेंगे तो वो किसी से बात करेगा ना यार मुबाशर भाई। वो मैं ये अभी सैनी की ब्रांड लागी है, मैं सैनी साहब से मशवरा करता हूँ की करना आगे। यकीन करें मुबाशर भाई, ये नहीं एक मिनट गजनी साहब बात कर लेते यार। गजनी साहब एक मिनट, मुबाशर भाई यार गजनी बात तो करने दे यार। मुबाशर भाई ये सीरियस बात है, यकीन करें, इसको मजाक ना समझे। नहीं मैं सीरियस बात कर रहा हूँ। 5 दिन हो गए हैं, जैसे कोई बंदा को कोने पे जब वो गाड़ी लेके जाता है, जैसे लगता है कोई देख रहा है। क्यों ये ऐसा नहीं होगा कि हम भाई चुप कर, इसीलिए वो आज उस आया है कि मैं अपने भाइयों को ऊपर बुलाऊं कि मैं क्या करूं, लेकिन हम ही उसका मजाक उड़ाएंगे तो वो क्या करेगा यार। ये बात नहीं ठीक है, अगर ये सीरियस बात है तो इसका कुछ करना चाहिए। ये ना कि बम्बास्टिक भाई जिस फील्ड में रहे हैं ना, उनके लिए ये बातें नॉर्मल है। बहरहाल ये मुबशर साहब को चाहिए कि हुजूर को खत लिखें दुआ का कि मेरे पीछे लोग लग गए।
नहीं वो तो लिखेंगे इंशाल्लाह। वो ਥਾਣੇ ਨਾ ਜਾਣ ਤੇ ਇੱਧਰ ਉੱਧਰ ਨਸੇ ਫਿਰਨ, ਉਹਨਾਂ ਨੂੰ ਇਹ ਕਿਹਾ ਕਿ ਥਾਣੇ जाओ, जाकर रिपोर्ट अच्छा करो। मशवरा है, अच्छा मशवरा ये। हजूर को तो लिखेंगे ही, साथ में उन्हें कहा बास्टर भाई कि आप थाने जाएं और रिपोर्ट करें और इस खतून का अच्छे तरीके से नाम बताएं और एड्रेस बताएं कि ये मोहतरमा है जो इस सारे काम बास्टर भाई आप भी जहां जाएं यकीन करें, सीरियस बात करें कि एक भाई को जिसने कोई गलत बात की या नहीं की, जब उसने माफी जो भी हुआ, लेकिन ये भाइयों ने 3 दिन ब्राड़ लगा के उसके खिलाफ जो प्रोपोगंडा किया, ये सारे लोग बैठ के, बास्टर भाई आप कुछ भी ना करें, लेकिन आपके बगैर 3-4 दिन आपके बगैर कोई इतनी बातें करे कि इसका ये नाम है, इसको कत्ल कर दो, इसका ये नासरी नाम है, जो सीकर भी बता रहा था ये है यार, ये नॉर्मल बात नहीं है। बास्टर को कोई भी इल्जाम झूठा भी कोई लगा, अल्लाह तो नौजुबिल्ला को कह देना ये काम करते हो, आपको पता है ये क्या बनता है यार, बेशक बाहर के मुल्क क्यों ना हो। बड़ी बुरी बात है। नहीं बंदे को खतरा होता है। इसका पूरा नाम पता चल चुका है सफिया? हाँ जी पता चला यार, उनके पास है सारा कुछ यार। मास्टर भाई आप तो बच्चों वाली बात कर रहे हो ना। नहीं सफिया जब रिपोर्ट करनी है तो उसका भी तो पूरा नाम पता, उसके घर का वालदियत चपड़गंजू, ये पूरा नाम पता होना चाहिए। तो पता होगा, इसीलिए वो ऊपर बुला रहा था कि अपने भाइयों को बताएं मैं क्या करूं। सुबह के बैठे हुए यकीन करें, लेकिन हम लोग को कभी लग रहा है, लेकिन मैं सोया उठा हूँ, मैं सुबह का ब्राइट से लगा रहा हूँ तो यार ये अच्छी बात नहीं है। मुझे सिर्फ उनके वालिद का नाम का पता, सफिया बाजी का, उनका नाम चपड़गंजू है। बम्बास्टर में सिर के करना, मेरे सिर चिट मार। नहीं यार डॉक्टर सीरियस बात है, उसने कहा मेरे अबू चपड़गंजू है। ਰਾਣਾ ਸਾਹਿਬ ਭਾਈ ਜੀ ਉਹਨਾਂ ਦੀ ਸੁਣ ਲਓ। ਰਾਣਾ ਸਾਹਿਬ ਤੁਸੀਂ ਕੀ ਕਹਿੰਦੇ ਹੋ ਇਸ ਕੇਸ? ਰਾਣਾ ਸਾਹਿਬ ਅੱਗੇ ਇੱਥੇ ਸਨ ਜਦੋਂ ਅਸੀਂ ਸ਼ੁਰੂ ਕੀਤੀ ਹੈ। ਸ਼ਾਤਮ ਹੁਸੈਨ ਆਇਆ ਜੇ, ਸ਼ਾਤਮ ਅਲੀ ਸ਼ਾਤਮ ਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਮਾਤਾ ਦੀ ਬੋਲੋ ਤੇ ਭੱਜ ਕੇ ਕੁੰਡਾ ਖੋਲੋ, ਬੋਲੋ ਜੈ ਮਾਤਾ ਦੀ। आ गया शहनशाह थले आ गया जे गदनफर हुसैन की ना ਉਹਦਾ ਵੱਡੇ ਇਹ ਨਾ ਇਹਦੀ ਸ਼ਕਲ ਦੇਖੋ, ਇਹਦੀ ਸ਼ਕਲ ਦੇਖੋ ਕਿ ਅਮਰੀਕਾ ਦਾ ਸ਼ਹਿਨशाह। ਐਰੇ ਕੋਲ ਸਭ ਦੀ ਫੋਟੋਆਂ ਆਈਆਂ ਨੇ। ਗੱਲ ਤੇ ਸੁਣੋ, ਇਹਦੇ ਕੋਲ ਸਾਰੀ ਐਰੇ ਕੋਲ ਮੇਰੇ ਬਚਪਨ ਦੀ ਫੋਟੋ ਵੀ ਹੈ, ਲੇਕਿਨ ਜਦੋਂ ਮੇਰੀ ਝਾਂਡੂ ਆਈ ਸੀ। ਬੰਬਾਸਟਰ ਸਾਹਿਬ ਸਾਡੇ ਭਰਾ ਨੂੰ ਅਲੀ ਅਕਬਰ ਨੂੰ ਫੋਨ ਕਰ ਸਾਦਾ ਰਿਹਾ, ਸਾਦਾ ਰਿਹਾ। ਇੱਕ ਵਾਰ ਮੇਰੀ ਬਰਾੜ ਤੇ ਉਹ ਆਇਆ, ਕਹਿੰਦਾ ਅਮਰ ਰਜ਼ੀਰ ਨੂੰ ਪਤਾ ਲੱਗੇ ਵੇਖਣ, ਉਹ ਆਂਦਾ ਨਾ ਜਦੋਂ ਭੱਜ ਜਾਂਦੇ ਨੇ, ਫਿਰ ਉਹ ਆ ਕੇ ਸਾਡੀ ਬਰਾੜ ਦੱਸਿਆ ਅਲੀ ਅਕਬਰ ਨੇ ਵੀ ਤਰਲੇ ਪਾਉਂਦਾ ਰਿਹਾ ਮੇਰੇ ਪਿਆ ਸਾਡੀ ਬਰਾੜ ਤੇ। ਅਮਰ ਰਜ਼ੀਰ ਕਿਤੇ ਸੁਣ ਲਿਆ, ਅਮਰ ਰਜ਼ੀਰ ਨੂੰ ਫੋਨ ਕੀਤਾ, ਉਹ ਵੇਖੋ ਉਹ ਸ਼ਾਤਮ ਕਹਿੰਦਾ ਹਜ਼ੂਰ ਦੀ ਨਾਉਜ਼ ਬਿਲਾ ਸੱਲੱਲਾਹ, ਕਹਿੰਦਾ ਹਜ਼ੂਰ ਦੀ ਫਟੀ, ਅਸਤਗਫਿਰullah, ਸ਼ਾਤਮੀਅਤ ਕਰ ਗਿਆ ਜੇ ਬਗੈਰਤ। देखो हजूरे पाक दे उत्ते शातमियत की, शातमियत कर गए हजूरे पाक। अल्लाह माफ करे, बड़ा ही लानती है। इसका स्क्रीनशॉट लेकर ना तो ये ना उधर पाकिस्तान में भेज दो अपना। अगे ही ਇਹਦਾ ਨਿਕਾਹ ਉਹਨੇ ਮੁਫਤੀ ਮੁਬਸ਼ਰ ਨੇ ਹਰਾਮ ਕੀਤਾ, ਉਹਨੇ ਕਿਹਾ ਤੂੰ ਸ਼ਾਤਮ ਹੈ, ਤੇਰਾ ਨਿਕਾਹ ਹੀ ਨਹੀਂ ਹੈ। ऐसे करके दी बुढ़ी नस गई, ਉਹਨੇ ਦੇ ਪਿੱਛੇ ਬੰਦੇ ਲੁਆਏ ਨੇ। ਇਹਦਾ ਤੇ ਸੁਣਿਆ ਸੀ ਕਿ ਦੀ ਬੁੱਢੀ ਕਾਲੇ ਨਾਲ ਨਸ ਗਈ ਸੀ। ਯਾਰ ਫਾਈਟਰ 1 ਮਿੰਟ ਦਿਓ, ਉਹ ਯਾਰ 1 ਮਿੰਟ ਦੇ ਦਿਓ ਪਲੀਜ਼। ਆਪਣਾ ਇਮਰਾਨ ਸਾਹਿਬ ਤੁਹਾਡੇ ਕੋਲ ਹੈ ਜੇ ਆਪਣਾ ਜਿਹੜਾ ਫਤਵਾ ਹੈ ਉਹ ਭਾਬੀਆਂ ਦੇ ਖਿਲਾਫ ਵਾਲਾ, ਉਹ ਚਾਹੀਦਾ ਕਿਸੇ ਨੂੰ ਇਸ ਵੇਲੇ? ਹਾਂਜੀ ਉਹ ਬੱਟ ਕੋਲ ਹੈ, ਨਾਸਰ ਬੱਟ ਕੋਲ ਸਾਰੇ ਫਤਵੇ ਮੈਨੂੰ ਭੇਜ ਸਕਦੇ ਤੁਸੀਂ ਹੁਣੇ ਹੀ ਚਾਹੀਦਾ? ਹੁਣੇ ਹੀ ਬੰਦਾ ਕਿਤੇ ਉਹਦੀ ਕਾਲ ਹੈ, ਮੈਂ ਤੁਹਾਨੂੰ ਦੱਸ ਛੱਡਿਆ ਉਦਾਂ 15 ਜਿਲਦ 15 ਤੇ 546 ਸਹੀ ਹੈ, ਸਹੀ ਹੈ 15 ਸਫਾ 546 ਸਹੀ ਦੱਸਿਆ ਨਾ, ਇਹੀ ਮੈਂ ਦੱਸ ਛੱਡਿਆ, ਮੈਂ ਕੋਸੋਂ ਵੇਖ ਲਓ ਜੇ ਨਾਲ ਲੱਭਾ ਫਿਰ ਮੈਂ ਇੱਥੇ ਲੋਕਾਂ ਨੂੰ ਆਪਣੀਆਂ ਬਰਥਡੇਆਂ ਦੀ ਯਾਦ ਹੈ, ਹਵਾਲਿਆਂ ਦੇ ਮਸਵੇ ਕਿੰਨੇ ਯਾਦ ਹੈ। ਸਾਡਾ ਰਾਣਾ ਜਿਗਰ ਗੋਸ਼ ਆਇਆ, ਰਾਣੇ ਰੂਹਾਨੀ ਖਜ਼ਾਨ ਜਿਲਦ 15 ਸਫਾ 546। ਹਾਂਜੀ ਹਾਂਜੀ ਦੇ ਦਿੱਤਾ ਮੈਂ ਇਹ ਤੇ ਮੈਂ। ਔਰ ਰਾਣੇ ਯਾਰ ਮੁਬਸ਼ਰ ਨੂੰ ਬਚਾ ਟਰੱਕ ਉੱਥੇ ਲੈ ਜਾ ਜਰਮਨੀ ਅੱਜ। ਇਹ ਕੌਣ ਸਾਹਿਬ ਆ ਗਏ ਨੇ 11 ਬਾਈ ਮੁਬਸ਼ਰ ਨੂੰ 11 ਉਹ ਯਾਰ ਉਹਨੂੰ ਥ੍ਰੈਟ ਪੇ ਕਰਦੇ ਨੇ, ਉਹਦੇ ਪਿੱਛੇ ਬੰਦੇ ਨੂੰ ਆ ਸਕਰੀਨ ਆਪਣੀ ਉਹਨੇ ਵੱਡੀ ਕਰ ਲਈ ਹੈ। ਉਹ ਜਿਹੜਾ ਨਾ ਉਹ ਸ਼ਹਿਨशाह ਮਲਕ ਕੈਸਰ ਹਜ਼ੂਰ ਸੱਲੱਲਾਹੁ ਦੀ ਵੇ ਤੁਹੀਨ ਕਰਕੇ ਤੇ ਗਿਆ, ਉਹ ਦਫਾ ਹੋ ਗਿਆ ਕੰਜਰ ਰਾਮ ਦਾ। ਉਹ ਜਿਹੜੇ ਅੱਜ ਆਪਣਾ ਨਾਮ ਇੱਕ ਮਿੰਟ ਯਾਰ ਗਜਨੀ ਕੀ ਹੋ ਗਿਆ ਯਾਰ, ਬਜ਼ੁਰਗੋ ਗੱਲ ਤੇ ਕਰਨ ਦਿਆ ਕਰੋ ਕਿਸੇ ਨੂੰ ਕਰੋ ਚੱਲ ਕਰ ਲੈ ਫਿਰ। ਅੱਜ ਜਿਹੜੀ ਅਬੂ ਬਕਰ ਨੇ ਬਕਵਾਸ ਉੱਤੇ ਕੀਤੀ ਉਹ ਕਿਸੇ ਨੇ ਸੁਣੀ ਹੈ? ਨਹੀਂ
सुनो फिर ਸੁਣਾਓ ਸੁਣਾਓ नवा फतवा देता कहना जेड़ा भी मरजई साडी बराड़ ते आएगा वो अल्लाह ताला माफ करे वो इदां नहीं करदे हुन करो की करना जी ਜੱਟ ਸਾਹਿਬ ਤੁਸੀਂ ਆਪਣਾ ਪੋਸਟਰ ਵੱਡਾ ਕਰ ਦਿਓ। ਅੱਲਾਹ ਤਾਲਾ ਮੁਆਫ ਫਰਮਾਏ। हाँ जी गंदी नस्ल का बंदा गालां कड्ढन दिया उत्थे साडे भाई कुछ बैठे सानू उन्हां नू कह रिहा सी वो ते उन्हें कहा जी साडियां बलाडां ते जेड़ा भी आएगा वो इदां इदां अमन नज़ीर साहब का फतवा सुनाया ਉਹਨਾਂ ਕੀ ਕਿਹਾ। और देखो शहनशाह वान नीचे ना तलावत कर रहा है कहता मैं शहनशाह ਜਿਹੜਾ ਇਹਨੇ ਨਾਮ ਆਪਣਾ ਸ਼ਹਿਨशाह ਰੱਖਿਆ ਇਹਦੀ ਸ਼ਕਲ ਦੇਖੋ ਕਿਤੇ ਅਫਰੀਕਾ ਦਾ ਸ਼ਹਿਨशाह ਜਿਹਦੀ ਸਾਰੀਆਂ ਬੱਕਰੀਆਂ ਮਰ ਗਈਆਂ ਹੁੰਦੀਆਂ इसके कपड़े उतारना ये शरीयत में जायज था। इस तरह की मक्कार फरेबी और झूठी औरतों के कपड़े उतारना ये मौला अली की सुन्नत है। लोगों ओ फुद्दू मुसलमानों इसको मुसलमान समझने वालों इसके कपड़े उतारना मौला अली की सुन्नत है। ऐसी औरतों के कपड़े उतारना हजरत अली रज़ी अल्लाह तआला अन्हु को ओए होए भाई यार फुद्दू मुसलमानों और मैनू मेरा एक दोस्त याद आ रहा है पहले और मैनू मेरा एक दोस्त याद आ रहा है वो पठान है असी कहना फलाने ने मैनू फुद्दू लाने की कोशिश की वो फुद्दू भी कहता था और यार उसने मुझे पुती लगाने का कोशिश की। अली अकबर साहब आए ने अली अकबर साहब ਨੂੰ ਵੀ ਦੱਸੋ ਜੀ ਭਾਈ यार असी कहना अच्छा यार जे तेनू लग जाए सानू जरूर दसी तू ते फिर अपना यार होया ना ਹੁਣ ਪੁੱਜਣਾ ਹੀ ਲਵਾਉਣੀ ਕਿਤੇ ਹੈ ये अली अकबर साहब अपने बशर भाई यार खवातीन भी बैठी हुई हैं मास्टर भाई। अच्छा बाजी माफ कर दो मैं नादान जान के मैं माइंड ना करना ਜੀ ਗਜਨੀ ਭਾਈ ਉਹ ਉਮਰ ਬਾਬ ਸਾਹਿਬਾ ਨੂੰ ਕਾਫੀ ਜ਼ਿਆਦਾ ਅਲਕਾਬਾਤ ਦਿੱਤੇ ਨੇ ਸ਼ਾਰਪ ਸ਼ੂਟਰ ਨੇ ਤੇ ਉਹ ਵੀਡੀਓ ਹੈ नहीं इसने ये जो शहनशाह ये कदम एक मुश्की कुत्ती है ਓਏ ਇਹਨਾਂ ਦੀ ਵੀਡੀਓ ਹੈ ਸੀ ਮੇਰੇ ਕੋਲ ਪਤਾ ਕਿਦੋਂ ਕੀ ਬੜੀ ਗਾਲ ਪਾਈ ਹੈ। ਨਹੀਂ ਮੈਂ ਵੀਡੀਓ ਚਲਾਣਾ ਵਾ ਲੇਕਿਨ ਜੋ ਬੰਦੇ ਆਉਂਦੇ ਨਵੇਂ ਉਹਨਾਂ ਨਾਲ ਗੱਲ ਕਰ ਲਓ। ਫਾਈਟਰ ਆਇਆ ਅਲੀ ਅਕਬਰ ਸਾਹਿਬ ਆਏ ਨੇ साडा फाइटर आया जिगर क्या फाइटर ਯਾ ਫਾਈਟਰ ਭਾਈ ਕੀ ਕਹੋਗੇ ਇਸ ਕਤੂਨ ਦੇ ਬਾਰੇ ਜਿਹਦੀਆਂ ਹਰਕਤਾਂ ਵੇਖ ਕੇ ਤੁਹਾਨੂੰ ਕੀ ਇਹਦੇ ਨਾਲ ਪੁਲਿਸ ਕੇਸ ਹੋਣਾ ਚਾਹੀਦਾ ਕਿ ਨਹੀਂ। ਸੁਣ ਲਓ अली अकबर कुछ कह रहा सुनो यार ਯਾਰ ਇੱਕ ਹਵਾਲਾ ਚਾਹੀਦਾ ਭਾਜਨ ਕਿਸੇ ਹੋਰ ਦੇ ਵੀ ਸੁਣ ਲਿਆ ਕਰੋ ਯਾਰ ਇਮਰਾਨ ਖਾਨ ਦਾ ਨੰਬਰ ਹੈਗਾ ਤੁਹਾਡੇ ਕੋਲ ਹਵਾਲਾ ਮੈਨੂੰ ਹੁਣੇ ਸੈਂਡ ਕਰੋ ਅੱਲਾ ਜਿੱਥੇ ਫਤਾਵਾ ਰਿਜ਼ਵੀ ਜੇਲ੍ਹ ਨੰਬਰ 15 ਸਫਰ 546 ਦਾ ਜਿੱਥੇ ਲਿਖਿਆ ਲਵਾਤਤ ਕਰਾਂਦੇ ਇੱਕ ਬੰਦੇ ਨੇ ਦੇਣਾ ਯਾਰ ਬੰਦਾ ਫਸੇ ਵਾਬੀਆਂ ਦਾ ਖੁਦਾ ਲਵਾਤਤ ਕਰਵਾਉਂਦਾ। ਹਾਂਜੀ ਉਹ ਮੈਨੂੰ ਸੈਂਡ ਕਰੋ ਥੋੜਾ अल्लाह ताला माफ करे ਸਹੀ ਮੈਂ ਕਰ ਦੇ अने अगर मेरा नंबर तारे को सेव है गजनी पे जो गजनी होने का देंदा वो तले बंदा बैठा होना चाहिए किधर फंसे ने याद कर मैं कि यार मेरा मोबाइल उधर है मेरे मैं वापस जाना पैना नहीं तो मैं कर देना आहो इमरान खान नहीं वापस नहीं जाना जट साहब तुही वो ओ यार हवाला तो जल्दी से टाइम निकल जांदा फिर हवाला गाया हो जांदा आहो एक्सपायर ना हो जाए वाला हां फटाफट करो यार ना या टाइम डिले ना करे को फटाफट टाइम देख के की साबित होएगा बंदा एमडी हो जाएगा कि नहीं बंदा ना होए एमडी जड़ा बंदा एमडी हो ना और बोलो ਅਸੀਂ ਪਹਿਲੇ ਚੰਦੇ ਦੀ ਰਸੀਦ ਕੱਟੇ उनको पैसे दे यार तुही ना मजाक दे विच गल पाई की है ते मजाक च गल ना पाओ जेडी गल करदे तुही और कोलो फटाफट बजट और कोलो सारा बजट लिखवा लो तहरीक जदीद वफद जदीद कोई बंदा बंदे का चूपा किस टाइम लगाती होगी और थले बाजियां बैठियां ने बाजियां हया करो यार बंदा को कह रहा सी किसी ने बासक साहब ने कहा शोएब राजा ने तुसी मची इब्ने मरियम कहंदे नहीं मैं मची नहीं मैं मसीह इब्ने मरियम तो मैं चादर ली थी ना मैं थले अंडरवेयर भी कोई नहीं पाया कहते मैं खाली तो चादर नहीं जो बहुत ज्यादा चादर ओढ़िया ने पर मैं थले अंडरवेयर कोई नहीं पाया ओ यार की करदे पे तुसी किंज दी गल्लां करदे ना करो यार मैं ਤੁਹਾਨੂੰ ਸੁਣਾਉਣਾ ਇੱਕ ਵਾਕਿਆ ਹੋਇਆ ਨਵਾਂ ਨਵਾਂ वो तो मैं सुनाऊंगा उसकी वीडियो एक मिनट ठहर। बस जी हमने तो यही सुना कि हाँ दुनिया में वही लोग अच्छे जो पहनते हैं साफ सुथरे कच्छे
मैं जावा इतो यार शायर मशरक अल्लामा इकबाल ने फरमाया होती है ना उंगली। नहीं, आप मुसलमान क्लेम करते हैं अपने आप को? क्लेम भाई मैं मुसलमान क्लेम क्या होता है? क्लेम इस करना सहाबा का जो आपने पीछे पोस्टर एक मिनट यार, ये पूरी क्यों नहीं है? बात करनी है। पूरी जो सहाबा को गालियां निकालता है वो जलील है, ठीक है। वो हो गया ना, फिर अपने अब मुझे करवा ली। सुनो, एक मेरी बात सुनो। आपकी अम्मी को जो बाजार में उंगली देता है तो आप अपनी बहन को उंगली दोगे उसके बदले में? नहीं नहीं भाई, मैं उसकी माँ को उंगली दूंगा। तो फिर जो इमाम हुसैन है ये नबी पाक के नवासे नहीं है? तो मैंने ही उस इमाम को दी है ना उंगली। नहीं, आप मुसलमान क्लेम करते हैं अपने आप को? अल्लाह माफ करे। क्लेम क्या होता है? क्लेम इस सहाबा का जो आपने पीछे पोस्टर लगाया हुआ है, आपने टॉपिक पे बात करनी है, मेहरबानी। ये अब्दुल्ला भाई मैं आपसे पूछ रहा हूँ कि आप इस खातिर एक मिनट खैर जो है पहले मैं दस अगे आ जाए ना जो नाम ही, एक मिनट खलो जो हाँ सुन लो जरा। भाइयों, ये बंदा गाली के बदले में गाली देता है तो गाली ना दे। अगर कोई टॉपिक पे बात कर सकता तो आए, नहीं तो दफा। मैं शानी, मेरी बात सुनो जी। देखो, मैं तुम्हें कहा तुम्हारी माँ को कोई उंगली करेगा तुम मुड़ के अपनी दादी को या अपनी बहन को उंगली करो? मैं उसकी माँ को करूंगा जिसने की है। तो ये बताओ कि जो इमाम हुसैन है उनको आप नहीं मैं मानते? इमाम हुसैन की मुंड में उंगल करूंगा। इन्ना लिल्लाहि व इन्ना इलैहि राजिऊन। तो बस सुना दो यार, अस्तगफार का दी पड़ी जी, पढ़ आगे चलाओ। चलावा सुन लो फिर सारी, मैं कहना ही रहने देने। भाई मैं आपसे पूछ रहा हूँ कि आप किस खातिर इमाम हुसैन को गालियां दे रहे हैं? आप यहाँ पे बयान रिकॉर्ड करवाएं, कहें भाइयों ये बंदा गाली के बदले में गाली देता है तो गाली ना दे। अगर कोई टॉपिक पे बात कर सकता तो आए, नहीं तो दफा। मैं शानी, मेरी बात सुनो जी। देखो, मैं तुम्हें कहा तुम्हारी माँ को कोई उंगली करेगा तुम मुड़ के अपनी दादी को या अपनी बहन को उंगली करो? मैं उसकी माँ को करूंगा जिसने की है। तो ये बताओ कि जो इमाम हुसैन है उनको आप नहीं मैं मानते? इमाम हुसैन की मुंड में उंगल करूंगा। अस्सलाम वालेकुम। तो बस मशवरे नहीं तो जाके देखो, आपकी अम्मी को इल्म हासिल करके आओ कभी किसी। मैं उसकी माँ तो यही ऐसी सुअर कौम है कि ये खुद शातमियत करवाते हैं और फिर चीखते हैं। ऐसी गंदी जलील कौम। नहीं भाई, हवाला पहुंच गया जे। हाँ जी पहुंच गया, मैं भेजन लगा। तोबा तोबा। ਮੈਨੂੰ ਲੱਗਦਾ ਮੈਂ ਤੇ ਸ਼ਾਦਮੇ ਵਾਲਾ ਐਵੇਂ ਨਾਮ ਰੱਖਿਆ ਆਪਣਾ। इन्ना लिल्लाहि व तौबा यार बड़ा। आप सब चेक करो, आ गया तुहानू। सफवान आ गया, सफवान आ गया, सफवान आ गए। सफवान भाई आ गया हदीसों वाले। ये क्या चल रहा है? ये क्या नाजुक मामला है? सफवान भाई आ गए थी। ये क्या हो रहा है भाई? क्या नाजुक मामला? ये क्या हो रहा है? ये क्या हो रहा है? ये क्या चल रहा है? ये क्या चल रहा है? राणा साहब ये क्या लिखा हुआ है? बड़ा नाजुक मामला है। ये बहुत नाजुक कमरिया है और छछोरी नजरिया है। तो ये मेरा ये काम है, बस ज्यादा नहीं है नी। दागड़ता कड़ देता ये नैन मटका हमें भारी पड़ रहा है। छुपी हमें बड़ी मुश्किल में डाल रही है और ये नैन मटका हमें मुस्तरिब कर रहा है। ये आमिर हक नेड़े आ सोनिया हथा च हथ पा ते गल कर, फिर पता चलेगा ना। ये कोई बात ही नहीं है। दूरों अखा मार देने। तो जिसका ये इन्होंने नाम लिया ना चैंपियन का, उस यकीन करो उसके साथ तो बात मैं करूंगा ना सादा, तो मुझे यूं लगेगा कि मैं चाइल्ड मोलेस्टर हूँ। वो तेरी लोग मुझे कहेंगे यार तू बच्चे के साथ ज्यादती कर रहा है, बलात्कार कर रहा है बच्चे का। उस बेचारे का नाम भी ना लो मेरे सामने। सुनो रे, चश्मा उन्होंने तो पहले क्लीन शेव की थी होती है। क्लीन शेव बच्चे को तो मैं वैसे बड़ा रगड़ता हूँ टोपियों के साथ। एमए सोल्जर में अपना चैंपियन ना मेरे डिग्गे चढ़ा दे, मैं फिर उसको ना रगड़ दूंगा। क्लीन शेव बच्चे को तो मैं वैसे बड़ा रगड़ता हूँ टोपियों के साथ। तो ये मेरा ये काम है, बस ज्यादा नहीं। देखो साबित हो गया कि ये मदरसे का पढ़ा हुआ है। ये जड़ा क्या ना दगड़दा वो सुनाए। नगड़ देना दगड़दा अमर हक बड़ा दगड़दा। एक बहुत बड़ा मरासियां का मुड़ा है यार। कमरिया है और छछोरी नजरिया है। तो ये मेरा ये काम है, बस ज्यादा नहीं।
है नी दागड़दा कड़ देंदा ये नैन ਤੁਸੀਂ ਵੇਖੋ ਬੰਬਾਸਟਰ ਸਾਹਿਬ ਇੱਕ ਕੁੱਤੇ ਦੇ ਕੰਮ ਵੇਖੋ ਜਦੋਂ ਚੰਗੜ ਨਹੀਂ ਨੱਚਣ ਵਾਲੇ ਦੀ ਮਾਂ ਹੁੰਦੀ ਪਿਓ ਬਗੈਰ ਵਾਲੀ ਸ਼ਕਲ ਦੀ मेरा ये काम है बस ज्यादा नहीं दागड़दा ये ताजदारे ਨੱਚਣ ਵਾਲੀ ਦਾ ਮੁੰਡਾ ਹੁੰਦਾ ਬੰਬਾਸਟਰ ये है जिन्होंने हमें इस्लाम सिखाना। वाह जी वाह वाह। एक दफा यार खामोशी ना सुना दो दगड़दा या सुन एक बार सारे म्यूट बड़ा चास लाया पूरी सुननी है या सिर्फ उतना ही? नहीं तो पूरी सुना दो आखिर तक चासी है लाओ जरा कोई खामोशी ना सुनी बड़ी मजा कमरिया है और छछोरी नजरिया है। तो ये मेरा ये काम है बस ज्यादा नहीं है नी दागड़दा कर देता ये नैन मटक्का हमें भारी पड़ रहा है। ये लुका छुपी हमें बड़ी मुश्किल में डाल रही है और ये नैन मटक्का हमें मुस्तरिब कर रहा है। नेड़े आ सोनिया हथा च हथ पा ते गल कर फिर पता चलेगा ना। ये तो कोई बात ही नहीं है, दूरों अखा मार देने। तो जिसका ये इन्होंने नाम लिया ना चैंपियन का, उस यकीन करो उसके साथ तो बात मैं करूंगा ना सादा तो मुझे यूं लगेगा कि मैं चाइल्ड मोलेस्टर हूँ। लोग मुझे कहेंगे यार तू बच्चे के साथ ज्यादती कर रहा है, बलात्कार कर रहा है बच्चे का। उस बेचारे का नाम भी ना लो मेरे सामने। चश्मा उन्होंने तो पहले क्लीन शेव की थी होती है। क्लीन शेव बच्चे को तो मैं वैसे बड़ा रगड़ता हूँ पपियों के साथ। एम सोल्जर अपना चैंपियन था मेरे डिग्गे चढ़ा दे मैं तो उसको ना रगड़ दूंगा। ਇਹਦਾ ਮਤਲਬ ਬੰਬਾਸਟਰ ਸਾਹਿਬ ਵੱਲ ਤੋਂ ਕੀ ਲਿਆ ਜਿਹੜਾ ਐ ਕਰਦਾ ਇਹਦਾ ਮਤਲਬ ਹੈ ਮੈਂ ਉਹਨੂੰ ਪਿਛਵਾੜੋ ਵੀ ਉਹਦਾ ਮਾਰ ਛੜਾਂਗਾ। ਉਹ ਤੇਰੀ ਹੈ ਦੇਖੋ ਹੋਰ ਕੀ ਕਰਨਾ ਨਹੀਂ ਉਹਨੂੰ ਸ਼ਾਇਦ ਜਲਦੀ ਇਦਾਂ ਨਹੀਂ ਗੱਲ ਸੁਣ ਕੇ तौबा ਇਹ ਕਿੱਥੋਂ ਦੇ ਆਲਮ ਨੇ ਇਹ ਕਿੱਥੋਂ ਦੇ ਸ਼ਰੀਫ ਇਨਸਾਨ ਨੇ ਇਸਲਾਮ ਦੀ ਖਿਦਮਤ ਇਹਨਾਂ ਨੇ ਕਰਨੀ ਹੈ। हाँ जी हम समझना चाहते हैं भाई साहब ਇਹ ਕੰਜਰ ਬਗੈਰਤ ਔਰ ਚਾਈਲਡ ਮਸਟਰ ਆ ਗਏ ਨੇ ਇੱਥੇ ਇਸਲਾਮ ਦੇ ਵਿੱਚ ਬਸ ਇਹਦੀ ਇੱਕ ਬੰਦੇ ਦਾ ਪੁੱਤਰ ਲੱਗਦਾ ਹੈ ਨਾ ਗਜਨੀ ਭਾਈ ਉਹ ਜਿਹਦੇ ਕਹਿੰਦੇ ਮੇਰੇ ਦੰਦ ਖੱਟੇ ਹੋ ਗਏ। इनकी दुश्मनी हमारे साथ यही है कि ये क्यों नहीं इस तरह की हरकतें करते। इनके मुरब्बी इनके उलमा साफ सुथरे प्यार से बात करेंगे, बात खत्म चलेगी। मेरे दंद डिंगे हो गए, मेरी आंखों को 5 नंबर का चश्मा लग गया, 4 बाल मेरे माथे पर थे झड़ गए, मेरे कानों के बाल जलकर राख हो गए। आप अंदाजा करो कि मेरे होंठों पर खुश्की तारी होकर मेरे होंठ इनके पद पड़ा के पट पटा पट पड़ा के यार मेरा हक है, ज्यादा टीठ है, इसमें रोटी पड़ी हुई है, इसकी चमड़ी तगड़ी है, इसकी खोपड़ी सनकी हुई है और इसकी भवें उचकी हुई हैं और इसकी आस्तीनें चढ़ी हुई हैं और इसके गिरेवान के बाल लिशकारे मार रहे हैं। तुम उसके बाद आमिर हक को कहते हो आमिर हक छोड़ दे। अजी छोड़िए प्लीज, ना कीजिए ना, बच्चे देख लेंगे। ओ ये तो बहुत बड़ा पांडा है। पद पड़ा के इनके पद पड़ा के पट पटा पट पद पड़ा के पद पड़ा के पद पड़ा के पट पटा पट मैं इनके पद पड़ा के पट पटा पट पद पड़ा के वो मास्टर के नाला में लोग कहेंगे लोगों का काम है क्या ना मैं कहना की बातों को कहीं भी बंद कर यार एक मिनट। ਇਹਨਾਂ ਨੂੰ ਕੋਈ ਤਬਲੀਗ ਕਰਨ ਦੀ ਜ਼ਰੂਰਤ ਨਹੀਂ। ਮੈਂ ਉਹਦੇ ਮੁਸਲਮਾਨ ਆ। ਨਹੀਂ ਗਜਨੀ ਸਾਹਿਬ ਦੇਖਿਆ ਜੇ ਪਤ ਪਟਾਕੇ ਇਹ ਜਿਹਨਾਂ ਦਾ ਪਟਾਕੇ ਨਹੀਂ ਪਟਾਕੇ ਪਦ ਪੜਾਕੇ ਉਹ ਨਾ ਜਿਹਦੇ ਕੋਈ ਬਦਫੇਲੀ ਨਹੀਂ ਕੀਤੀ ਉਹਦੇ ਪਟਾਕੇ ਨੇ ਇਹਨਾਂ ਦੇ ਖਰਾਬ ਖੁੱਲੇ ਨੇ ਤੇ ਪਟਾਕੇ ਨੇ। ਮੈਨੂੰ ਉਹ ਤਾਂ ਦੂਜੇ ਮਜਾਹ ਦੀ ਕਾਰਵਾਈ ਸੁਣ ਉਹ ਥੱਲੇ सीसीटी कहना मनु रिकॉर्डिंग करन दे दोबारा लाओ। यार गल ते सुन लो, यार गल ते सुन लो की कर दे जी।
लो जी ठीक है जी, ये दूसरा खत्म ਗਜਨੀ नबूवत ਸਾਹਿਬ का ਜਿੱਥੇ एक नंबर मजाक ਗਜਨੀ ਸਾਹਿਬ ਗਜਨੀ ਸਾਹਿਬ ਉਹ ਵੀ ਆਮ ਲੱਗਦਾ ਸਾਡੇ ਕੋਲ ਭਾਈ ਜਿੱਥੇ ਜੋ ਜਿਨ੍ਹਾਂ ਦੇ ਹਿੰਦੂਆਂ ਦੇ ਉਹ ਨੇ ਗੀਤਾ ਤੇ ਕਸੀਤਾ ਤੇ ਮਾਮੇ ਵਿਖਾਈ ਜਾਂਦਾ ਹੈ ਪੱਤ ਪੜਾ ਕੇ ਲਾਓ ਉਹ ਵੀ ਹੈ ਜਿੱਥੇ ਆਂਦਾ ਉਹ ਤੁਰਲਾ ਇੰਡੀਆ ਦਾ ਪਤਾ ਨਹੀਂ ਕੀ जैसा ਤੁਹਾਡੇ ਕੋਲ ਹੈ ਨਾ ਤੁਸੀਂ ਲਾ ਦਿਓ ਹੁੰਦਾ ਨਾ, ਮੈਂ ਨਿਊਜ਼ ਕਰਨ ਲੱਗਾ।